मंसूर साहब ने सवाल किया कि मिर्जा साहब ने गलती का इजाला जी लिखी सी वो अपनी गलती का इजाला किया या किसी और की गलती का? ਇਹ ਮਨਸੂਰ ਸਾਹਿਬ ਦਾ ਸਵਾਲ ਹੈ। हाँ जी मंसूर साहब का सवाल। मंसूर साहब का सवाल तो असल च यह है कि जी जमात अहमदिया इस्लाह पसंद है, सिलसिला आलिया इस्लाह पसंदिया, वो अपनी इस्लाह वास्ते है या किसी और दी? मैं तो उन्होंने दसिया भी इस तरह ही है जिस तरह ये गलती का अदाला जोड़ा है वो नहीं पता लगता अपनी गलती या किसी की गलती, एक गलती है ਉਹਦੇ ਤੇ ਉਹ ਕਹਿੰਦੇ ਮੈਂ ਕਿਹਾ ਜਿਹੜਾ ਉਸ ਵਕਤ ਤੱਕ ਲਿਟਰੇਚਰ ਛਪ ਚੁੱਕਾ ਆ ਉਹਦੇ ਮੁਤਾਬਕ ਤੇ ਨਹੀਂ ਦਾ ਜਵਾਬ ਠੀਕ ਹੈ ਨਾ, ਕਿਉਂਕਿ ਉਹਦੇ 'ਚ ਤੇ ਇਕਰਾਰ ਕਿਧਰੇ ਵੀ ਨਹੀਂ ਹੈ ਕਿ ਤੁਸੀਂ ਉਹਨੂੰ ਦਰਮਿਆਨੇ ਦਰਜੇ ਵਾਲੀ ਜਿਹੜੀ ਗੱਲ ਹੈ ਕਿ ਹੈ ਵੀ ਜਾਂ ਨਹੀਂ ਵੀ, ਇਹ ਗੱਲ ਉਹਦੇ 'ਚ ਨਹੀਂ ਆ ਰਹੀ, ਬਲਕਿ ਉਹਦੇ 'ਚ ਇਹ ਜਵਾਬ ਆ ਰਿਹਾ ਹੈ ਕਿ ਹਕੀਕੀ ਨਬੂਵਤ ਦੇ ਦਰਵਾਜ਼ੇ ਕੁੱਲੀ ਤੌਰ ਤੇ ਬੰਦ ਨੇ। ਤੇ ਇਸ ਕਰਕੇ ਅਗਰ ਉਹਨਾਂ ਇਹ ਜਵਾਬ ਦਿੱਤਾ ਹੈ ਤੇ ਮੇਰੇ ਤੇ ਖਿਆਲ ਨਹੀਂ ਕਿ ਉਹਨਾਂ ਨੇ ਕੋਈ ਐਸੀ ਗਲਤੀ ਕੀਤੀ ਹੈ। ਹਾਂ ਮੈਂ ਉਹੀ ਕਹਿ ਰਿਹਾ ਉਹਨੇ ਕੋਈ ਮੈਨੂੰ ਲੱਗਦਾ ਨਹੀਂ ਕਿ ਉਹ ਤੁੰਜੀ ਵੇਲਣੇ 'ਚ ਆ ਗਿਆ ਕਿਧਰੇ ਤੇ ਉਹਦਾ ਜਵਾਬ ਤੇ ਕੋਈ ਐਸਾ ਬੁਰਾ ਨਹੀਂ। ਤੇ ਜਿਹੜਾ ਫਿਰ ਉਹਨਾਂ ਨੇ ਸਮਝਾਈ ਇਹ ਗੱਲ मैं तो इनकार नहीं तो मैं तो इकरार भी नहीं, क्योंकि बरूजी सूरत में नबी बनाया। अलीम साहब किधर गए ने, नाराज हो गए ने कि वैसे गए ने? डॉक्टर कोल चले गए ने, ਤੁਸੀਂ ਕਿਹਾ ਸੀ ਨਾ ਉਨਕੇ ਡਾਕਟਰ ਕੋਲ ਜਾਓ। ਮੈਂ ਤੇ ਇਹ ਕਿਹਾ ਸੀ ਕਿ ਉਹਨਾਂ ਨੂੰ ਲੈ ਕੇ ਜਾਓ ਉਹ ਉਸ ਡਾਕਟਰ ਕੋ ਜਿਹੜਾ ਤੁਹਾਡਾ ਵਾਕਫ ਹੈ। ਆਪਣੇ ਵਾਕਫ ਡਾਕਟਰ ਕੋ ਜਾਣਾ, ਮੇਰੇ ਤੇ ਨਹੀਂ ਇਤਬਾਰ ਕਰਦੇ ਉਹ, ਮੈਨੂੰ ਤੇ ਮੁਰਤਦ ਕਹਿੰਦੇ ਨੇ। लेकिन हुसैनी साहब ਜਿਹੜੀ ਗੱਲ ਤੁਸੀਂ पे ਕਰਦੇ ਸੀ जी ਬਈ ਇੱਕ ਗਲਤੀ ਦਾ ਜ਼ਾਲਾ ਭਾਵੇਂ ਆਪਣੀ ਗਲਤੀ ਦਾ ਜ਼ਾਲਾ ਹੈ ਤੇ ਭਾਵੇਂ ਮੁਰੀਦ ਦੀ ਗਲਤੀ ਦਾ ਜ਼ਾਲਾ ਹੈ, या ਉਹ ਜ਼ਾਲਾ ਕਰਨ ਤੋਂ ਬਾਅਦ या क्या अजाला हो गया? सवाल है वे अदाला करके नतीजा कढ़िया या फिर ਕਿ ਨਵਾਂ ਪੈ ਗਿਆ। हाँ क्योंकि तो ਇਹ ਜਿਹੜੀ ਤੁਹਾਡੇ ਸਾਹਮਣੇ ਅਬਦੁਲ ਬਾਰਿਸ ਸਾਹਿਬ ਨੇ ਕੱਲ ਪਰਸੋਂ 23 ਮਈ ਦੀ ਤਹਿਰੀਰ ਪੜ੍ਹੀ ਹੈ, या ਬੰਦੇ ਸਿਰਫ ਤਹਿਰੀਰ ਸੁਣਦੇ ਨੇ, ਤਹਿਰੀਰ ਦਾ ਬੈਕਗ੍ਰਾਉਂਡ ਵੱਲ ਗੌਰ ਨਹੀਂ ਕਰਦੇ। या ਉਹ ਆਂਦੇ ਨੇ ਕਿ ਤਹਿਰੀਰ ਦੀ ਬੈਕਗ੍ਰਾਉਂਡ ਇਹ ਵੇ ਕਿ ਪਿੱਛੇ ਇਲਜ਼ਾਮ ਲੱਗਾ ਹੈ ਅਖਬਾਰ ਆਮ ਦੇ ਉੱਤੇ या ਕਿ ਉਹ ਫਲਾਣੀ ਜਗ੍ਹਾ ਮਿਰਜ਼ਾ ਸਾਹਿਬ ਨੇ ਨਬੂਵਤ ਦੇ ਦਾਅਵੇ ਦਾ ਇਨਕਾਰ ਕਰ ਦਿੱਤਾ। या या ਉਹ ਕਿਉਂ ਇਲਜ਼ਾਮ ਲੱਗਾ? ਉੱਥੇ ਮਿਰਜ਼ਾ ਸਾਹਿਬ ਨੇ ਫਿਰ ਕੋਈ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ हाँ मैं ਜਿਹਦੇ यही ਤੋਂ गल ਲੋਕਾਂ ਨੂੰ ਇਹ ਮਹਿਸੂਸ या ਜੇ मैं यही गल उठाई कि वो जिहड़ा जिस हवाला जिहदा हवाला दे के ये अखबार आम दा फिर बयान 23 मई दा आया है, वो हवाला या वो तारीर भी तो सामने आनी चाहिए है कि की गल है जिथे लिखा गया। हाँ और दूसरे है कि ये भी देखो कि एक गलती का अजाला 1901 ਚ ਲਿਖ ਚੁੱਕੇ ਸੀ ਉਹ, और 1908 ਦੇ ਵਿੱਚ ਫਿਰ ਉਹੀ ਰਫੜ ਪੈ ਰਿਹਾ ਕਿ ਇਨਕਾਰ ਹੋ ਰਿਹਾ ਹੈ। ਹਲੇ ਉੱਥੇ ਫਿਰ ਇੱਕ ਇਹ ਗੱਲ ਹੈ। ਦੂਸਰਾ ਇੱਕ ਮਾਸਟਰ ਸਾਹਿਬ ਨੇ ਇੱਕ ਹੋਰ ਕਹਾਣੀ ਪਾ ਦਿੱਤੀ ਹੈ ਨਵੀਂ। अच्छा ਨਾਂ ਰੱਖਿਆ ਜ਼ਮੀਮਾ ਇਹ ਗਲਤੀ का अदाला। वाह ਗਿੱਦੜ ਸਾਹਿਬ ਨੇ ਇਸ ਕਿਸਮ ਦੀ ਕੋਈ ਚੀਜ਼ ਨਹੀਂ ਉਹਦੇ ਨਾਲ ਲਗਾਈ ਔਰ ਨਾ ਹੀ ਉਹਨੇ ਖੁਦਾ ਨੇ ਇਹ ਜ਼ਮੀਮਾ ਕਿੱਥੋਂ ਆਇਆ ਹੈ? ਹੈ ਜੀ ये ताज़ा तखलीक है। ਇਹ ਜਿਹੜਾ ਅਖਬਾਰ ਆਮ 23 ਮਈ ਵਾਲੀ ਗੱਲ ਹੈ ਨਾ, ਉਹਨੂੰ ਕਾਦੀਆਨ ਵਾਲੇ ਨੇ ਇਹ ਨਾਂ ਦੇ ਕੇ ਜ਼ਮੀਮਾ ਰਸਾਲਾ ਇਹ ਗਲਤੀ का ਅਜ਼ਾਲਾ ਉਹਨਾਂ ਨੇ ਇਹ ਗਲਤੀ का ਅਜ਼ਾਲਾ ਅਲੱਗਾ ਤੌਰ ਤੇ ਛਾਪੀ ਹੈ ਜਿਹਦੇ ਵਿੱਚ ਇਹ ਸਫੇ ਵਧਾ ਦਿੱਤੇ ਨੇ ਔਰ ਉਹਦਾ ਨਾਂ ਜ਼ਮੀਮਾ ਇਹ ਗਲਤੀ का ਅਜ਼ਾਲਾ ਰੱਖਿਆ, ਜਿਹੜਾ ਕਿ ਮੇਰਾ ਖਿਆਲ ਹੈ ਬੇਅਦਬੀ ਦੀ ਗੱਲ ਹੈ। ਮਿਰਜ਼ਾ ਸਾਹਿਬ ਦੀ ਕਿਤਾਬ ਦੇ ਵਿੱਚ ਕਿਸੇ ਨੂੰ ਤਸਰਫ ਕਰਨ ਦਾ ਹੱਕ ਨਹੀਂ ਹੈ, हक नहीं है बिल्कुल। ਮੰਨਣ ਵਾਲਿਓ ਕਿ ਉਸ ਤੋਂ ਮਤਲਬ ਉਹ ਆਪਣੇ ਤੌਰ ਤੇ ਅਗਰ ਉਹ 23 ਮਈ ਦੀ ਗੱਲ ਨੂੰ ਛਾਪਣਾ ਚਾਹੁੰਦੇ ਨੇ ਤੇ ਛਾਪ ਦੇਣ ਕਿ ਅਖਬਾਰ ਆਮ ਦਾ ਹੈ। ਇਹ ਦੋ ਵਰਕੇ ਉਹਨੂੰ ਨੇ, ਜ਼ਮੀਮਾ ਨਹੀਂ ਕਹਿਣਾ ਚਾਹੀਦਾ ਹੈ ਬਿਲਕੁਲ, ਜ਼ਮੀਮਾ ਨਹੀਂ ਉਹਨੂੰ ਕਹਿਣਾ ਚਾਹੀਦਾ। ਹਾਂ ਉਹਨੂੰ ਇਹ ਇੰਜ ਹੀ ਪੇਸ਼ ਕਰ ਰਹੇ ਕਿ ਜਨਾਬ ਤੁਸੀਂ ਇਹ ਗਲਤੀ ਕੇ ਅਦਾਲੇ ਦਾ ਜ਼ਮੀਮਾ ਪੜ੍ਹ, ਮੈਂ ਕਿ ਉਹ ਤੇ ਹੈ ਹੀ ਨਹੀਂ ਹੈ। ਹਾਂ ਇਹ ਜਿਹੜੀਆਂ ਹਰਕਤਾਂ ਨੇ ਇਹ ਨਹੀਂ ਠੀਕ। नहीं दुरुस्त। ਜ਼ਮੀਮੇ ਦੇ ਲਫ਼ਜ਼ ਕਿਹਨੇ ਬੋਲੇ ਨੇ ਜਾਂ ਕਿਹੜੇ ਲਿਖੇ ਨੇ ਜ਼ਮੀਮਾ?
ਲਿਖੇ ਨੇ ਬਕਾਇਦਾ ਛਾਪਿਆ, ਉਹ ਕਾਦੀਆਨ ਤੋਂ ਛਪ ਕੇ ਆਇਆ, ਜਿਹੜੀ ਕਾਪੀ ਉਹਦੀ ਇਹਨਾਂ ਦੇ ਕੋਲ ਮੌਜੂਦ ਹੈ ਆਪਣੇ ਬਾਸਤ ਸਾਹਿਬ ਕੋਲ। ਬਾਸਤ ਸਾਹਿਬ ਉਹਨੂੰ ਬੜੇ ਤਮਤਰਾਕ ਨਾਲ ਪੇਸ਼ ਕਰਦੇ ਨੇ ਕਿ ਮੇਰੇ ਕੋਲੋਂ ਮੈਂ ਅਸਲ ਪੜਿਆ, ਅਸਲ ਗੱਲ ਤੇ ਉਹਦੇ ਤੋਂ ਸਾਬਤ ਹੁੰਦੀ। ਇਹ ਜਸਾਰਤ ਇਹ ਹੁਣ ਕਿਸੇ ਕੀਤੀ ਹੈ ਜਸਾਰਤ? ਇਹ ਹੁਣ 2000 ਸਮਥਿੰਗ 2015-14 ਮਤਲਬ ਕਰੀਬ ਦੇ ਸਾਲਾਂ ਦੀ ਗੱਲ ਹੈ। ਤੇ ਕਿਉਂ ਕੌਣ ਹੈ ਬੰਦਾ ਕਰਨ ਵਾਲਾ? ਕਾਦੀਆਨ ਦੇ ਵਿੱਚ ਲੱਗੇ ਆ ਪ੍ਰੈਸ, ਹਾਂਜੀ, ਜਿਹੜਾ ਕਿਤਾਬਾਂ ਥੋੜੀਆਂ ਉੱਥੇ ਸਸਤੀਆਂ ਛਪਦੀਆਂ ਨੇ ਤੇ ਲੰਦਨ 'ਚ ਆ ਕੇ ਮਹਿੰਗੀਆਂ ਵਿਕਦੀਆਂ ਨੇ। ਉੱਥੇ ਅਗਰ ਛਪ ਜਾਣ ਤੇ ਸਸਤੀਆਂ ਛਪ ਜਾਂਦੀਆਂ ਨੇ ਇੱਥੇ ਆ ਕੇ। ਇਹ ਵੀ ਇੱਕ ਬਿਜ਼ਨਸ ਹੈ ਉਹਨਾਂ ਦਾ। ਲੇਕਿਨ ਉਸ ਛਪਣ ਦੇ ਵਿੱਚ ਤਰਤੀਬ ਉੱਥੇ ਜਿਹੜੇ ਨਾਜ਼ਰ ਇਸ਼ਾਅਤ ਨੇ ਉਹਨਾਂ ਦੀ ਮਨਜ਼ੂਰੀ ਦੇ ਨਾਲ ਉਹ ਛਪਦੀਆਂ ਨੇ। ਉਹਨਾਂ ਨੇ ਕੋਈ ਐਸੀ ਹਰਕਤ ਕੀਤੀ ਹੈ ਜਿਹੜੀ ਗੈਰ ਜ਼ਿੰਮੇਦਾਰਾਨਾ ਹੈ, ਜਿਹੜੀ ਉਹਨਾਂ ਨੇ ਦੱਸੀ ਹੈ ਗੱਲ ਕਿ ਇਹ ਗਲਤੀ ਕਾ ਅਦਾਲਤ ਦੇ ਨਾਲ ਇੱਕ ਕਿਤਾਬ ਦੀ ਸ਼ਕਲ 'ਚ ਇਹ ਗਲਤੀ ਕਾ ਅਦਾਲਤ ਛਾਪਿਆ ਹੈ, ਜਿਹਦੇ ਵਿੱਚ ਕੁਝ ਸਫਾਤ ਦਾ ਨਾਂ ਉਹਨਾਂ ਨੇ ਜ਼ਮੀਮਾ ਇਹ ਗਲਤੀ ਕਾ ਅਦਾਲਤ ਰੱਖ ਦਿੱਤਾ ਹੈ, ਜਿਹੜਾ ਕਿ ਮੇਰੇ ਉਹ ਆਪਣੇ ਜ਼ਮਾਨੇ 'ਚ ਮੌਜੂਦ ਨਹੀਂ ਹੈ। ਇਹ ਤਾਂ ਸਾਡੇ ਤੇ ਇਲਮ 'ਚ ਨਹੀਂ ਹੈ ਗੱਲ, ਮੈਂ ਤਾਂ ਪਹਿਲੀ ਵਾਰ ਤੁਹਾਡੇ ਕੋਲ ਸੁਣਿਆ। ਜੀ ਮੈਂ ਇਹੋ ਹੀ ਤੇ ਕਰਨੀ ਹੈ, ਇਹ ਗੱਲ ਵਾਜ਼ੇ ਉਹਨਾਂ ਨੇ ਕੀਤੀ ਹੈ ਕੱਲ੍ਹ। ਇਹ ਲਾਮਾ ਸਾਹਿਬ ਜਦੋਂ ਵੀ ਤੁਹਾਨੂੰ ਕੋਈ ਗੱਲ ਦੱਸਦਾ ਤੇ ਤੁਸੀਂ ਅੱਗੋਂ ਕਹਿੰਦੇ ਇਹ ਤੇ ਮੇਰੇ ਇਲਮ 'ਚ ਹੀ ਨਹੀਂ ਹੈ। ਨਹੀਂ ਹੋ ਸਕਦੀ, ਕਈ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਇਹਦੇ ਵਿੱਚ ਨਹੀਂ, ਉਹਦੇ ਨਾਲ ਕੀ ਫਰਕ ਹੈ? अच्छा उसानी भाई, ਹਾਂਜੀ मतलब मुख्तलिफ कम्यूनिटी या ਜਿਹੜੇ ਆਰਗੇਨਾਈਜੇਸ਼ਨ ਹੁੰਦੀਆਂ ਨੇ ਜੀ ਉਹਨਾਂ ਨੂੰ ਆਪਣੇ ਮਾਮਲਾਤ ਤੈਅ ਕਰਨ ਦੀ ਆਜ਼ਾਦੀ ਹੁੰਦੀ ਹੈ ਕਿ ਉਹ ਮੁਖਾਲਫੀਨ, ਮੁਆਨਦੀਨ ਔਰ ਦੁਸ਼ਮਨਾਨ ਕੋਲੋਂ ਪਹਿਲੇ ਇਜਾਜ਼ਤ ਲੈਣ ਕਿ ਅਸੀਂ ਇਹ ਕਰਨ ਲੱਗੇ ਹਾਂ? ਨਹੀਂ, ਮੁਆਨਦੀਨ ਨੇ ਮੁਖਾਲਫੀਨ ਨੇ ਕਦੇ ਨਹੀਂ ਕਿਹਾ ਵੀ ਤੁਹਾਡੇ ਕੋਲ ਇਜਾਜ਼ਤ ਲੈ ਕੇ ਇਸ ਤਰ੍ਹਾਂ ਕਰੋ। ਲੇਕਿਨ ਮੁਖਾਲਫੀਨ ਜਿਨ੍ਹਾਂ ਦਾ ਨਾਮ ਤੁਸੀਂ ਰੱਖਦੇ ਹੋ ਉਹ ਵੀ ਅਸਲ ਵਿੱਚ ਇੱਕ ਫਰੀਕ ਹੁੰਦੇ ਨੇ ਉਸ ਮੁਕੱਦਮੇ ਦੇ। ਜਿਹੜੇ ਗੈਰ ਅਹਿਮਦੀ ਨੇ ਉਹਨਾਂ ਨੂੰ ਤੁਸੀਂ ਅਹਿਮਦੀਆਂ ਤੋਂ ਅਲੱਗਾ ਤੇ ਨਹੀਂ ਕਰ ਸਕਦੇ। ਗੈਰ ਅਹਿਮਦੀਆਂ ਦੇ ਵਿੱਚ ਲਫ਼ਜ਼ ਅਹਿਮਦੀ ਤੇ ਮੌਜੂਦ ਹੈ, ਜਿਸ ਤਰ੍ਹਾਂ ਗੈਰ ਹਕੀਕੀ ਦੇ ਵਿੱਚ ਲਫ਼ਜ਼ ਹਕੀਕੀ ਮੌਜੂਦ ਹੈ, ਔਰ ਜ਼ਿਲੀ ਨਬੀ ਦੇ ਵਿੱਚ ਨਬੀ ਦਾ ਲਫ਼ਜ਼ ਮੌਜੂਦ ਹੈ। ਤੇ ਇਸ ਤਰ੍ਹਾਂ ਉਹਨੂੰ ਜਿਹੜਾ ਹੈ ਉਹ ਕਹਿੰਦੇ ਨੇ ਕਿ ਨਾਖਨੋਂ ਸੇ ਹੋਤਾ ਗੋਸ਼ਤ ਵੀ ਨਾਖਨੋਂ ਸੇ ਹੋਤਾ ਜੁਦਾ ਨਹੀਂ। ਉਹਨਾਂ ਦਾ ਆਪਸ ਜੋੜ ਹੈ ਨਾ ਦੋਵਾਂ ਦਾ। ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਸੀ ਹਸੈਨੀ ਸਾਹਿਬ ਜੀ, ਬਹੁਤ ਖੂਬਸੂਰਤ ਗੱਲ ਕੀਤੀ ਸੀ ਹਾਂਜੀ ਕਿ ਅਹਿਮਦੀਅਤ ਤੋਂ ਗੈਰ ਅਹਿਮਦੀ ਨੂੰ ਅਲੱਗਾ ਨਹੀਂ ਕਰ ਸਕਦੇ, ਨਹੀਂ ਅਲੱਗਾ ਕਰ ਸਕਦੇ। ਔਰ ਗੈਰ ਅਹਿਮਦੀ ਅਸਲ ਵਿੱਚ ਰੌਣਕ ਤੇ ਅਹਿਮਦੀਅਤ ਨੇ। ਹਾਂ ਬਿਲਕੁਲ, ਅਗਰ ਗੈਰ ਅਹਿਮਦੀ ਨੂੰ ਬਿਲਕੁਲ ਹਟਾ ਦਿਓ ਤੇ ਅਹਿਮਦੀਅਤ ਬਾਕੀ ਨਹੀਂ ਰਹੇ, ਕੁਛ ਨਹੀਂ ਰਹਿੰਦਾ। ਹਾਂ, ਮਤਲਬ ਗੈਰ ਅਹਿਮਦੀ ਨੂੰ ਵੀ ਚਾਹੀਦਾ ਨਾ ਕਿ ਉਹ ਇਸ ਚੀਜ਼ ਦਾ ਰੱਖਣ, ਉਹ ਜਿੰਨੇ ਮਰਜ਼ੀ ਅਹਿਮਦੀ ਹੋ ਜਾਣ, ਰਹਿਣਾ ਉਹਨਾਂ ਨੇ ਗੈਰ ਅਹਿਮਦੀ ਹੈ। ਦੇਖੋ ਜੀ, ਗੈਰ ਅਹਿਮਦੀ ਜਿਹੜੇ ਨੇ ਉਹਨਾਂ ਨੂੰ ਇਲਮ ਹੈ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੀ ਕੁੱਲ ਤਾਦਾਦ ਕੀ ਹੈ, ਉਹਦੀਆਂ ਕਿਹੜੀਆਂ ਜਿਲਦਾਂ ਨੇ, ਜਿਲਦਾਂ ਦੇ ਕਿਹੜੇ ਸਫ਼ੇ ਨੇ, ਪਹਿਲਾ ਐਡੀਸ਼ਨ ਕੀ ਹੈ, ਬਾਅਦ ਦਾ ਕੀ ਹੈ, ਕਿਹੜੇ ਐਡੀਸ਼ਨ ਵਿੱਚੋਂ ਕਿਹੜੀ ਸ਼ੈ ਕੱਢ ਦਿੱਤੀ ਗਈ ਹੈ ਜਾਂ ਜ਼ਾਇਦ ਕੀਤੀ ਗਈ ਹੈ। ਤੇ ਇਹ ਸਾਰੀਆਂ ਇਲਮ ਦੇ ਨਾਲ ਤਲਕਰੀ ਦੇ ਵਿੱਚ ਨਾਰਾਜ਼ਗੀ ਵਾਲੀ ਕਿਹੜੀ ਗੱਲ ਹੈ? ਅਗਰ ਉਹ ਇਹਦੇ ਤੇ ਨਜ਼ਰ ਪੜ੍ਹਦੇ ਹੋ, ਜਿਹੜੇ ਬੰਦੇ ਪੜ੍ਹਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ। ਜਿਸ ਤਰ੍ਹਾਂ ਹੁਣ ਮੈਂ ਅਲਾਮਾ ਸਾਹਿਬ ਦੀ ਖਿਦਮਤ ਵਿੱਚ ਮੈਂ ਅਰਜ਼ ਕੀਤਾ ਹੈ ਕਿ ਮੇਰੇ ਇਲਮ ਵਿੱਚ ਵੀ ਤਾਜ਼ਾ ਹੀ ਆਈ ਹੈ ਗੱਲ, ਬਾਦਸ਼ਾਹ ਸਾਹਿਬ ਨੇ ਦੱਸੀ ਹੈ, ਕਿਉਂਕਿ ਅਸੀਂ ਇਹ ਗਲਤੀ ਕਰਦਾ ਪੜ੍ਹਦੇ ਆਏ ਹਾਂ। ਮਿਰਜ਼ਾ ਸਾਹਿਬ ਨੇ ਇਸ ਕਿਸਮ ਦਾ ਕੋਈ ਇਜ਼ਾਫਾ ਨਹੀਂ ਕੀਤਾ ਜਿਹਦਾ ਨਾਂ ਰੱਖਿਆ ਹੋਵੇ ਜ਼ਮੀਮਾ। ਕਈ ਜਗ੍ਹਾ ਉਹਨਾਂ ਨੇ ਕੀਤੇ ਨੇ, ਮਸਲਨ ਜ਼ਮੀਮਾ ਨਜ਼ੂਲੁਲ ਮਸੀਹ ਹੈ, ਜਾਂ ਜ਼ਮੀਮਾ ਬੁਰਾਈਨ ਅਹਿਮਦੀ ਹੈ, ਜਾਂ ਤਤਿਮਾ ਹਕੀਕਤੁਲ ਵਹੀ ਹੈ ਵਗੈਰਾ, ਜਿਹੜੇ ਉਹਨਾਂ ਨੇ ਲਿਖੇ ਨੇ ਠੀਕ ਨੇ। ਲੇਕਿਨ ਹੁਣ ਕਿਸੇ ਬੰਦੇ ਨੂੰ ਜਮਾਤ ਦੇ ਕਾਰਪੋਰੇਸ਼ਨ ਨੂੰ ਕਿਸੇ ਜਗ੍ਹਾ ਨਾਦਰ ਇਸ਼ਾਅਤ ਜਾਂ ਅਸਿਸਟੈਂਟ ਨਾਦਰ ਇਸ਼ਾਅਤ ਨੂੰ ਇਹ ਹੱਕ ਨਹੀਂ ਹੈ ਕਿ ਉਹਦੇ ਤਸਰਫ ਕਰੇ, ਭਾਵੇਂ ਉਹ ਜਮਾਤ ਦੇ ਹੀ ਬੰਦੇ ਨੇ, ਉਹ ਠੀਕ ਨੇ, ਲੇਕਿਨ ਉਹਨਾਂ ਦੇ ਉੱਤੇ ਵੀ ਇਹ ਜ਼ਿੰਮੇਦਾਰੀ ਆਇਦ ਹੁੰਦੀ ਹੈ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ 'ਚ ਕੋਈ ਜ਼ਿਆਦਤੀ ਜਾਂ ਕਮੀ ਨਾ ਕਰਨ। ਇਹਦੇ ਤੇ ਜਿਹੜੇ ਗੈਰ ਅਹਿਮਦੀਆਂ ਨੇ ਇਹਨਾਂ ਦਾ ਇਹ ਹੱਕ ਤੇ ਤਸਲੀਮ ਕੀਤਾ ਜਾਣਾ ਚਾਹੀਦਾ ਹੈ ਹਾਂ ਕਿ ਉਹ ਮਿਰਜ਼ਾ ਸਾਹਿਬ ਦੀਆਂ ਸਾਰੀਆਂ ਕੁਤਬ ਨੂੰ ਛਪਵਾ ਕੇ ਉਹਦੀ ਤਸ਼ਹੀਰ ਕਰ ਦੇਣ, ਮਤਲਬ ਪਾਕਿਸਤਾਨ, ਇੰਡੀਆ ਦੇ ਵਿੱਚ, ਉਹ ਤਾਂ ਕਿ ਅਹਿਮਦੀਆਂ ਨੂੰ ਇਹ ਜ਼ਰੂਰਤ ਹੀ ਨਾ ਹੋ ਸਕੇ ਕਿ ਉਹ ਉਹਨਾਂ ਦੇ ਇਸ਼ਾਅਤ ਦੇ ਉੱਤੇ ਨਾ ਕਿਸੇ ਕਿਸਮ ਦਾ ਰੱਦੋ ਬਦਲ ਕਰ ਦੇਣ। ਇਹ ਵਾਹਿਦ ਹੱਲ ਹੈ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਹਰ ਗਲੀ ਮੁਹੱਲੇ ਦੇ ਵਿੱਚ ਫ੍ਰੀ ਤਕਸੀਮ ਕਰ ਦੇਣੀ ਚਾਹੀਦੀ ਛਪਵਾ ਕੇ। ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ। ਅਸਲ ਗੱਲ ਇਹ ਹੈ ਕਿ ਹੁਣ
ਇਹ ਲਫ਼ਜ਼ ਤੇ ਠੀਕ ਨੇ, ਦੁਹਰਾਨੇ ਅਸੀਂ। ਹੁਣ ਤੇ ਕਿਤਾਬਾਂ ਪੜ੍ਹਨ ਦਾ ਜ਼ਮਾਨਾ ਹਾਰਡ ਕਾਪੀ ਦਾ, ਵੰਡਣ ਦਾ, ਲਿਟਰੇਚਰ ਦਾ, ਪ੍ਰਿੰਟ ਮੀਡੀਆ ਦਾ ਨਹੀਂ ਰਿਹਾ। ਹੁਣ ਤੇ ਲੋਕ ਜੋ ਕੁਛ ਹੈ ਉਹ ਸਾਰਾ ਇੰਟਰਨੈਟ ਤੇ ਹੀ ਇੱਧਰ ਉੱਧਰ ਜਿਹੜਾ ਉਹਦੀ ਬਣਦੀ ਹੈ। ਅੱਛਾ ਹਸਨੀ ਸਾਹਿਬ, ਅਗਰ ਉਹ ਤੁਹਾਨੂੰ ਉਹ ਮਿਲੇ ਨਾ ਕਿਤਾਬ ਜ਼ਮੀਮਾ, ਜੋ PDF ਫਾਈਲ ਅਗਰ ਹੋਏ ਤੇ ਸ਼ੇਅਰ ਕਰਨਾ ਪਲੀਜ਼ ਮੇਰੇ ਨਾਲ। ਉਹ ਉਹਨਾਂ ਨੂੰ ਕਹਿੰਦੇ ਆ ਕਿ ਉਹ ਸਾਨੂੰ ਭੇਜਣ, ਬਿਲਕੁਲ ਠੀਕ ਹੈ। ਇੱਕ ਉਹ ਵੀ ਹੈ ਨਾ ਜਿਹੜਾ ਉਹਨਾਂ ਨੇ ਰਸਾਲਾ ਅਲ ਵਸੀਅਤ ਦੇ ਵਿੱਚ ਵੀ ਕੋਈ ਤਸਰਫ ਕੀਤਾ ਹੈ ਜਾਂ ਉਹਦੀ ਕੋਈ ਕਮੀ ਕੀਤੀ, ਛਪਣ ਲੱਗਿਆ, ਉਹ ਤੁਸੀਂ ਇਸਲਾਹ ਪਸੰਦ ਵਾਲਿਆਂ ਨੇ ਉਹਨੂੰ ਫੜਿਆ ਆ ਕਿ ਇਹ ਦੇਖੋ। ਉਹ ਜਬ ਤੱਕ ਕੋਈ ਖੁਦਾ ਸੇ ਰੂਲ ਕੁਦਸ ਪਾकर ਖੜਾ ਨਾ, ਉਹ ਜੁਮਲਾ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਜਮਾਤ ਅਹਿਮਦੀਆ ਤੇ ਉਹ ਹਜ਼ਫ ਕਰ ਦਿੰਦੇ ਨੇ। ਉਹ ਕਹਿੰਦੇ ਨੇ ਮਿਰਜ਼ਾ ਸਾਹਿਬ ਨੇ ਕੁਛ ਬੇਅਕਲੀ ਜੀ ਲਿਖ ਦਿੱਤੀ ਹੈ ਇਸ ਵੇਲੇ। ਤੋ ਉਹ ਇਹ ਹੈ ਕਿ ਜਿੱਥੇ ਤੱਕ ਰਸਾਲਾ ਅਲ ਵਸੀਅਤ ਚ ਕੀ ਤਸਰਫ ਹੋਇਆ, ਤਸਰਫ ਨਹੀਂ ਹੈ ਕੀਤਾ, ਬਲਕਿ ਉਹ ਜਿਹੜਾ ਜੁਮਲਾ ਹੈ ਨਾ ਕਿ जब तक कोई खुदा ताला से रूल कुदस पा के खड़ा नहीं होता, सब उस वक्त तक मिलकर काम करो जब तक कोई खुदा से रूल कुदस पाकर खड़ा ना हो। ਇਹ ਵਾਲਾ ਜੁਮਲਾ ਉਹ ਕੱਢ ਦਿੰਦੇ ਨੇ ਨਾ ਵਿੱਚੋਂ, ਕੱਢ ਦਿੱਤਾ ਆ ਕਿਸੇ ਐਡੀਸ਼ਨ ਵਿੱਚ, ਗਲਤੀ ਹੋ ਗਈ ਕੁਛ, ਤੇ ਉਹ ਇਹਨਾਂ ਨੇ ਫੜ ਲਿਆ। ਲਓ ਜੀ ਆਪਣੇ ਇਸਲਾਮ ਪਸੰਦ ਵਾਲਿਆਂ ਨੇ। ਨਹੀਂ, ਅਗਰ ਤੁਸੀਂ ਪੜ੍ਹੋ ਨਾ ਜਿੱਥੇ ਜਿੱਥੇ ਕੋਟ ਕੀਤਾ ਹੈ, ਮਸਲਨ ਮਿਰਜ਼ਾ ਤਾਹਿਰ ਸਾਹਿਬ ਦਾ ਖੁਤਬਾ ਦੇਖੋ ਜਿਹੜਾ 93 ਚ ਉਹਨਾਂ ਨੇ ਦਿੱਤਾ ਅਗਸਤ, ਉਹਦੇ 'ਚ ਵੀ ਦੇਖੋ ਉਹ ਇਹ ਵਾਲਾ ਫਿਕਰਾ ਉਹਦੇ 'ਚ ਸ਼ਾਮਿਲ ਨਹੀਂ ਹੈ। ਉਹਨਾਂ ਦੀ ਕਿਤਾਬ ਮੈਨ ਆਫ ਗਾਡ ਦੇਖੋ, ਉਹਦੇ 'ਚ ਸ਼ਾਮਿਲ ਨਹੀਂ ਹੈ। ਮਿਰਜ਼ਾ ਮਸਰੂਰ ਸਾਹਿਬ ਦਾ ਖੁਤਬਾ ਦੇਖੋ, ਉਹਦੇ 'ਚ ਫਿਕਰਾ ਸ਼ਾਮਿਲ ਨਹੀਂ ਹੈ। ਅਮਲੀ ਤੌਰ 'ਤੇ ਉਹਨਾਂ ਨੂੰ ਕੱਢ ਦਿੱਤਾ ਕਿਉਂਕਿ ਇਹ ਬੜਾ ਦੁਖਦਾਇਕ ਫਿਕਰ ਹੈ। ਨਹੀਂ, ਤਕਰੀਰ 'ਚ ਵੀ ਕਰਨਾ ਨਹੀਂ ਚਾਹੀਦਾ, ਲੇਕਿਨ ਤਕਰੀਰ 'ਚ ਕੋਈ ਬੰਦਾ ਕਹਿ ਸਕਦਾ ਹੈ ਵਕਤ ਦੀ ਕਮੀ ਦੇ ਪੇਸ਼ੇ ਨਜ਼ਰ ਇਨਸਾਨੀ ਕੁਝ ਨਾ ਕੁਝ ਉਹਦੀ ਜਸਟੀਫਿਕੇਸ਼ਨ। ਵਕਤ ਦੀ ਕਮੀ ਦੇ ਪੇਸ਼ੇ ਨਜ਼ਰ 20 ਲਾਈਨਾਂ ਮੈਂ ਪੜ੍ਹੀਆਂ ਨੇ, ਸਿਰਫ ਇੱਕ ਲਾਈਨ ਤੇ ਵਕਤ ਖਤਮ ਹੋ ਗਿਆ ਸੀ, ਟਾਇਰ ਪੈਂਚਰ ਹੋ ਗਿਆ ਸੀ। ਜਿਹੜਾ ਕੋਈ ਆਦਮੀ ਐਕਸਟ੍ਰੈਕਟ ਲੈਂਦਾ ਨਾ ਕਿਸੇ ਤਾਰੀਰ ਦਾ, ਉਹਦੇ ਵਿੱਚ ਸਾਨੀ ਭਾਈ ਇਹ ਬੜੀ ਗੱਲ ਪਸੰਦ ਆਈ ਹੈ ਕਿ ਕੋਈ ਵੀ ਕਿਸੇ ਨੇ ਵੀ ਜਮਾਤ ਅਹਿਮਦੀਆ ਨੇ ਅਗਰ ਕੋਈ ਤਕਰੀਰ ਕਰਨੀ ਹੈ, ਸਟੇਜ ਤੇ ਜਾਣਾ ਹੈ, ਤੇ ਉਹ ਇਸਲਾਮ ਪਸੰਦਾ ਕੋਲੋਂ ਜਾਂ ਵਾਹਬੀਆਂ ਕੋਲੋਂ ਜਾਂ ਦੂਸਰਿਆਂ ਕੋਲੋਂ ਮੁਆਨਦੀਨ और दुश्मनाने इस्लाम अहमदियत कोलों डिक्टेशन ले लगे ताकि फिर बाद में उन पर कोई इल्ज़ाम ना हो, है ना। ये बड़ी अच्छी तजवीज़ है। मैं भी मजलिस आमला ना अगली बारी देना। मैं तो कहना कि तकरीर करन च अगर कोई कर दिंदा है कि उन्होंने कोई गुंजाइश मिल सकती है, लेकिन जेड़ा बंदा एडिशन विच मॉडिफिकेशन करता तो 302 ही नहीं रही। या तो ਕੀਤੀ ਹੈ ਕਿਸੇ ਨੇ ਐਡੀਸ਼ਨ ਚ ਮੋਡੀਫਿਕੇਸ਼ਨ ਵਿੱਚ ਫਾਂਸੀ ਦੇ ਦੇਣੀ ਚਾਹੀਦੀ ਹੈ ਉਹਦੇ ਰਿਸ਼ਤੇਦਾਰਾਂ ਔਰ ਜਿਹੜੇ ਨੇ 40 ਘਰ ਉਹਦੇ ਨੇਬਰਹੁੱਡ 'ਚ, 40 ਸੱਜੇ ਪਾਸੇ, 40 ਖੱਬੇ ਪਾਸੇ, 40 ਉਤਲੇ ਪਾਸੇ ਤੇ 40 ਥੱਲੜੇ ਪਾਸੇ, ਸਾਰਿਆਂ ਨੂੰ ਸਜ਼ਾਏ ਮੌਤ ਦੇ ਦੇਣੀ ਚਾਹੀਦੀ। ਤੁਸੀਂ ਕਰਨ ਦਾ ਕੀ ਫਾਇਦਾ ਹੈ? ਕਈ ਨਹੀਂ ਇਲਾਕੀ ਤੌਰ ਤੇ ਐਨੇ ਨਾਲ ਹੀ ਬੰਦਾ ਮਰ ਜਾਂਦਾ ਜੇ ਉਹਦੀ ਫੜੀ ਜਾਏ ਨਾ ਇਹੋ ਜਿਹੀ ਵਾਰਦਾਤ। ਜੇ ਬੰਦੇ 'ਚ ਇਖਲਾਕੀ ਕਦਰਾਂ ਨਾ ਹੋਣ ਤੇ ਫਿਰ ਉਹਨੇ ਆਖਿਆ ਬਈ ਫਿਰ ਜੋ ਕਿਹੜੀ ਕਿ ਮਿਰਜ਼ਾ ਸਾਹਿਬ ਦੀ ਕਿਤਾਬ ਦੇ ਵਿੱਚ ਮਹਿਲ ਜਮਾਤ ਅਹਿਮਦੀਆ ਨੂੰ ਤੇ ਸ਼ਰਮ ਨਾਲ ਮਰ ਜਾਣਾ ਚਾਹੀਦਾ। ਤੇ ਉਹ ਜਿਹੜੀ ਜਨਾਜ਼ੇ ਲਈ ਸਫਬੰਦੀ ਹੋ ਚੁੱਕੀ ਹੈ ਕਿ ਮਤਲਬ ਜਾਂ ਖਤਮੇ ਨਬੂਵਤ ਦਾ ਜਨਾਜ਼ਾ ਪੜ੍ਹਨਾ ਜਾਂ ਈਸਾ ਅਲੈਹਿਸਲਾਮ ਦਾ, ਜਿਹੜਾ ਦੋਵਾਂ ਦਾ ਜਨਾਜ਼ਾ ਨਹੀਂ ਪੜ੍ਹਦਾ, ਉਹਨਾਂ ਨੂੰ ਤੇ ਮੈਂ ਜੰਮਣਾ ਹੀ ਨਹੀਂ ਸੀ ਚਾਹੀਦਾ, ਹੈ ਨਾ। ਜਨਾਜ਼ਾ ਕਿਉਂ ਪੜ੍ਹਨਾ ਹੈ ਉਹ ਤੇ ਅੱਗੇ ਵੀ ਗੱਲ ਤੁਹਾਡੇ ਨਾਲ ਪੁੱਛੀ ਹੈ, ਤੁਸੀਂ ਜਵਾਬ ਦਿੱਤਾ ਨਹੀਂ ਹੈ। ਇਹ ਕਰ ਲੋ ਕੱਲ, ਹੁਣ ਮੌਕਾ ਹੈ ਫਿਰ ਜਨਾਜ਼ੇ ਵਾਲਾ। ਕੀ ਕਹਿੰਦੇ ਹੋ, ਕੀ ਤਜਵੀਜ਼ ਹੈ, ਕਿਤਨੀਆਂ तजवीज है वे कि अगर नबी जिंदा है, सच्चा है और जिस्म समेत जिंदा है, ते कम से कम नबूवत खत्म नहीं हुई, राइट, क्योंकि नबी जिंदा है। ठीक है। और अगर नबी जिंदा है ते खत्म नबूवत दा खोखला दावा, नबी जिंदा है, सच्चा है, आज भी 5 नवंबर 2025 ਨੂੰ ਵੀ नबी जिंदा है, सच्चा है, मौजूद है। पाकिस्तान, इंडिया, अमेरिका, कनाडा, जमीन, सूरज जिथे भी है। नहीं, इस तरह नहीं है, इस तरह नहीं है। इन्हों अगर सही तरह रसूल अकरम सल्लल्लाहु अलैहि वसल्लम तो बाद हाँ उन्होंने ये तुसी कहो फरमा गए ये आदि ला नबी आबादी, अना खातमुन नबीयीन ला नबी आबादी। अच्छा, हुण पूछा जाता है कि इसकी
ਕਿਸ ਦੌਰ ਦੇ ਵਿੱਚ ਆ ਜ਼ਿੰਦਾ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਤੋਂ ਪਹਿਲੇ ਜ਼ਿੰਦਾ ਵਾਂ, ਉਹਨਾਂ ਦੇ ਦੌਰ 'ਚ ਜ਼ਿੰਦਾ, ਜਾਂ ਉਹਨਾਂ ਦੇ ਬਾਅਦ ਦੇ ਦੌਰ 'ਚ ਜ਼ਿੰਦਾ? ਤੇ ਜਵਾਬ ਦੇ ਮਿਲਦਾ ਬਾਅਦ ਦੇ ਦੌਰ 'ਚ, ਯਾਨੀ ਬਾਅਦ ਆ ਚੁੱਕਿਆ ਹੈ। ਤੇ ਲਾ ਨਬੀ ਆਬਾਦੀ ਬਾਅਦ ਵਿੱਚ ਤੇ ਕੋਈ ਨਬੀ ਨਹੀਂ। ਲੇਕਿਨ ਅਗਰ ਬਨੀ ਇਸਰਾਈਲ ਦਾ, ਯਹੂਦੀਆਂ ਦਾ, ਹਿੰਦੂਆਂ ਦਾ ਕੋਈ ਵੀ ਨਬੀ ਜ਼ਿੰਦਾ ਹੈ, ਇਹਦਾ ਮਤਲਬ ਹੈ ਕਿ ਨਬੂਵਤ ਖਤਮ ਨਹੀਂ ਹੋਈ ਹਾਲੀ ਕੁਝ ਸਾਹ ਬਾਕੀ। ਫਿਰ ਉਹ ਤੁਸੀਂ ਪ੍ਰਾਈਵੇਟ ਹੀ ਗੱਲਾਂ ਕਰੀ ਜਾ ਰਹੇ ਹੋ। ਕਿਸੇ ਦੇ ਜ਼ਿੰਦਾ ਹੋਣ ਨਾਲ ਜਾਂ ਫੌਤ ਹੋਣ ਨਾਲ ਕੀ ਫਰਕ ਪੈਂਦਾ? ਲਾ ਨਬੀ ਆਬਾਦੀ ਦਾ ਜ਼ਿੰਦਗੀ ਤੇ ਵਫਾਤ ਆਉਣ ਨਾਲ ਜਾਂ ਜਾਣ ਨਾਲ ਕੀ ਫਰਕ ਪੈਂਦਾ? ਨਹੀਂ, ਜੇ ਉਹਦੇ ਜ਼ਿੰਦਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਉਹਦੇ ਆਉਣ ਨਾਲ ਤੇ ਜਾਣ ਨਾਲ ਜਾਂ ਖੜੇ ਹੋਣ ਨਾਲ, ਬੈਠਣ ਨਾਲ, ਸੁੱਤੇ ਹੋਣ ਨਾਲ ਉਹ ਕੀ ਫਰਕ ਪੈਂਦਾ? ਫਰਕ ਪਾਉਂਦਾ ਕਿਵੇਂ? ਪਰ ਉਹ ਮੈਂ ਦੱਸਣਾ ਕਿਸ ਤਰ੍ਹਾਂ ਪੈਂਦਾ। ਅਗਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਅਦ ਕੋਈ ਨਬੀ ਅੱਲਾ ਔਰ ਰਸੂਲullah ਜ਼ਮੀਨ ਤੇ ਆ ਜਾਂਦਾ ਹੈ ਤੇ ਫਿਰ ਜਾਂ ਖਤਮ ਨਬੂਵਤ ਨਹੀਂ ਤੇ ਜਾਂ ਉਹ ਨਬੀ ਅੱਲਾ ਰਸੂਲullah ਨਹੀਂ। ਦੋ ਚੀਜ਼ਾਂ ਨਹੀਂ ਹੋ ਸਕਦੀਆਂ। ਅੱਛਾ, ਜ਼ਮੀਨ ਦੇ ਆਣ ਦਾ ਅਜ਼ਰਾ ਸ਼ਫਕਤ ਚੀਮਾ ਤੁਸੀਂ ਇਜ਼ਾਫਾ ਕੀਤਾ। ਅਗਰ ਕੋਈ ਆ ਕੇ ਤੇ ਪਤਾ ਹਵਾ ਦੇ ਵਿੱਚ ਮੁਅੱਲਕ ਰਹਿੰਦਾ, ਪੈਰਾਸ਼ੂਟ ਲੈ ਕੇ ਤੇ ਚੱਲਦਾ ਰਹਿੰਦਾ, ਜ਼ਮੀਨ ਤੇ ਪੈਰ ਨਹੀਂ ਲੱਗਣ ਦਿੰਦਾ, ਉਹ ਠੀਕ ਹੈ? ਨਹੀਂ ਖੈਰ, ਜੋ ਜ਼ਮੀਨ ਨੂੰ ਵੀ ਛੱਡ ਦਿਓ, ਅਗਰ ਉਹਨਾਂ ਦੇ ਬਾਅਦ ਆ ਜਾਂਦਾ, ਜ਼ਮੀਨ ਨੂੰ ਕੱਢ ਦੇ ਵਿੱਚੋਂ, ਲਫ਼ਜ਼ ਚੰਗਾ ਨਹੀਂ ਲੱਗਾ ਤੇ ਕੱਢ ਦੇ। ਉਹਨਾਂ ਦੇ ਬਾਅਦ ਮੌਜੂਦ ਹੈ, ਇਹ ਰੱਖ ਲਓ। ਉਹਨਾਂ ਦੇ ਬਾਅਦ ਆ ਜਾਂਦਾ, ਆਣ ਜਾਂ ਆਣੀਆਂ ਜਾਣੀਆਂ ਛੱਡ ਦਿਓ ਨਾ, ਉਹ ਤਾਂ ਜ਼ਾਇਦ ਹੈ। अगर मौजूद है, नबी सच्चा है, सुच्चा है, खरा है, जिंदा है, जिस्म समेत, रसूल करीम सल्लल्लाहु अलैहि वसल्लम तो बाद नबूवत खत्म होगी ना तो ओदा जनाजा पढ़ सटो। ये फालतू ने ना गल्लां ਟੋਨੀ ਸਾਹਿਬ ਤੁਹਾਨੂੰ ਸਮਝ ਨਹੀਂ ਆ ਰਹੀ ਹੁਸੈਨੀ ਸਾਹਿਬ ਦੀ। ਅਗਰ ਉਹ ਜ਼ਿੰਦਾ ਨੇ, ਅਸੀਂ ਮੰਨ ਲੈਂਦੇ ਆਸਮਾਨ ਤੇ ਜ਼ਿੰਦਾ ਨੇ, ਉਹਨਾਂ ਦੇ ਆਉਣ ਦਾ ਕਿਤੇ ਜ਼ਿਕਰ ਨਹੀਂ ਨਾ ਹੈਗਾ। ਅਸਲ ਗੱਲ ਤੇ ਹੈ ਹਾਂ, ਜ਼ਿੰਦਾ ਤੇ ਉਹ ਮੌਜੂਦ ਨੇ। ਅਗਰ ਕੋਈ ਸਮਝ ਰਿਹਾ ਜ਼ਿੰਦਾ ਰਹਿਣ, ਜੋ ਮਰਜ਼ੀ ਕਰਦੇ ਰਹਿਣ, ਫੌਤ ਨੇ ਤਾਂ ਵੀ ਠੀਕ ਨੇ, ਜ਼ਿੰਦਾ ਨੇ ਤਾਂ ਵੀ, ਸਾਨੂੰ ਉਹਦੇ ਨਾਲ ਲਾ ਨਬੀ ਆਬਾਦੀ ਦੇ ਉੱਤੇ ਅਸਰ ਅੰਦਾਜ਼ ਨਹੀਂ ਹੁੰਦਾ। ਲਾ ਨਬੀ ਆਬਾਦੀ ਤੇ ਉਸ ਵਕਤ ਅਸਰ ਅੰਦਾਜ਼ ਹੁੰਦਾ ਹੈ ਜਿਸ ਵਕਤ ਨਬੀ ਅੱਲਾ ਤੇ ਰਸੂਲullah ਦੇ ਬਾਅਦ ਆ ਜਾਏ ਤੇ ਲਾਮਾ ਲਾਓ ਦੇ ਕਾਇਨਾਤ ਦੇ ਵਿੱਚ ਜਿੱਥੇ ਮਰਜ਼ੀ ਆ ਜਾਏ, ਗੱਲ ਇੱਕੋ ਹੈ। ਤਾਂ ਹੀ ਮੈਂ ਇਹ ਲਫ਼ਜ਼ ਜ਼ਮੀਨ ਕਿਹਾ ਆ ਤੇ ਤੁਸੀਂ ਉਹਦੇ ਤੇ ਨਾਰਾਜ਼ ਹੋਏ ਹੋ। ਅਸੀਂ ਅਸਲ 'ਚ ਜਦੋਂ ਕਹਿੰਦੇ ਆ ਜਾਏ ਤਾਂ ਉਹਦੇ ਤੋਂ ਮੁਰਾਦ ਇਹ ਹੁੰਦਾ ਹੈ ਅਸੀਂ ਇੱਕ ਲੰਬੇ ਅਰਸੇ ਤੋਂ ਜ਼ਮੀਨ ਤੇ ਰਹਿ ਰਹੇ ਹਾਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵੀ ਜ਼ਮੀਨ ਤੇ ਹੀ ਆਏ, ਜਿਤਨੇ ਅੰਬੀਆ ਆਏ ਨੇ ਉਹ ਵੀ ਸਾਰੇ ਜ਼ਮੀਨ ਤੇ ਹੀ ਆਏ ਨੇ। ਅਗਰ ਉਹ ਜ਼ਮੀਨ ਤੇ ਨਾ ਆਉਂਦੇ, ਕਿਸੇ ਹੋਰ ਜਗ੍ਹਾ ਰਹਿੰਦੇ, ਤਾਂ ਸਾਡਾ ਕੋਈ ਵਾਸਤਾ ਨਹੀਂ ਹੈ। ਅਸੀਂ ਜਿਤਨਾ ਜ਼ਮੀਨ ਫੀਆ ਤਹਿਯੂਨਾ ਵ ਫੀਆ ਤਮੂਤੂਨਾ ਵ ਮਿਨਹਾ ਤੁਖਰਜੂਨ, ਅਸੀਂ ਇਸ ਜ਼ਮੀਨ ਦੇ ਨਿਜ਼ਾਮ ਦਾ ਹਿੱਸਾ। ਇਸ ਮਦਾਰ ਵਿੱਚ ਜਦੋਂ ਕੋਈ ਦਾਖਲ ਹੋ ਜਾਏਗਾ ਬਤੌਰ ਨਬੀ ਅੱਲਾ ਔਰ ਰਸੂਲullah ਭਾਈ, ਅੱਜ ਦੁਨੀਆ ਹੁਣ ਕੱਲ ਜ਼ਰਾ ਥੋੜੀ ਜਿਹੀ ਗੱਲ ਸੁਣ ਲਓ ਜੀ। ਹੁਣ ਚਾਈਨਾ, ਅਮਰੀਕਾ, ਰੂਸ ਇਸ ਸਪੇਸ ਦੇ ਵਿੱਚ ਵੀ ਆਪਣਾ ਠਿਕਾਣੇ ਬਣਾਏ ਹੋਏ ਨੇ। ਹਾਂਜੀ, ਰਾਈਟ, ਸਪੇਸ ਦੇ ਵਿੱਚ ਵੀ ਆਪਣੇ ਸਟੇਸ਼ਨ ਬਣਾਏ ਹੋਏ ਨੇ। ਆਹੋ, ਰਾਈਟ, ਉਹਦੇ ਵਿੱਚ ਇਨਸਾਨ ਜ਼ਿੰਦਾ ਰਹਿੰਦੇ ਨੇ, ਉਹਨਾਂ ਨੂੰ ਸਪਲਾਈ ਵੀ ਪਹੁੰਚਾ ਦਿੱਤੀ ਜਾਂਦੀ। ਮਤਲਬ ਅਗਰ ਕੋਈ ਨਬੀ ਆ ਕੇ ਆਪਣਾ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਹੈ ਕਿਸੇ ਸਪੇਸ ਸਟੇਸ਼ਨ 'ਚ ਕਰ ਲਵੇ ਤੇ ਉਹ ਕਾਬਲੇ ਇਤਰਾਜ਼ ਨਹੀਂ, ਉੱਥੇ ਇੰਸਟਰਕਸ਼ਨ ਭੇਜਦਾ ਰਹੇ, ਉਹ ਜਾਇਜ਼ ਹੈ। ਅਵਲ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹਦਾ ਵੀ ਮਸਲਾ ਹੱਲ ਕਰ ਲੈਂਦੇ, ਕੋਈ ਐਸੀ ਗੱਲ ਨਹੀਂ। ਅਗਰ ਉਹ ਕਿਸੇ ਐਸੀ ਜਗ੍ਹਾ ਤੇ ਆ ਕੇ ਰਹਿਣ, ਜ਼ਮੀਨ ਦੇ ਮਾਹੌਲ ਦੇ ਕਿਸੇ ਬਾਰਡਰ ਦੇ ਉੱਤੇ, ਜਿੱਥੋਂ ਜ਼ਮੀਨ ਦੇ ਉੱਤੇ ਚੱਲਣਾ ਫਿਰਨਾ, ਲੋਕਾਂ ਨਾਲ ਮੁਖਾਤਬ ਹੋਣਾ ਜਾਂ ਲੋਕਾਂ ਦਾ ਦੇਖਣਾ ਜਾਂ ਉਹਨਾਂ ਦੇ ਇਲਮ ਵਿੱਚ ਆਉਣਾ ਮੁਮਕਿਨ ਨਾ ਹੋਵੇ ਤੇ ਫਿਰ ਉਹ ਨਾ ਆਉਣ ਦੇ ਬਰਾਬਰ ਹੈ ਨਾ। ਜਿਸ ਵਕਤ ਉਹ ਲੋਕਾਂ ਦੇ ਸਾਹਮਣੇ, ਜਿਹੜੇ ਲੋਕ ਆਨਾ ਖਾਤਮ ਨਬੀਨ ਲਾ ਨਬੀਆ ਪੜ੍ਹਦੇ ਨੇ ਰੋਜ਼ ਜਲਸਿਆਂ ਦੇ ਵਿੱਚ, ਉੱਥੇ ਅਗਰ ਟੁਰਦੇ ਫਿਰਦੇ ਉਹਨਾਂ ਨੂੰ ਪਤਾ ਲੱਗੇ ਬਈ ਉਹ ਲੈਲਪੁਰ ਵਿੱਚ ਆਏ ਨੇ ਤੇ ਫਿਰ ਉਹ ਇਫੈਕਟ ਕਰੇਗਾ। ਇਹ ਹੈ ਗੱਲ। ਮਤਲਬ ਅਗਰ ਕੋਈ ਇਹ ਕਹਿੰਦਾ ਹੈ ਕਿ ਮੈਨੂੰ ਖਿਜ਼ਰ ਅਲੈਹਿਸਲਾਮ ਨਜ਼ਰ ਆਏ ਤੇ ਖਿਜ਼ਰ ਆ ਗਏ, ਮਤਲਬ ਇਹ ਹੈ ਕਿ ਖਿਜ਼ਰ ਅਲੈਹਿਸਲਾਮ ਗੱਲ ਸੁਣ ਲਓ ਨਾ, ਫਿਰ ਅਜਕ ਜਾਓ ਥੋੜੀ ਦੇਰ, ਉਹਨਾਂ ਨੂੰ ਉੱਥੇ ਹੀ ਖਿਜ਼ਰ ਅਲੈਹਿਸਲਾਮ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ, ਜਾਂ ਜਿੱਥੇ ਬੈਤੁਲ ਮਕਦਸ ਵਿੱਚ ਹਜ਼ਰਤ ਇਲਿਆਸ ਅਲੈਹਿਸਲਾਮ ਰੋਜ਼ੇ ਰੱਖਦੇ ਪਏ ਉਹਨਾਂ ਦੀ ਇਫਤਾਰੀ ਕਰਾਉਂਦੇ ਹੀ ਉਹਨਾਂ ਨਾਲ ਗ੍ਰਿਫਤਾਰ ਕਰ ਲੈਣਾ ਚਾਹੀਦਾ। ਇਹ ਜਿਹੜਾ ਮਸਲਾ ਇਹਨੂੰ ਵੀ ਹੱਲ ਕਰਨ, ਜੋ ਤੁਹਾਡੀ ਉਲਝਣ ਹੈ ਉਹਨੂੰ ਮੈਂ ਠੀਕ ਕਰਨਾ ਨਾ।
ਕਹਿੰਦੇ ਨੇ ਤੁਸੀਂ ਕਰਨੀ ਹੈ ਕਿ ਉਹਨਾਂ ਨੇ ਕਰਨੀ, ਜਿਹੜੇ ਹਜ਼ਰਤ ਈਸਾ ਨੂੰ ਜ਼ਿੰਦਾ ਆਸਮਾਨ ਤੇ ਜ਼ਿੰਦਾ ਨਹੀਂ ਕੋਈ ਵੀ ਕਰ ਸਕਦਾ। ਅੱਛਾ, ਉਹਨਾਂ ਦੀ ਵਕਾਲਤ ਤੁਹਾਨੂੰ ਕਿਉਂ ਜ਼ਰੂਰੀ ਹੈ, ਲਾਜ਼ਮ ਹੋ ਗਈ ਹੈ ਕਿ ਚਲੋ ਵਕਾਲਤ ਮੁਆਨਦੀਨ ਅਹਿਮਦੀਅਤ ਇਸਲਾਮ ਅਹਿਮਦੀਅਤ ਤੁਸੀਂ ਕਰਨੀ ਕਿ ਅਜਕ ਜਾਓ, ਤੁਸੀਂ ਨਿਊਟਰਲ ਰਹੋ ਤੇ ਤੁਹਾਡੀ ਮਿਹਰਬਾਨੀ, ਨਹੀਂ ਤੇ ਤੁਸੀਂ ਵੀ ਰਗੜੇ ਜਾਓਗੇ ਤੇ ਫਾਇਦਾ ਕੋਈ ਨਹੀਂ। ਠੀਕ ਹੈ, ਨਹੀਂ ਮੈਂ ਨਹੀਂ ਰਗੜਾ ਕਰਨਾ ਚਾਹੁੰਦਾ। ਟੋਨੀ ਸਾਹਿਬ, ਜੇ ਉਹ ਆਸਮਾਨ ਤੇ ਜ਼ਿੰਦਾ ਨੇ ਤੇ ਤੁਹਾਨੂੰ ਕੀ ਪ੍ਰੋਬਲਮ ਹੈ? ਰਹਿਣ ਦਿਓ ਉਹਨਾਂ ਨੂੰ ਜ਼ਿੰਦਾ। ਬਿਲਕੁਲ, ਉਹ ਅਗਰ ਜ਼ਿੰਦਾ ਨੇ ਹਾਂ ਤੇ ਫਿਰ ਖਤਮੇ ਨਬੂਵਤ ਦਾ ਜਿਹੜਾ ਜਨਾਜ਼ਾ ਪੜ੍ਹ ਲੈਣੇ। ਮੈਂ ਤਾਂ ਖਤਮ ਨਬੂਵਤ ਨੂੰ ਕੀ ਫਰਕ ਪਏਗਾ ਅਗਰ ਉਹ ਆਸਮਾਨ ਤੇ ਜ਼ਿੰਦਾ ਹੈ? ਖਤਮ ਨਬੂਵਤ ਨੂੰ ਕੀ ਫਰਕ ਕਿਉਂਕਿ ਫਰਮਾ ਗਏ ਯਾਦੀ ਲਾ ਨਬੀ ਆਬਾਦੀ, हाँ, और रसूल सल्लल्लाहु अलैहि बाद आ ला गए। नबी आबादी का मतलब है कि हजरत मोहम्मद सल्लल्लाहु अलैहि वसल्लम बाद कोई नबी आ नहीं सकता, लेकिन अगर कोई आसमान ते जिंदा है ਉਹਦੇ ਨਾਲ ਖਤਮ ਨਬੂਵਤ ਤੇ ਕੀ ਫਰਕ ਪਏਗਾ? ਨਹੀਂ ਤੇ ਜ਼ਮੀਨ ਤੇ ਜਿਹੜੇ ਲੱਗੇ ਫਿਰਦੇ ਨੇ ਉਹ ਦੋ ਅਦਦ ਅੰਬੀਆ ਤੇ ਜ਼ਮੀਨ ਤੇ ਲੱਗੇ ਫਿਰਦੇ ਨੇ। ਕਿੱਥੇ ਨੇ ਉਹ ਦੱਸੋ ਨਾ, ਕਿੱਥੇ ਨੇ? ਉਹ ਕਿੱਥੇ ਨੇ? ਨਾ ਕਿ ਇਲਿਆਸ ਅਲੈਹਿਸਲਾਮ ਬੈਤੁਲ ਮਕਦਸ ਚ ਰੋਜ਼ੇ ਰੱਖਦੇ ਨੇ ਤੇ ਉਹ ਕਿੱਥੇ ਨੇ? ਕਦੇ ਦੇਖੇ ਤੁਸੀਂ ਜਾ ਕੇ? ਉਹ ਸਾਈਡ ਤੇ ਵੇਖੋ ਨਾ, ਉਹ ਦੇਖੇ ਤੁਸੀਂ ਜਾ ਕੇ? ਵੀਡੀਓ ਬਣਾ ਕੇ ਲਿਆਓ, ਫਿਰ ਉਹਨਾਂ ਦੀ ਵੀਡੀਓ ਬਣਾ ਕੇ ਲਿਆਓ। ਇਹ ਤੇ ਜਿਹੜੇ ਦਾਵਾ ਕਰਦੇ ਅਕੀਦੇ ਰੱਖਦੇ ਨੇ ਉਹਨਾਂ ਕੋਲ ਪੁੱਛੋ। ਉਹ ਬਈ ਉਹਨਾਂ ਦੀ ਅਕੀਦੇ ਤੇ ਲੋਕੀ ਬਹੁਤ ਕੁਝ ਰੱਖਦੇ ਨੇ, ਅਸਲ ਗੱਲ ਹੈ ਕਿ ਮੌਜੂਦ ਤਾਂ ਨਹੀਂ ਹੈ ਨਾ भाई। असूली तौर पे गल हो रही है कि अगर हजरत खजर अलैहिस्सलाम जिहड़े ने वो जिंदा ने, सच्चे ने, नबी ने या वली ਕੋਈ ਨਹੀਂ ਜਿੰਦਾ, ਕੋਈ ਨਹੀਂ ਜਿੰਦਾ। ਆਸਮਾਨ ਤੇ ਜਿੰਦਾ ਹੋਣਗੇ, ਜ਼ਮੀਨ ਇੱਥੇ ਤੇ ਕੋਈ ਨਹੀਂ ਜਿੰਦਾ। ਨਾ ਨਬੀ ਕਦੀ ਆਉਂਦੇ ਨੇ, ਨਾ ਕਦੀ ਆ ਕੇ ਕਹਿੰਦੇ ਨੇ ਕਿ ਮੈਂ ਆ ਗਿਆ। ਇਹ ਇਸਲਾਹ ਪਸੰਦ ਦਾ ਨਜ਼ਰੀਆ ਹੋ ਸਕਦਾ ਹੈ, ਜਮਾਤ ਅਹਿਮਦੀਆ ਦਾ ਨਜ਼ਰੀਆ ਹੋ ਸਕਦਾ ਹੈ, ਇਹ ਸਵਾਦ ਆਜ਼ਮ ਦਾ, ਸੁन्नत वल जमात ਦਾ ਕੋਈ ਨਹੀਂ। ਇਹ ਚਾਰ ਨਬੀ ਤੇ ਜਿੰਦਾ नहीं है। आमिर नजीर साहब नहीं मानते कि हजरत इलियास हजरत किधर जिंदा? ਆਮਦ ਨਜ਼ੀਰ ਸਾਹਿਬ ਦੀ ਤੇ ਮਜਬੂਰੀਆਂ ਨਾ ਤੇ ਪਿੱਛ ਦੇ ਇਸ ਪਾਸੇ ਵੀ ਖੇਡਣਾ, ਉਸ ਪਾਸੇ ਵੀ ਖੇਡਣਾ। ਇਹਨਾਂ ਵਾਸਤੇ ਮਜਬੂਰੀ ਕੀ ਹੈ ਉਹਨਾਂ ਦਾ? ਉਹ ਮਤਲਬ ਹਾਥ ਜਿਹੜੀਆਂ ਨੇ ਉਹ ਮਜਬੂਰੀ ਉਹਨਾਂ ਨੂੰ ਕੀ? ਉਹ ਡਰਦੇ ਨੇ ਤੁਹਾਡੇ ਕੋਲੋਂ? ਉਹਨਾਂ ਨੂੰ ਕੀ ਮਜਬੂਰੀ ਹੈ? ਉਹਨਾਂ ਨੂੰ ਕੀ ਮਜਬੂਰੀ ਡਰਦੇ? ਉਹ ਆਪਣੇ ਅਕਾਇਦ ਤੋਂ ਡਰਦੇ ਨੇ, ਉਹਦਾ ਨਾਂ ਨਹੀਂ ਲੈ ਸਕਦੇ ਨਾ। ਜੇ ਤੁਸੀਂ ਗਿੱਲਾ ਉਹ ਗਿੱਲੀਆਂ ਹੋ ਗਈਆਂ ਨਾ ਕੁਝ ਚੀਜ਼ਾਂ। ਨਜ਼ੀਰ ਸਾਹਿਬ ਕੋਲੋਂ ਪੁੱਛ ਲਓ। ਮੈਂ ਤਾਂ ਹੀ ਪੈਣਾ ਵੀ ਜੇ ਤੁਸੀਂ ਕਹਿ ਰਹੀ ਤਜੱਲੀ ਚੱਲ ਸਕਦੇ ਹੋ ਤੇ ਜ਼ਰੂਰ ਇੱਧਰ ਹੀ ਰੋਖੇ ਤੁਹਾਡਾ, ਤੇ ਹਿੰਮਤ ਕਰੋ ਤੇ ਲੱਤਾਂ ਤੇ ਭਾਰ ਪਾਓ। ਮੈਂ ਤੁਹਾਨੂੰ ਅੱਗੇ ਗੱਲ ਪੁੱਛੀ ਏ ਬਈ, ਮੈਂ ਈਸਾ ਅਲੈਹਿਸਲਾਮ ਦਾ ਆਣਾ ਮੰਨਾ ਤੇ ਜਨਾਜ਼ਾ ਪੜ੍ਹਨਾ ਪੈਂਦਾ ਜਾਂ ਖਤਮੇ ਨਬੂਵਤ ਹੈ ਤੇ ਜਾਂ ਈਸਾ ਅਲੈਹਿਸਲਾਮ ਦਾ। ਤੇ ਜੇ ਮਿਰਜ਼ਾ ਸਾਹਿਬ ਈਸਾ ਅਲੈਹਿਸਲਾਮ ਦਾ ਆਉਣਾ ਮੰਨਣ ਤੇ ਫਿਰ ਨਹੀਂ ਜਨਾਜ਼ਾ ਪੜ੍ਹਨਾ ਪੈਂਦਾ? ਬਿਲਕੁਲ, ਅਗਰ ਉਹ ਜਿਸਮਾਨੀ ਤੌਰ ਤੇ ਸਮਝਦੇ ਨੇ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਫਿਰ ਜਨਾਜ਼ਾ ਪੜ੍ਹ ਲਓ। ਤੇ ਹੁਣ ਤੁਸੀਂ ਦੱਸੋ ਕਿ ਅੱਜ 5 ਨਵੰਬਰ 2025 ਨੂੰ ਜਿਹੜਾ ਜਿਸਮਾਨੀ ਤੌਰ ਤੇ, ਅੱਛਾ ਹੁਣ ਗੱਲ ਹੀ ਸੁਣਨੀ ਹੈ ਨਾ। ਮੈਂ 5 ਨਵੰਬਰ 2025 ਨੂੰ ਆਮਰ ਨਜ਼ੀਰ ਸਾਹਿਬ ਕਿਸੇ ਨਬੀ ਨੂੰ ਜ਼ਿੰਦਾ ਸੱਚਾ ਸਮਝਦੇ ਨੇ ਕਿ ਨਹੀਂ ਸਮਝਦੇ? ਮੈਂ ਕਿਹਾ ਵੀ ਇਹ ਜਿਹੜੇ ਇੱਕੋ ਦਮ ਉੱਤੇ ਧਾਰ ਕੇ ਪੰਚਰ ਤੇ ਨੱਸਣ ਲੱਗੇ ਹੋ, ਇੰਜ ਲੋਕੀ ਨੱਸਣ ਦਿੰਦੇ ਨੇ? ਓਏ ਮਿਰਜ਼ਾ ਸਾਹਿਬ ਜੇ ਜਿਸਮਾਨੀ ਤੌਰ ਤੇ ਮੰਨਦੇ ਨੇ ਤੇ ਰੂਹਾਨੀ ਤੌਰ ਤੇ ਮੰਨਦੇ ਨੇ। ਮਿਰਜ਼ਾ ਸਾਹਿਬ ਈਸਾ ਅਲੈਹਿਸਲਾਮ ਦਾ ਆਣਾ ਮੰਨਣ ਤੇ ਜਨਾਜ਼ਾ ਪੜ੍ਹਨਾ ਚਾਹੀਦਾ, ਦੋਵਾਂ ਚੋਂ ਇੱਕ ਜਨਾਜ਼ਾ ਕਿ ਨਹੀਂ ਪੜ੍ਹਨਾ ਚਾਹੀਦਾ? ਇਹ ਜਵਾਬ ਦਿਓ। ਮੈਂ ਨਹੀਂ ਸਮਝਦਾ ਕਿ ਈਸਾ ਅਲੈਹਿਸਲਾਮ ਜ਼ਿੰਦਾ ਨੇ, ਸੱਚੇ ਨੇ, ਨਬੀ ਨੇ, ਮਤਲਬ ਵਜੂਦ ਨੇ ਜ਼ਿੰਦਾ ਜਿਸਮ ਦੇ ਤੌਰ ਤੇ। ਇਹ ਤੇ ਮੇਰਾ ਸਵਾਲ ਹੀ ਨਹੀਂ ਹੈ। ਜਿਹੜਾ ਮੇਰਾ ਸਵਾਲ ਹੈ ਉਹਦਾ ਕਿਉਂ ਨਹੀਂ ਜਵਾਬ ਦਿੰਦੇ? ਕਿਹੜਾ ਜਵਾਬ? ਤੁਸੀਂ ਆਸਾਨ ਜਿਹਾ ਜਵਾਬ ਹੈ। ਅੱਜ 5 ਨਵੰਬਰ 2025 ਨੂੰ ਤੁਸੀਂ ਕਿਸੇ ਨੂੰ ਨਬੀ ਸੱਚਾ ਜਿਸਮ ਸਮੇਤ ਜ਼ਿੰਦਾ ਸਮਝਦੇ ਹੋ ਕਿ ਨਹੀਂ? ਇਹ ਤੇ ਮੇਰਾ ਸਵਾਲ ਨਹੀਂ ਹੈ ਮੁਹਤਰਮ। ਨਹੀਂ, ਮੇਰਾ ਸਵਾਲ ਜਿਹੜੀ ਮੈਂ ਗੱਲ ਕਰਨਾ ਮੈਂ ਵੀ ਗੱਲ ਕੀਤੀ। ਮੈਂ ਕਿਹੜਾ ਕੋਈ ਪਤਾ ਕੰਨਾਂ ਥੱਲੇ ਕੋਈ ਗੁਸਤਾਖੀ ਕੀਤੀ? ਤੁਸੀਂ ਜਿਹੜੀ ਗੱਲ ਮੈਂ ਕਰਨਾ ਉਹ ਕਿਉਂ ਨਹੀਂ ਕਰਦੇ ਆ? ਕਿਹੜੇ? ਉਸ ਤੋਂ ਬਾਅਦ ਤੁਸੀਂ ਵਾਅਦਾ ਕਰੋ ਸਾਰਿਆਂ ਦੇ ਸਾਹਮਣੇ ਕਿ ਤੁਸੀਂ ਜਵਾਬ ਦਿਓਗੇ ਹਾਂ ਨਾ। ਹਾਂ ਬਿਲਕੁਲ ਬਿਲਕੁਲ। ਜਿਹੜਾ ਮਤਲਬ ਜੇ ਇਹ ਮੈਂ ਜਵਾਬ ਦੇ ਦਾਂਗਾ, ਉਸ ਤੋਂ ਬਾਅਦ ਤੁਸੀਂ ਇਹਦਾ ਜਵਾਬ ਦੇਣਾ ਕਿ ਅੱਜ 5 ਨਵੰਬਰ 2025 ਨੂੰ ਸਾਡੇ ਦੋ ਚੋਂ ਕਿਹੜਾ ਜਿਹੜਾ ਨਬੀ ਬੰਦਾ ਹੈ ਕਿ ਨਹੀਂ ਮੰਨਦਾ? ਠੀਕ ਹੈ, ਉਹਦਾ ਜਵਾਬ ਦੇਣਾ। ਪੁੱਛੋ ਸਵਾਲ, ਕਿਹੜਾ ਸਵਾਲ ਹੈ ਮੇਰੇ ਕੋਲ? ਪੁੱਛੋ। ਮੈਂ ਇੰਨਾ ਪੁੱਛਿਆ ਵੀ ਜੇ ਆਮਰ ਨਜ਼ੀਰ 2025 ਚ ਈਸਾ ਅਲੈਹਿਸਲਾਮ ਦਾ ਆਉਣਾ ਮੰਨੇ ਤੇ ਤੁਸੀਂ ਆਂਦੇ ਹੋ ਵੀ ਦੋਵਾਂ ਚ ਇੱਕ ਦਾ ਜਨਾਜ਼ਾ ਪੜ੍ਹਨਾ ਪੈਣਾ ਹੈ ਜਾਂ? ਮੇਰਾ ਸਵਾਲ ਫਿਰ ਸੁਣ ਲਓ। ਅੱਜ 5 ਨਵੰਬਰ 2025 ਨੂੰ ਆਮਰ ਨਜ਼ੀਰ ਕਿਸੇ ਨੂੰ ਸੱਚਾ ਜ਼ਿੰਦਾ ਨਬੀ ਮੰਨਦੇ ਨੇ ਕਿ ਨਹੀਂ ਮੰਨਦੇ? ਮੇਰਾ ਇਹ ਸਵਾਲ ਹੈ। ਆਸਮਾਨ ਤੇ ਨੇ, ਜ਼ਮੀਨ ਤੇ ਨੇ, ਚੰਦ ਤੇ ਨੇ, ਕੈਨੇਡਾ, ਅਮਰੀਕਾ, ਇੰਡੀਆ, ਇਹ ਮੈਂ ਨਹੀਂ ਪੁੱਛਿਆ। ਕਾਇਨਾਤ ਕਿਸੇ ਪਾਸੇ ਵੀ ਇਸ ਜਿਸਮ ਸਮੇਤ
ਜ਼ਿੰਦਾ ਸੱਚਾ ਨਬੀ ਮੰਨਦੇ ਹੋ? ਇੱਕ ਸਾਡੇ ਜੋ ਇੱਕ ਬੰਦਾ ਜਿਹੜਾ ਉਹ ਮੰਨਦਾ, ਇੱਕ ਨਹੀਂ ਮੰਨਦਾ। ਜਿਸਮ ਸਮੇਤ ਤੇ ਰੂਹ ਸਮੇਤ ਤੇ ਕੱਪੜਿਆਂ ਸਮੇਤ ਤੇ ਜੁੱਤੀਆਂ ਸਮੇਤ ਤੇ ਪੱਗ ਸਮੇਤ, ਇਹ ਤੇ ਗੱਲ ਹੀ ਨਹੀਂ ਹੋ ਰਹੀ ਹੈ। ਗੱਲ ਇਹ ਹੋ ਰਹੀ ਹੈ ਕਿ ਇਸ ਗੱਲ ਹੋ ਰਹੀ ਹੈ ਭਾਈ ਸਾਹਿਬ, ਇਹ ਤਾਂ ਗੱਲ ਪਈ ਹੁੰਦੀ ਹੈ। ਮੈਂ ਇਹੀ ਪਿਆ ਧਿਆਨ, ਤੁਸੀਂ ਆਦਿਓ ਗੱਲ ਕੋਈ ਨਹੀਂ ਹੁੰਦੀ। ਮੈਂ ਬਾਰ-ਬਾਰ ਆਖਦਾ ਜਿਸਮ ਸਮੇਤ, ਤੁਸੀਂ ਆਦਿਓ ਗੱਲ ਹੀ ਨਹੀਂ ਹੋ ਰਹੀ। ਤੁਸੀਂ ਨਹੀਂ ਗੱਲ ਕਰਦੀ, ਮੇਰੀ ਤੇ ਗੱਲ ਹੀ ਹੈ। ਇਹ ਇੰਨੇ ਲਫ਼ਜ਼ ਇੰਨੇ ਤਾਂ ਪੇ ਵਿੱਚ ਪਾਉਂਦੇ ਹੋ ਵੀ ਤਾਂ ਕਿ ਤੁਹਾਡੀ ਕੋਈ ਖਿੜਕੀ ਐਸੀ ਖੁੱਲੀ ਰਹੇ ਜਿੱਥੋਂ ਤੁਸੀਂ ਸਲਿੱਪ ਹੋ ਜਾਓ। ਅਸਲ ਗੱਲ ਹੈ ਕਿ ਮਿਰਜ਼ਾ ਸਾਹਿਬ ਖੁਦ ਕਹਿੰਦੇ ਨੇ ਸਾਰੇ ਨਬੀ ਆਸਮਾਨ ਤੇ ਜਿਸਮ ਸਮੇਤ ਜ਼ਿੰਦਾ ਨੇ ਜੀ, ਕਿਉਂਕਿ ਉਹ ਕਹਿੰਦੇ ਨੇ ਕਿ ਰੂਹ ਬਗੈਰ ਜਿਸਮ ਦੇ ਜ਼ਿੰਦਾ ਰਹਿ ਨਹੀਂ ਸਕਦੀ। ਇਹਦਾ ਮਤਲਬ ਉਹਨਾਂ ਨੂੰ ਇੱਕ ਹੋਰ ਜਿਸਮ ਦਿੱਤਾ ਗਿਆ ਹੈ ਜੇ ਜਿਸਮਾਨੀ ਤੌਰ ਤੇ ਜ਼ਿੰਦਾ ਹੋਏ ਨਾ, ਫਿਰ ਉਹ ਸਾਰੇ ਜਿਸਮ ਸਮੇਤ ਉਹ ਜ਼ਿੰਦਾ ਵੀ ਨਹੀਂ ਤੇ ਈਸਾ अलैहिस्सलाम ਫਿਰ ਨਾਜ਼ਿਲ ਵੀ ਹੋਣਾ ਹੈ। ਇਹ ਵੀ ਮਿਰਜ਼ਾ ਸਾਹਿਬ ਮੰਨਦੇ ਨੇ। ਔਰ ਹਜ਼ਰਤ ਮੂਸਾ ਤੇ ਹਰ ਸਾਲ ਆਉਂਦੇ ਨੇ 10,000 ਕਦੂਸੀ ਉਹਨਾਂ ਨੇ। ਇਹਨਾਂ ਨੇ ਡਰਾਮਾ ਸ਼ੁਰੂ ਕੀਤਾ ਹੈ, ਜਨਾਜ਼ਾ ਪੜ੍ਹ ਲਓ, ਜਨਾਜ਼ਾ ਪੜ੍ਹ ਲਓ। ਕਰੋ ਤੁਹਾਡਾ ਜਨਾਜ਼ਾ ਪੜ੍ਹੀਏ। ਹੋਏ ਹੋਏ ਹੋਏ, ਮੈਂ ਗੱਲ ਵੰਜਾ ਅੱਜ ਵੀ ਮੰਨ ਗਏ ਹੋ ਕਿ ਜਿਸਮ ਸਮੇਤ ਜ਼ਿੰਦਾ ਨਬੀ ਸੱਚਾ ਮਿਰਜ਼ਾ ਸਾਹਿਬ ਵੀ ਮੰਨਦੇ ਨੇ। ਖਤਮੇ ਨਬੂਵਤ ਦਾ ਤੇ ਜਨਾਜ਼ਾ ਪੜ ਗਿਆ ਨਾ, ਭਾਈ ਮਿਰਜ਼ਾ ਸਾਹਿਬ ਵੀ ਮੰਨਦੇ ਨੇ ਨਾ। ਖਤਮੇ ਨਬੂਵਤ ਦਾ ਤੇ ਜਨਾਜ਼ਾ ਪੜ ਸਟੋ ਜੇ ਈਸਾ ਨੂੰ ਜ਼ਿੰਦਾ ਰੱਖਣੇ ਤੇ ਜੇ ਮਿਰਜ਼ਾ ਸਾਹਿਬ ਨੇ ਪੜਿਆ ਤਾਂ ਜਨਾਜ਼ਾ ਹੋਈ ਹੋਵੇ, ਸਫ ਬੰਦੀ ਹੋ ਚੁੱਕੀ ਹੈ, ਜਨਾਜ਼ਾ ਤਿਆਰ ਹੈ। ਇੱਕ ਦਾ ਜਨਾਜ਼ਾ ਪੜਨਾ ਹੈ, ਜਾਂ ਈਸਾ अलैहिस्सलाम ਦਾ ਜਾਂ ਖਤਮੇ ਨਬੂਵਤ ਦਾ। ਮੈਂ ਕਿਹਾ ਮਿਰਜ਼ਾ ਸਾਹਿਬ ਪੜ ਸੜਿਆ ਜਨਾਜ਼ਾ। बिल्कुल, और फरमाया या मैं मिर्जा साहब के अल्फाज सुना देना आदन या यो अल्लाज़ीना आमनू ला तकूलू बईसा इब्न मरियम हय्यन बल हुवा माता व उदखिला फी जन्नता लौ कान अल हय्युन मिन अल अहयाई लकाना सय्यदना व मौलाना मुहम्मद सल्लल्लाहु अलैहि वसल्लम खुलिकल मौत लि युस्बित ला हय्युन इल्लाहु खुलिकल इज्जा लि युस्बित ला कुव्वतुन इल्लाहु। मतलब वाज़े तौर पे कहता है इब्ने मरियम मर गया, दाखिले जन्नत हुआ वो मोहतरम, मारता है उसको फुरका सर बसर, उसके मर जाने की देता है खबर, वो नहीं बाहर रहा अमवात से, हो गया साबित की 30 आयात से। अली ईसा अलैहिस्सलाम मरे नहीं। ਸਿੱਧੀ ਗੱਲ ਜਿਹੜੀ ਪੁੱਛਣੇ ਪਿਆ ਨਾ ਉੱਥੇ ਹੀ ਰਵੋ। ਤੇ ਜਿਹੜੀ ਹੈ ਨਾ ਅੱਗੇ ਹੀ ਤੁਹਾਨੂੰ ਉਸੇ ਗੱਲ ਤੋਂ ਤੁਹਾਡੇ ਜਮਾਤ ਦੇ ਬੰਦੇ ਆ ਕੇ ਸਿੰਘਾਂ ਤੇ ਚੁੱਕ ਲੈਂਦੇ ਨੇ। ਸਿੱਧੀ ਗੱਲ ਨਹੀਂ ਤੁਸੀਂ ਕਦੀ ਸਿੱਧੀ ਗੱਲ ਨਹੀਂ, ਤੁਸੀਂ ਦਿਮਾਗ ਸਿੱਧਾ ਕਰ ਲਓ। ਮਿਰਜ਼ਾ ਸਾਹਿਬ ਇਸ ਗੱਲ ਤੋਂ ਬੜੇ ਨਾਰਾਜ਼ ਹੁੰਦੇ। ਖੁਸ਼ਕ ਟਾਕੀ ਦਾ ਨਾ ਉੱਤੇ ਪੋਚਾ ਸ਼ੋਚਾ ਲਵਾ ਲਓ ਤੁਸੀਂ, ਆਪਣੇ ਕੰਨਾਂ ਨੂੰ ਜਿਹੜੇ ਨਾ ਗਿੱਲਾਪਨ ਉਹ ਦੂਰ ਕਰ ਲਓ। ਤੁਸੀਂ ਅੱਜ ਹੀ ਤਸ਼ਰੀਹ ਕੀਤੀ ਕਿ ਗਿੱਲੇਪਨ ਤੋਂ ਮੁਰਾਦ ਦੋਗਲਾਪਨ ਔਰ ਮੁਨਾਫਕਤ ਲੈਂਦੇ ਹੋ, ਇੰਜ ਹੀ ਕਿਹਾ ਨਾ। ਤੇ ਆਪਣਾ ਦੋਗਲਾਪਨ ਔਰ ਜਿਹੜਾ ਨਾ ਮੁਨਾਫਕਾਨਾ ਜ਼ਿਹਨ ਉਹਨੂੰ ਸਾਫ਼ ਕਰ ਲਓ ਤੇ ਚੀਜ਼ਾਂ ਸਾਫ਼ ਸਮਝ ਆ ਜਾਣਗੀਆਂ। ਅਮਨ ਨਜ਼ੀਰ ਸਾਹਿਬ, ਜਿਹੜਾ ਬੰਦਾ ਸਿੱਧੀ ਰਾਹ ਇਖਤਿਆਰ ਨਾ ਕਰੇ ਉਹਦੇ ਤੇ ਮਿਰਜ਼ਾ ਸਾਹਿਬ ਬੜੇ ਨਾਰਾਜ਼ ਹੁੰਦੇ ਨੇ। ਤੁਸੀਂ ਸਿੱਧੀ ਗੱਲ ਨਹੀਂ ਕਰਦੇ ਆਪਣਾ ਟੋਨੀ ਸਾਹਿਬ। ਸਿੱਧੀ ਰਾਹ ਇਖਤਿਆਰ ਕਰਨੀ ਚਾਹੀਦੀ ਬੰਦੇ ਨੂੰ। ਮੈਂ ਤੁਹਾਨੂੰ ਪੁੱਛਿਆ, ਇੱਕ ਮਿੰਟ ਹੋਰ ਰੁਕੋ। मोहम्मद हुसैन साहब उतनी कर लो, मेरे को 4-5 मिनट रहते ने काम ते पहुंचने वास्ते। यार मेरे सिंपल जा सवाल है कि आसान, मैं मसरूफ हो जाना ते सुन लेना कि जनाजा तैयार है, सफ बंदी हो चुकी है, या हज़रत ईसा अलैहिस्सलाम दा जनाजा पढ़ लो या फिर खत्म नबूवत दे नारे दा जनाजा पढ़ लो। क्योंकि ईसा जिंदा ते खत्म नबूवत खत्म, राइट? ईसा अलैहिस्सलाम ने वफात पा चुके ने, ईसा अलैहिस्सलाम वफात पा चुके ने। हुसैन साहब ਤੁਹਾਨੂੰ ਮੈਨੂੰ ਲੱਗਦਾ ਕਿ ਕੋਈ ਭੰਗ ਦਾ ਅਸਰ ਹੋਇਆ ਹੈ। ਈਸਾ अलैहिस्सलाम ਵਫਾਤ ਪਾ ਚੁੱਕੇ ਨੇ ਤੇ ਉਹਨਾਂ ਆਉਣਾ ਵੀ ਹੈ। ਨਹੀਂ, ਕੋਈ ਨਹੀਂ ਆਉਣਾ। ਮਿਰਜ਼ਾ ਸਾਹਿਬ ਕਹਿੰਦੇ ਨੇ ਉਹਨਾਂ ਆਉਣਾ। ਨਹੀਂ ਇਹ ਹਜ਼ਰਤ ਈਸਾ अलैहिस्सलाम ਜਿਹੜੇ ਫੌਤ ਹੋਏ ਦਾ ਬੰਦਾ ਉਹ ਕਿੱਥੋਂ ਆਉਣਾ ਥੱਲੇ ਆ ਸਕਦਾ? ਲੋ ਇੱਕ ਮਿੰਟ ਤੁਹਾਨੂੰ दो गल्लां जो जरूरी था वो सब इसमें मुहैया निकला। वो एनजी जी रसूल करीम सल्लल्लाहु अलैहि वसल्लम ने पहले फरमाया सी ला तुखैरून या ला कुसा यार, और वकालत मुआनदीन अहमदियत रुक जाया करो ना। ਤੁਸੀਂ ਕਿਉਂ ਵਕਾਲਤ ਤੇ ਆ ਜਾਂਦੇ ਹੋ? ਕੌਣ ਲੋਗ ਮੂੰਹ ਚ ਰੱਖੋ ਅਮਨ ਲਗੇ ਜੀ ਈਸਾ ਆਮਨ ਲਗੇ ਨਾ ਆ ਜਾਣ ਦੇ। ਬਿਲਕੁਲ ਚਲੋ ਜੀ, ਆਪਣਾ ਟੋਨੀ ਭਾਈ ਦਿਖਾਣ ਦਿਓ ਕਿਹੜੀ ਗੱਲ। ਤੱਕਿਓ ਜੀ ਸਾਨੂੰ ਕਬ ਲਗੇ ਜੀ ਅਮਨ ਖੋਲਿਓ ਹੁਣ ਇਹਦੀ 5ਵੀਂ ਜਿਲਦ ਜਾ ਤੇ ਸਫਾ ਨੰਬਰ 346। ਇਹ ਆਇਆ ਜੀ। ਜ਼ਾਲਮਾ 5ਵੀਂ ਜਿਲਦ ਖੋਲ ਲੀਜੇ, ਬਰਾਹੀਨ ਨਹੀਂ ਖੋਲਣੀ। ਨਹੀਂ ਤੁਹਾਨੂੰ ਦੱਸੀ ਦੀ ਸੱਜੀ ਹੈ, ਮਾਰੀ ਦੀ ਖੱਬੀ ਹੈ। 5ਵੀਂ ਜਿਲਦ ਪੜ ਗਏ ਹੋ। ਹਾਂਜੀ ਉਹ ਤੁਹਾਨੂੰ ਉਹੀ ਗੱਲ ਪਈ। ਲੋਕ ਕਿੱਥੇ ਆ ਕੇ ਇਹਦਾ ਕਿੰਨਾ ਨੰਬਰ ਹੈ? 346।
343 ਇਹ ਤੇ ਹੋਣਾ ਚਾਹੀਦਾ ਹੈ ਕੋਈ ਸੈਣੀ ਸਾਹਿਬ 90 92 93 ਦਾ ਸਾਲ ਤਕਰੀਬਨ, ਕਿਉਂ ਅਮਰਨਦੀਪ ਸਾਹਿਬ? ਜੀ 93 ਚ ਲਿਖਿਆ ਇਹਨਾਂ ਕਮਾਲਾ ਤੁਸੀਂ 93 ਦਾ ਸਾਲ ਹੋਣਾ ਚਾਹੀਦਾ, ਠੀਕ ਲੱਗੇ ਨੇ ਉਹਦੇ ਬਾਅਦ ਉੱਥੇ ਵੀ ਆਉਣ ਕਰਕੇ ਕੰਮ ਆਉਂਦਾ ਲੱਗੇ ਦੇਖਿਓ 93 ਚ ਹੀ ਆਉਣ ਲੱਗੇ ਨੇ 100 ਵੈਸੇ ਨਹੀਂ ਆਣੇ ਚਾਹੀਦੇ। 346 ਦੇ ਉੱਤੇ ਉਹ ਕਹਿੰਦੇ ਨੇ 100 नहीं 346 या 346 तब एक कैरी शबी में उसका नज़ूल होकर इस ज़माना का खात्मा, तब फिर मसीह की रूहानियत सख्त जोश में आकर जलाली तौर पर अपना तो उचाएगी। ਇੰਜ ਤਾਂ ਨਹੀਂ ਤੁਸੀਂ ਪੜ੍ਹਦੇ, ਤੁਸੀਂ ਤਾਂ ਲੱਗੇ ਹੋ ਕੁਤਰਾ ਕਰਨ, ਤੁਸੀਂ ਤਾਂ ਉੱਤੋਂ ਪੜ੍ਹਦੇ ਹੁੰਦੇ ਪਹਿਲੀ ये कहते हो? ਤੁਸੀਂ ਤਾਂ ਪਹਿਲੀ ਲਾਈਨ ਤੋਂ ਸਫਾ ਪੜ੍ਹਦੇ ਹੁੰਦੇ, ਬਲਕਿ ਪਿਛਲੀ ਲਾਈਨ ਤੋਂ ਸ਼ੁਰੂ ਹੁੰਦੇ ਹੁੰਦੇ। अच्छा मैं पीछे पढ़ देना, ठीक। नहीं, इस तकरीर तो पढ़ना चाहिए। इस तकरीर में इस वहम का भी जवाब है। इस तकरीर में पहली लाइन है 346 346 दी। हाँ जी, बस ऐसा ही हो गया। हाँ, इस तकरीर में इस वहम का भी जवाब है कि नज़ूल के लिए मसीह को क्यों मखसूस किया गया। ये क्यों ना कहा गया कि मूसा नाज़िल होगा या इब्राहीम नाज़िल होगा या दाऊद नाज़िल होगा, क्योंकि इस जगह साफ तौर पर खुल गया कि मौजूदा फितनों के लिहाज से मसीह का नाज़िल होना ही ज़रूरी था, क्योंकि मसीह की ही कौम बिगड़ी थी और मसीह की कौम में ही दजालियत फैली थी। इसलिए मसीह की रूहानियत को ही जोश आना लायक था। ये वो दकीक मार्फत है जो कशफ के ज़रिए से इस हाजत पर खुली है, और ये भी खुला कि यूँ मुकद्दर है कि एक ज़माना के गुज़रने के बाद कि खैर और सलाह और गलबा तौहीद का ज़माना होगा, फिर दुनिया में फसाद और शिरक और जुल्म औद करेगा और बाज़ को कीड़ों की तरह खाएंगे और जाहिलियत गलबा करेगी और दोबारा मसीह की परस्तिश शुरू हो जाएगी और मखलूक को खुदा बनाने की जालत बड़े ज़ोर से फैलेगी। और ये सब फसाद ईसाई मज़हब से इस आखिरी ज़माना के आखिरी हिस्सा में दुनिया में फैलेंगे। तब फिर मसीह की रूहानियत सख्त जोश में आकर जलाली तौर पर अपना नज़ूल चाहेगी। तब एक कैरी शबी में उसका नज़ूल होकर इस ज़माना का ख़त्मा हो जाएगा, तब आखिर होगा और दुनिया की साफ लपेट दी जाएगी। इससे मालूम हुआ कि मसीह की उम्मत की नालायक करतूतों की वजह से मसीह की रूहानियत के लिए यही मुकद्दर था कि 3 मरतबा दुनिया में नाज़िल हो। 3 ਵਾਰੀ ਉਹਨਾਂ ਆਉਣਾ ਹੈ, ਤੁਸੀਂ ਐਵੇਂ ਪਰੇਸ਼ਾਨ 100 ਵਾਰੀ ਆਣ, ਮਤਲਬ ਉਹ ਜਿਸਮ ਸਮੇਤ ਜਿਹੜੇ ਨੇ ਉਹ ਫੌਤ ਹੋ ਗਏ ਨੇ। ਆਬਾ ਜਿਸਮ ਮੈਂ ਇਨਾ ਲਿਲਾਹਿ व इन्ना इलैहि राजिऊन। ईसा अलैहिस्सलाम फौत हो गए। ਜਿਹੜੇ ਜਿਸਮ मिर्जा साहब मैं मुक्ति गल मुकाना ना, मिर्जा साहब मनन ना मनन, शाह जी मनन या ना मनन, ओए होए ओए 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 ओ भाभी तू इकट्ठा कर लो, वो भाभी तू इकट्ठा कर लो किते स्लिप ना हो जाए। मैं मिर्जा साहब अलैहिस्सलातु वस्सलाम ने फरमाता है, या अय्युहल्लज़ीना आमनू ला तक़ूलू बईसा इब्न मरियम हय्यन बल हुवा माता व उदखिला फी जन्नत लौ काना अलहय्युन मिन अल-अहयाइ लकाना सय्यदना व मौलाना मुहम्मद सल्लल्लाहु अलैहि वसल्लम खुलिकल मौत लियुस्बित ला हय्युन इल्लाहु व खुलिकल इज्ज़ लियुस्बित ला कुव्वतन इल्लाहु। इब्ने मरियम मर गया, हक की कसम दाखिले जन्नत हुआ वो मोहतरम, मारता है उसको फुरकान सर बसर, उसके मर जाने की देता है खबर, वो नहीं बाहर रहा अमवात से हो गया साबित हो गए ने वो बिल्कुल वफात पा गए, मर गया जनाब। ये पक्की गल है, अल्लाह ताला और दाखिले जन्नत हो गए जनाब मोहतरम। नहीं मतलब इतनी गल ठीक है ना कि वाकई फौत हो गए ना वो, ਤੇ ਉਹਨਾਂ ਨੇ ਨਹੀਂ ਆਉਣਾ, ਹੈ ਠੀਕ ਹੈ ਗੱਲ ਹੈ। ਮੈਂ ਕਿਹਾ ਤੁਸੀਂ ਜਿਹੜਾ ਤੁਹਾਡੀ ਸਾਰੀ ਤਕਰੀਰ ਤੋਂ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਈਸਾ ਅਲੈਹਿਸਸਲਾਮ ਫੌਤ ਹੋ ਗਏ ਨੇ ਤੇ ਉਹਨਾਂ ਹੁਣ ਕੋਈ ਨਹੀਂ ਆਉਣਾ ਤੇ ਉਹਨਾਂ ਦੇ ਆਉਣ ਦੀਆਂ ਖਬਰਾਂ ਸੱਚੀਆਂ ਨਹੀਂ ਨੇ। ਤੇ ਤੁਹਾਡਾ ਵਜਦਾਨ ਸਾਹਿਬ ਤੁਹਾਨੂੰ ਕੀ ਆਖਦਾ ਪਿਆ? ਮੈਂ ਤਾਂ ਤੁਹਾਡੀ ਗੱਲ ਗੌਰ ਨਾਲ ਸੁਣਨਾ ਪਿਆ, ਵਜਦਾਨਾਂ 'ਚ ਪਿਆ ਰਹਿੰਦਾ ਤੇ ਤੁਹਾਡੀ ਗੱਲ ਰਹਿ ਜਾਣੀ ਪਿੱਛੇ। ਨਹੀਂ ਮਤਲਬ ਤੁਹਾਡਾ ਵਜਦਾਨ ਸਾਹਿਬ ਕੀ ਆਖਦਾ? ਮੈਂ ਤੁਹਾਨੂੰ ਤੁਹਾਡੀ ਗੱਲ ਸੁਣਨਾ ਪਿਆ ਤੇ ਤੁਹਾਨੂੰ ਪੁੱਛਣਾ ਪਿਆ। ਮੈਂ ਤਾਂ ਦੱਸ ਸਟਿਆ, ਮੈਂ ਹੋਰ ਮਤਲਬ ਕਿ ਉਰਦੂ ਚ ਵੀ ਦੱਸ ਸਟਿਆ ਇਬਨ ਮਰੀਮ ਮਰ ਗਿਆ
ਅੱਛਾ ਹੁਣ ਇਹਦੇ ਚ ਕਿਹੜਾ ਲਫ਼ਜ਼ ਹੈ ਜਿਹੜਾ ਨਹੀਂ ਸਮਝ ਆਉਂਦਾ? ਇਬਨ ਮਰੀਮ ਮਰ ਗਿਆ, ਸਾਦਾ ਤਿੰਨ ਕਸਮ ਲਫ਼ਜ਼ ਖਾ ਕੇ ਪਿਆ ਉਹਦੇ ਹੱਕ ਕੀ ਕਸਮ ਸਾਦਾ ਤਿੰਨ ਲਫ਼ਜ਼ ਅੱਗੇ ਨੇ ਉਹਨਾਂ حسین صاحب رحمۃ اللہ سادہ تین لفظ نے انہوں نے ذرا سیدھا کر دیا باقی نہیں. جی ابو ظہور صاحب السلام علیکم، کیا حال ہے؟ طبیعت کیسی ہے؟ الحمدللہ. میں کافی دیر محمد مجھے ایک چیز پہ اعتراض ہے. چلو میں جی جی بسم اللہ. محمد سہیل صاحب دوستوں میری اجازت ہو. کی بات سنیں ابو ظہور صاحب کی بات سن لیں. جی جی جزاک اللہ. مجھے ایک جملے پہ اعتراض ہے، یہ جملہ بار بار دہرایا جا رہا ہے. جی یہ جو جملہ ہے اردو کا جی کہ مر گیا وہ ہاں جی ابن مریم مر گیا، اس جملے کو اگر آپ دیکھیں ادب کے نظر میں کیا آپ کہتے، کیا محسوس کرتے؟ ادب نام کی چیز کوئی نہیں ہوتی ان کے یہاں، آپ نہ فکر کریں، ان کو اس چیز کا آشنائی نہیں ہے اس چیز سے. مطلب مجھے گفتگو تو ٹھیک ہے، آپ لوگ علمی کر رہے ہیں آپس میں، ہاں جی لیکن یہ جو جملہ ہے کوئی 10 مرتبہ دہرایا گیا. یا اگر یہ جملہ میں کہتا یا کوئی اور کہتا، شریف آدمی کوئی بھی، تو کہتا کہ فوت ہو گئے ہیں یا عیسیٰ علیہ الصلاۃ والسلام. مطلب مجھے سمجھ نہیں آتی، پھر لوگ گلہ بھی کرتے ہیں، شکوے بھی کرتے ہیں. جی ٹھیک ہے آپ لوگ گفتگو جاری رکھیں، لیکن بڑا مشکل ہو جاتا ہے کبھی کبھی. جی جی میں ان کی خدمت میں یہ عرض کر رہا تھا کہ جس وثوق سے یہ سمجھا رہے ہیں کہ کیا واقعی یہ بات ٹھیک ہے کہ وہ فوت ہو گئے ہیں اور انہوں نے نہیں آنا، اور ان کی آنے کی خبریں سچی نہیں ہیں. جو فوت ہو جاتا ہے اس کے آنے کی خبریں تو پھر قابل اعتبار نہیں نہ رہتی. یہ ٹھیک ہے بات؟ جی مجھے سوری حسین صاحب بات سمجھ نہیں، کیا کہہ رہے ہیں؟ سوری. میں یہ عرض کر رہا ہوں کہ جس بندے کی آنے کی خبریں ہوں کہ وہ دسمبر کی 23 تک آ جائے گا، تو بعد میں پتہ چلے کہ وہ بندہ فوت ہو گیا ہے، تو دسمبر 23 کے آنے والی خبر پھر بھی سچی رہے گی، یا پھر اس خبر کو ہم سمجھیں گے کہ یہ اب قابل عمل نہیں رہی، یہ خبر ٹھیک نہیں ہے؟ جی اگر بعد میں کنفرم ہے تو پھر تو ظاہری بات ہے، وہ تو خبر پہ ٹائم وقت گزر گیا. جی مطلب اگر فوت ہونا یقینی ہو جائے تو فوت ہونے کے آنے کی جو خبریں ہیں وہ بھی ساتھ ہی فوت ہو جائیں گی نا. جی 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 یہ تو نہیں رہنا چاہیے کہ فوت ہونے والا تو فوت ہو جائے لیکن اس کے آنے کی خبریں تازہ رہیں کہ نہیں وہ آئے گا بھی ضرور. یہ جو دورنگی ہے، یا کیا اس سے کہنا چاہیے کہ یہ بھی ٹھیک وہ بھی ٹھیک، یہ بات تو مناسب نہیں نا، کہ کسی کنارے لگنا چاہیے. یہ بات اگر سچی بات کہی جائے کہ فلاں شخص فوت ہو گیا اور اس کے آنے کی جو خبریں تھیں وہ اب قابل عمل نہیں رہیں، تو بڑی پکی سیدھی بات ہے، ٹھیک ہو گیا. یا یہ ہے کہ وہ زندہ ہے اور اس کے آنے کی خبریں بھی سچی ہے، دونوں ٹھیک ہے. یہ بات آپس میں ایک دوسرے کے ساتھ کارسپونڈ کرتی ہیں باتیں. لیکن وہ فوت ہو گیا ہے، وہ تو زندہ نہیں، ہم بڑے زوردار طریقے سے اس کی وفات ثابت کریں گے، لیکن اس کے آنے کی خبروں میں ہم تھوڑی سی نرمی رکھیں گے، وہ ہمیں اچھی لگتی ہیں. یہ جو انداز ہے یہ کوئی تھوڑی سی مشکل پیدا کرتا ہے بات کے سمجھنے میں. بات یہ ہے حسینی صاحب جی جی کہ دین اور اسلام کے بارے میں جو تعلیمات ہیں وہ تو بہت کم ہی بیان کیے جاتے ہیں. جی جی بیان جو کیا جاتا ہے وہ یا تو اپنا مسلک بیان کیا جاتا ہے، اس کی حفاظت بیان کی جاتی ہے. یا جو اصطلاحات یہاں سننے کو ملتے ہیں اکثر، یا اس میں دینی اصطلاحات نہیں سننے کو ملتے. بے شک. مطلب دینی اصطلاح تو وہ ہے کہ یا قرآن نے بیان کیا ہے یا نبی کریم صلی اللہ علیہ وسلم نے بیان کیا. یا اس کے بعد کسی نے اصطلاح بنا دی ہے اور پھر کتابوں میں شائع کرتی ہے، وہ دینی اصطلاح نہیں ہوتی. بے شک بے شک. ہاں جی. تو اسی پہ آپ غور کریں کہ کیا جو بعد میں اصطلاحات بیان کی جاتی ہیں اس کو اسلام بنا کے یا دین کے طور پر پیش کی جاتی ہے، کیا قرآن میں وہ اصطلاحات ہیں یا نبی کریم صلی اللہ علیہ وسلم کی مرفوع احادیث میں وہ اصطلاحات ہیں؟ اگر نہیں ہے تو پھر اس پہ بحث ہی نہیں کرنی چاہیے.
وہ تو کسی نے بنا دیے تو کیا کہہ سکتے ہیں. یہ سیدھی سی سمپل سی بات ہے. لیکن میرے صرف گزارش یہ ہے کہ آپ گفتگو ضرور کریں، لیکن کم از کم تھوڑا سا ادب کے دائرے میں جو بھی ہے، فوت ہو گئے ہیں، زندہ ہیں، اللہ کے ہاں ہیں، ان کا علم اللہ کے پاس ہے، صحیح علم اللہ کے پاس ہے. شاید ہم میں کوئی کمزوری ہے، ہمارا ناقص علم ہے، لیکن آپ کم از کم جب جملہ اردو میں بولیں اور آپ سے یہ ایکسپیکٹ بھی کیا جاتی ہے، یہ بلکہ مانا جاتا ہے کہ آپ کی اردو بہت اچھی ہے. آپ یہ نہیں ہے میرے طرف کوئی دوسری زبان، مطلب اب میں اگر بیچ میں غلطی کروں تو میری مادری زبان اردو نہیں ہے، نہ پنجابی ہے، ٹھیک ہے. لیکن میں یہ بات سمجھتا ہوں کہ جب آپ سنگولر یا پلورل استعمال کرتے ہیں اور وہ کسی اللہ کے عظیم الشان نبی کے بارے میں استعمال کرتے ہیں، جی بے شک، اور پھر 1 مرتبہ نہیں، 2 مرتبہ نہیں، 3 مرتبہ نہیں، 4 مرتبہ نہیں، ٹھیک ہے، یہ ذرا مناسب نہیں ہے. مطلب میں کوئی یہ نہیں کہتا کہ کسی پہ طنز کر رہا ہوں، لیکن یہ گلہ ہے میرے دل میں نے سنا اچھا نہیں. جی جی جزاک اللہ. جی السلام علیکم ورحمۃ اللہ وبرکاتہ. وعلیکم السلام رلو جناب، بہت تشریف لائے نے. سنن والے تے 88 سمجھن والے نے. یا ہن میرا خیال ہے خود بہت سارے مسائل نو تسی خود سمجھا دیو گے آ کے تے گل واضح کر دیو گے. مسائل جڑا وہ حضرت حبیب جالب رحم اللہ فرما گئے نے، مسائل ایسے سائل ہیں کہاں تالے سے ٹلتے ہیں. نہیں یہ تو ہے. ویسے بہتر ہے کہ ایک مسئلہ بندہ رکھ لے اور انہوں حل ہی نہ کرے. میرے خیال میں ایک مسئلے کو سامنے رکھیں اور اس کو بالکل حل نہ ڈھونڈے، حل کریں ہی نہ، تاکہ نئے مسائل پیدا ہی نہ ہوں. وہ ایکو مسئلے پھنسے رہی ہے. کیسا آئیڈیا ہے؟ نہیں یہ تو ہے. کیونکہ آج تک جن مسئلے چھڑے نے حل کوئی بھی نہیں ہویا. وہ ایک گل ایک ہفتہ جڑا وہ ٹکا کے ہوندی ہے، اگوں پھر نویں سرے شروع ہو جاندی ہے، اور 6 مہینے بعد پھر وہی گل پھر سامنے آ جاندی ہے. باقی تو ساری ٹھیک نے. ہوں یہ مسئلہ حل کرو. کیا پتہ لگ گیا نا کہ عیسیٰ علیہ السلام نے یہ ایک باری ہو رہا آمنا ہے. ہاں جی. جی کوئی اور بندہ آکھے بھائی اسی عیسیٰ علیہ السلام دا آمنا مننے ہیں. تسی منتے ہو کہ نہیں بھائی جان؟ اسی تو مننے، اسی تو جیڑی گل تے پہلے دیہڑے کھڑے اسے تے کھڑے ہیں. نہیں پتہ کی تسی بھی پہلے والی گل تے کوئی نہیں کھلوتے ہوئے، کیونکہ قرآن کریم حضرت مسیح ابن مریم علیہ السلام دا بنفس نفیس آن کا کوئی ذکر موجود نہیں ہے گا. حدیث ہی ملتی ہے نہیں موجود ہے، لیکن تہاڈی خواہش کے مطابق الفاظ نہیں ہیں نا موجود. تے تہاڈی خواہش کے مطابق بھی نہیں نا گے. یہ ساڈی خواہش تے اودے پوری ہو جاندی. ساڈی تے ساڈی اسی دیکھو نا نظریے کے لحاظ میں اسی سارے اپنی اپنی جگہ تے کھڑے ہیں. تسی سمجھتے ہو کہ وہ بنفس نفیس آن گے، اسی یہی سمجھنے ہیں کہ جڑا حضور علیہ السلام نے فرمایا سی کہ میری امت دے جڑے انبیاء نے وہ علماء نے اسی طرح نے جس طرح بنی اسرائیل دے انبیاء نے. وہ تے فرمایا ہی کوئی نہیں حضور نے. تو پھر جے ساڈے حق جو آندا ہے وہ فرمایا ہی نہیں، یہ تہاڈے حق چ آندا ہے، اسی نہیں منتے، گل ختم ہو گئی. یہ تہاڈے حق چ آندی گل، بالکل آندی، ساڈے آگے کیوں نہیں آندی؟ یہ نال تہاڈا کی لین دین؟ میں ایک گزارش کر سکتا ہوں ابھی 1 سیکنڈ کے لیے. میں جانتا تو نہیں ہوں، خادم حسین صاحب کا بھی نام آ رہے. گزارش یہ ہے کہ ابھی مثال کے طور پر لیتے ہیں کہ یہ ابھی خادم حسین صاحب نے ایک بات کی ہے، اگر میں نام درست لے رہا ہوں تو مجھے جو نظر آ رہا ہے. ان کا نام ہے طارق سے. جی اچھا. نبی نے ایک بات کی ہے بڑی مختصر سی کہ نبی کریم صلی اللہ علیہ وسلم کے حدیث ہے کہ جو میرے علماء ہے ان کی مشابہت انبیاء کی سی ہے. یہی حدیث اگر یہ پورے پڑھ لیں نا
تو بات بالکل 2 جمع 2 کی طرح واضح ہو جائے گی کہ اس حدیث میں کیا بیان ہوا ہے، اس سے کیا مراد ہے۔ اس کا عربی متن پڑھ لے تب بھی بات سمجھ آ جائے گی، اس کا اردو ترجمہ پڑھ لے تب بھی بات سمجھ آ جائے گی۔ لیکن اگر کوئی بھی شخص کوئی بھی حدیث کوٹ کریں اور وہ پوری حدیث ان کو خود بھی نہ سمجھ آئی ہو، اسی سے معاملات خراب ہو۔ یہ آپ ایک ٹیسٹ کیس کے طور پہ لے لیجئے گا ابھی، اور یہ حدیث جو انہوں نے پیش کی یہ لگا دیجئے گا یہاں، اور اس کی یہ حدیث خود وضاحت کر دے گی اپنی کہ اس میں کیا بات بیان ہوئی، جس سے مراد جو چیز لی جاتی ہے وہ بالکل ہے ہی نہیں، اس میں سرے سے نہیں۔ جی آپ کا نام ابو زارون احمد صاحب ہے آپ؟ یا ماشاء اللہ۔ میں نے بھائی جان یہ حدیث جو ہے وہ اپنے احمدی حضرات سے بھی سنی ہے اور اپنے جو دوسرے نان احمدی مسلمان ہیں ان سے بھی سنی ہے۔ سنائی سب نے اتنی ہے، اس سے زیادہ کوئی اس کی ڈیٹیل نہیں بتائے گی۔ تو بات یہ ہے کہ اگر اس امت میں آپ، مجھے نہیں پتا آپ قائل ہیں حضرت مسیح علیہ السلام کے دوبارہ تشریف آوری کے نہیں ہے، اس کا مجھے نہیں پتا، آپ اپنا بتا دیں تو پھر بندہ سوچ سکتا ہے۔ خادم حسین صاحب، گزارش صرف میں نے اتنی کی ہے۔ پہلی بات یہ کہ میں اپنے طرف سے یہ مانتا ہوں کہ میں اختلافی مسائل میں ڈسکشن بہت کم ہی کرتا ہوں، لیکن جہاں آپ نے بھی خود فرمایا کہ یہ میں نے حدیث ان سے بھی سنی ہے اور ان سے بھی سنی ہے، تو جہاں سنی سنائی بات کو آپ نبی کریم صلی اللہ علیہ وسلم کی طرف منسوب کرتے ہیں، اس کے بارے میں بڑی سخت وعید ہے۔ شاید وہ وعید آپ کے کانوں سے نہیں گزری، آپ نے نہیں سنا، آپ کے سماعتوں سے وہ نہیں گزری، وہ بھی سن لیجئے گا ضرور کسی دن۔ اگر آپ کو ایک حدیث پہ جامعیت نہیں ہے، آپ واقف نہیں ہیں، وہ نہیں پیش کرنی چاہیے، یہ میرا ماننا ہے۔ اگر آپ کو کسی آیت کی تشریح کا نہیں پتہ کہ اس کے الفاظ کیا ہیں اور اس کا سیاق و سباق کیا ہے، تو وہ نہیں پیش کرنی چاہیے۔ یہ دراصل حدیث ہی جو ہے نا، یہ حضرت مسیح موعود علیہ السلام نے پیش کی ہے، علماء امتی کا انبیاء بنی اسرائیل، کہ یہ درست حدیث ہے، انہوں نے یہ کہا ہے، تو اس ہمیں اور ریفرنس کی ضرورت نہیں ہے، انہوں نے چونکہ کہہ دیا ہمارے لیے بس اس کو درست ہم مانیں گے کہ یہ حضرت محمد صلی اللہ علیہ وسلم کے الفاظ ہیں، اور یہ دوسری جو اور بھی باتیں بیان کی ان کے مطابق ہی ہیں۔ یہ ابو ضرور بات یہ ہے، میں نے ایک سیکنڈ خادم حسین صاحب، ذرا ایک سیکنڈ، سوری، میں معذرت چاہتا ہوں۔ طارق چوہان صاحب، یہ حدیث کے الفاظ دوبارہ دہرائیں ذرا، کیا ہے؟ علماء امتی کا انبیاء بنی اسرائیل، یہی الفاظ ہے اس حدیث کے؟ جی یہ لگا دیں ذرا حسینی صاحب حدیث۔ میرا خیال ہے یہ حدیث شاید حدیث کی ابتدائی کتابوں میں تو کہیں نہیں ہوگی، کہیں بعد میں دریافت ہوئی ہوگی۔ کس کتاب میں ہے؟ سیاستہ میں تو میرا خیال نہیں ہے۔ نہیں، یہ حقیقت الوحی میں ہے۔ ہاں، حقیقت الوحی میں۔ میں نے حسینی بھائی بات یہ ہے کہ میں نے آج تک کبھی یہ نہیں عرض کیا، اپنے متعلق یہ نہیں کبھی کہا کہ میں کوئی مسلمانوں کا یا احمدیوں کا بہت بڑا عالم ہوں، نہ میرا کوئی یہ دعویٰ کہ میں شیخ الحدیث ہوں۔ صحیح بات ہے۔ یہ جو ضرور بھائی بات کر رہے ہیں ان کے مطابق اب میری گرفت تو کسی بھی حدیث پر اس طرح نہیں ہے۔ اس کا مطلب ہے میں تو بچوں کی بھی تربیت نہ کی کہ حضور علیہ السلام نے یہ فرمایا، جو میں بچوں سے تواتر سے سنتا چلا آ رہا ہوں، وہ تو میں اپنے بچوں کو بھی دعوت کا تو بڑا بعد کی بات ہے۔ مطلب یہ کہ حدیثیں جو آپ تواتر سے سن رہے ہیں ان کا نام آپ تواتر رکھتے ہیں؟ میں تواتر سے صرف میں اکیلا نہیں نا سن رہا۔ ٹھیک ہے، آپ کو پتا ہے کہ چوہان بھائی میری
नजरियात उनकी और मेरे एक नहीं है, लेकिन वही बात उन्होंने भी की है, वही बात जो है वो नान अहमदी दूसरे हज़रात भी करते हैं। नहीं, हदीस के तलाश करने का ये तलीक या हदीस को मानने का ये तो नहीं, फलाना भी कहता है, फलाना भी, ये फलाम भी कह रहे हैं। नहीं, हदीस की किताबें मौजूद हैं, उसमें किताब में है तो हदीस है, अगर नहीं है तो नहीं। अगर 15 आदमी भी कह रहे हैं, कहते रहे, मुखालिफ कहें मुआफिक कहें, उससे क्या फर्क पड़ता मेरा मतलब है कि ऐसी किसी को कोई हदीस सुनने है तो सानू जड़ा पूरी जामिया बुखारी, जामिया मुस्लिम शरीफ और जामिया तिरमिज़ी है? सारी मतलब अगर हदीस नाल करना है खलवाड़ तो फिर तो ठीक है ना कि किताब असां नहीं पढ़नी, ना देखनी है, ना रैफर करना है, ना पुछना है। ਅਸੀਂ ਉਹਨਾਂ ਬੰਦਿਆਂ 'ਚ ਪਵਾਉਣਾ ਕਿ ਯਾਰ ਇਹ ਦੇਖੋ ਉਸਨੇ ਵੀ ਤੇ ਕਿਹਾ, ਫਲਾਣਾ ਵੀ ਇਹ ਦੇਖ ਲੈ, ਸੁਣ ਲਓ। ਇਹ ਹਦੀਸ ਤੇ ਪੜਨ ਦਾ ਜਾਂ ਸੁਣਨ ਦਾ ਤਰੀਕਾ ਹੈ? ਬਿਲਕੁਲ ਨਹੀਂ। ਇੱਥੇ ਜਿੰਨੇ ਦੋਸਤ ਬੈਠੇ ਨੇ ਸਮੇਤ ਅਮਰ ਨਜ਼ੀਰ ਸਾਹਿਬ ਫਿਰ ਉਹੀ ਦਲੀਲ ਵਾਪਸ ਲਿਆ ਰਹੇ ਹੋ ਜਿਹੜੀ ਮੈਂ ਹੁਣੇ ਤੁਹਾਨੂੰ ਦਿੱਤੀ ਹੈ। ਵੀ ਅਸੀਂ ਅੱਗੋਂ ਤੋਂ ਕੋਈ ਹਦੀਸ ਦੁਹਰਾਣੀ ਨਹੀਂ ਜਦ ਤੱਕ ਸਾਡੇ ਕੋਲ ਉਹਦੀ ਕਿਤਾਬ ਨਾ ਹੋਏ, ਹਵਾਲਾ ਨਾ ਹੋਏ। ਮੈਂ ਇਸ ਕਰਨਾ ਜਦੋਂ ਕਿਸੇ ਹਦੀਸ ਨੂੰ ਹਦੀਸ ਮੰਨਣਾ ਹੈ ਨਾ, ਹੁਣ ਇਹ ਮਸਲਾ ਤੇ ਨਹੀਂ ਰਿਹਾ ਕਿ ਮਿਰਜ਼ਾ ਸਾਹਿਬ ਨੇ ਕਿਹਾ ਕਿ ਇੱਕ ਬੰਦਾ ਕੋਈ ਬਜ਼ੁਰਗ ਹੈ ਪੰਜਾਬ ਦੇ ਵਿੱਚ ਤੇ ਉਹ ਬੜੀ ਹਸਰਤ ਵਾਲੇ ਕਹਿੰਦੇ ਵੀ ਪਤਾ ਨਹੀਂ ਕਦੇ ਬੁਖਾਰੀ ਸ਼ਰੀਫ ਦੀ ਵੀ ਜ਼ਿਆਰਤ ਮਰਨ ਤੋਂ ਪਹਿਲੇ ਨਸੀਬ ਹੋਏਗੀ ਕਿ ਨਹੀਂ। ਤੇ ਉਹ ਮਤਲਬ ਛਾਪੇਖਾਨੇ ਜ਼ਿਆਦਾ ਨਹੀਂ ਹੈ, ਕਿਤਾਬਾਂ ਮੁਯੱਸਰ ਨਹੀਂ ਆ, ਲੋਕ ਸ਼ੌਕ ਕਰਦੇ, ਹਸਰਤ ਕਰਦੇ, ਮਿਲਦੀਆਂ ਨਹੀਂ ਹੈ। ਹੁਣ ਇਹ ਸਾਰੀਆਂ ਮੁਸ਼ਕਿਲਾਂ ਅੱਲਾਹ ਤਾਲਾ ਨੇ ਦਰਮਿਆਨ ਤੋਂ ਉਠਾ ਦਿੱਤੀਆਂ। ਹੁਣ ਤੇ ਹਰ ਆਦਮੀ ਆਪਣੇ ਹੱਥ ਦੇ ਵਿੱਚ ਸਾਰੀਆਂ ਹੀ ਹਦੀਸਾਂ ਦਾ ਮਜਮੂਆ ਲੈ ਕੇ ਚੱਲ ਰਿਹਾ ਹੁੰਦਾ ਹਰ ਵਕਤ। ਖਾਓ ਜੰਗਲ ਵਿੱਚ ਹੋਵੇ, ਖਾਓ ਰੋਡ 'ਤੇ ਹੋਵੇ, ਖਾਓ ਆਪਣੇ ਘਰ ਹੋਵੇ, ਸੁੱਤੇ ਹੋਵੇ, ਜਾਗਦਾ ਹੋਵੇ, ਲਾਇਬ੍ਰੇਰੀ ਉਹਦੇ ਨਾਲ ਹੁੰਦੀ। ਉਹਦੇ ਤੁਸੀਂ ਜਾਓ ਤੇ ਪਤਾ ਲੱਗ ਜਾਏਗਾ ਉਹ ਹਦੀਸ ਹੈ ਕਿ ਉਹਦਾ ਕੋਈ ਨੰਬਰ ਹੈ, ਕਿਹੜੀ ਕਿਤਾਬ ਵਿੱਚ ਹੈ। ਇਹੋ ਹੀ ਤਰੀਕ ਹੁਣ ਇਹ ਕਹਿਣਾ ਕਿ ਜਨਾਬ ਮੈਨੂੰ ਤਾਂ ਪਤਾ ਨਹੀਂ, ਲਾਇਬ੍ਰੇਰੀ ਦੂਰ ਬੜੀ ਹੈ, ਅਸੀਂ ਆਪਣੇ ਵਡਕਿਆਂ ਕੋਲੋਂ ਸੁਣੇ ਹੈ, ਤੇ ਵੈਸੇ 2-3 ਬੰਦੇ ਹੋਰ ਵੀ ਕਹਿੰਦੇ, ਬੜੇ ਤਵਾਤਰ ਨਾਲ ਮੈਂ ਸੁਣਦਾ ਲਗਾ ਆਇਆ। ਉਹ ਤਵਾਤਰ ਆਪਣੇ ਜ਼ਮਾਨੇ ਤੇ ਆਪਣੇ ਮਹੱਲੇ ਦੇ ਦੋਸਤਾਂ ਜਾਂ ਆਪਣੇ ਯਾਰਾਂ ਬੇਲੀਆਂ ਦੇ ਦਰਮਿਆਨ ਕਾਇਮ ਕੀਤਾ, ਉਹਦਾ ਹਦੀਸ ਨਾਲ ਕੀ ਤਾਲੁਕ ਹੈ? ਹਦੀਸ ਦਾ ਤਵਾਤਰ ਤੇ ਕੁਛ ਹੋਰ ਮਾਨੇ ਰੱਖਦਾ ਹੈ। ਅਸੀਂ ਇਮਾਮ ਆਖਰ ਜ਼ਮਾਨ ਨੂੰ ਮੰਨ ਕੇ ਸਾਡੇ ਲਈ ਮਸਾਇਲ ਬੜੇ ਆਸਾਨ ਹੋ ਗਏ। ਸਾਡੇ ਕੋਲ ਰੈਫਰੈਂਸ ਹੈ ਤੇ ਅਸੀਂ ਸਾਨੂੰ ਹੋਰ ਕਿਤਾਬਾਂ ਲੱਭਣ ਦੀ ਜ਼ਰੂਰਤ ਹੀ ਨਹੀਂ। ਹਾਂ ਇਹ ਤੇ ਗੱਲ ਹੈ। ਇਹ ਤੁਹਾਡੇ ਵਾਸਤੇ ਵੀ ਮੇਰਾ ਖਿਆਲ ਹੈ ਬਿਹਤਰ ਹੋ ਗਿਆ ਹੈ ਕਿ ਹਦੀਸ ਢੂੰਡਣੀ ਹੋਵੇ ਤੇ ਤੁਸੀਂ ਰੂਹਾਨੀ ਖਜ਼ਾਨੇ ਦੇਖ ਲਓ, ਅਗਰ ਮੌਜੂਦ ਹੈ ਤੇ ਹੋਏਗੀ, ਨਹੀਂ ਹੈ ਤੇ ਨਹੀਂ ਹੋਏਗੀ। ਕਿਉਂਕਿ ਮਿਰਜ਼ਾ ਸਾਹਿਬ ਨੇ ਕਿਹਾ ਜੀ ਹਦੀਸ ਤੇ ਜਿਸ ਢੇਰ ਨੂੰ ਮੈਂ ਸਹੀ ਕਹਾਂਗਾ ਉਹ ਸਹੀ ਹੈ, ਜਿਸ ਢੇਰ ਨੂੰ ਗਲਤ ਕਹਾਂਗਾ ਉਹ ਗਲਤ ਹੈ। ਉਹ ਗੱਲ ਹੋਏਗੀ। ਇਹ ਗੱਲ ਮੁਕਾਈ ਨਾ, ਨੇੜੇ ਮੁੱਕਦੀ ਮੁਕਾਓ, ਮੁੱਕਦੀ ਮੁਕਾਤੀ। ਨਾ ਜੀ ਅਮਾਨ ਸਾਹਿਬ ਆ ਗਏ। नहीं मवान साहब अस्सलाम वालेकुम। वालेकुम अस्सलाम। सनी साहब कैसे हैं? अल्हम्दुलिल्लाह अल्हम्दुलिल्लाह। सर मैं चौहान साहब की बात सुन रहा था कि इनका काम तो आसान हो गया कि जिस बात को मिर्जा साहब दुरुस्त कह दें वो दुरुस्त है। मिर्जा साहब ने तो कहा नबी करीम अलैहि सलाम की 11 लड़कियां फौत हुई हैं। ये मानते हैं मिर्जा नबी करीम अलैहि सलाम की 11 बेटियां 11 बेटे 11 लड़कियां भी हैं। अच्छा 11 लड़कियां भी हैं, दोनों का है। बल्ले 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 दोनों की बातें कही हैं। जो जरूरी था वो सब इसमें मुहैया निकले। सब जहाँ छा चुके, सारी दुकानें देखी, मैं इरफान का यही एक ही शीशा निकला। भी मुकाया भाई मानते हैं ये लोग नबी करीम अलैहि सलाम की 22 औलादें मानते हैं। बेटे और बेटियां दोनों का जिक्र है मिर्जा साहब ने किया। मानते हैं मिर्जा साहब ने लिखा, बाकियों को छोड़ दे, मिर्जा साहब के लिखा होने की वजह से मानते हैं। कितने लेकिन मौलवी साहब की हाल ने तो मिजाज कैसे ने? क्या हाल है जी? तारक साहब ठीक हो? बस अल्हम्दुलिल्लाह, अल्लाह का एहसान है। तो
ਤੁਸੀਂ ਆ ਜਾਂਦੇ ਹੋ ਤੇ ਤੁਸੀਂ ਹਸਪਤਾਲ ਵਾਲਾ ਹੱਥ ਰੱਖਦੇ ਹੋ, ਜ਼ਰਾ ਨਰਮ ਰਵੱਈਆ ਸਾਡੇ ਤੇ ਕਰ ਲੈਂਦੇ ਹੋ, ਤੁਹਾਡੀਆਂ ਮਿਹਰਬਾਨੀਆਂ। ਮੈਂ ਕਿਹਾ ਇਹ ਕਿਹੜੀ ਕਿਤਾਬ ਹੈ ਜੇ ਰੈਫਰੈਂਸ ਮਿਲ ਸਕਦਾ ਜਿਹੜਾ ਤੁਸੀਂ, ਮੈਂ ਵੀ ਇਹ ਪਹਿਲੀ ਵਾਰੀ ਸੁਣਿਆ ਹੈ। ایک جو ملفوظات دا 11 لڑکیاں تے 11 بیٹے والا روحانی خزائن دا میں تانوں حوالہ کر دینا پڑھیا میں بھی نہ دو چیزاں چاہیے ایک ملفوظات دا جلد 3 دا مرحلہ ہے صفحہ نمبر 372 73 پہ ملفوظات جلد 3 ہے صفحہ 372 73 میں تانوں کاٹ دینا والا ہے ایک منٹ وہ جلد نمبر نہیں سمجھ آ رہی کی کہہ رہے نمبر 3 جو چوہان صاحب 1 2 3 اچھا جلد نمبر 3 صفحہ نمبر 200 نہیں 11 لڑکیاں دا ذکر ہے 11 لڑکیاں دا صفحہ نمبر میں ڈائریکٹ دس دینا تانوں اندازہ ہے میرا ہے لیکن صفحہ نمبر اپنی میں تانوں دس دینا ہے ہاں 11 لڑکے تو میں پڑھے ہوئے ہیں لڑکیاں دا لڑکیاں میں پڑھے میں دسنا تانوں پتا کہ ابو قاسم او تے طیب تے ابراہیم تے باقی بیٹیاں جی میں 4 ہی اسی پڑھیاں سبحان اللہ السلام علیکم وعلیکم السلام لو جی ہوں سارے وضو کر لو پانی آ گیا جناب علی بشک نہائیاں کر لیں نہیں مصفہ جناب علی سر آج کا کیا موضوع چل رہا ہے آج کا موضوع تھی چھیڑو گے تو چھیڑ طارق چوہان صاحب اے جلد 3 جے صفحہ 372 جے 5 جلداں والا ایڈیشن ہے جڑا او دا نبی کریم علیہ السلام کے ہاں 12 لڑکیاں پیدا ہوئی ہیں آپ نے کبھی نہیں کہا کہ بیٹا کیوں نہیں ہوا انشاءاللہ ملاقات ہوتی ہے ٹھیک ہو گیا بہت شکریہ السلام علیکم ورحمۃ اللہ وعلیکم کیا لکھا ہوا ہے دوسرے معنوں میں آپ کو بالکل نبی کریم علیہ السلام کی ہاں 12 لڑکیاں پیدا ہوئی آپ نے کبھی نہیں کہا کہ بیٹا کیوں نہیں پیدا ہوا ہاں ہاں کیا خوبصورت بات واہ آپ 12 لڑکیاں مانتے ہیں نبی کریم علیہ السلام کی اگر انہوں نے لکھا ہوا تو پھر ہم مانتے ہیں ہمارا تو کوئی اپنا سورس ہے نہیں مسیح موت کا سورس ہے ہمارا ایک بات یاد رکھیے گا 12 لڑکیاں ہو گئی ہیں اور 11 بیٹے ہو گئے ہیں 23 اولادیں ہو گئی ہیں نبی کریم علیہ السلام کی ہاں اور بالکل بعض میں قاسم کے نا اگر آپ تاریخ سنیے کی گا میری کتابوں بات کو کریکٹ کر سکیں تو وہاں پہ بھی یہ لکھ دیں بھئی جو بات میری سنیں نا یہ بات ذہن میں رکھیے گا کہ 23 اولادیں ہو گئی ہیں نبی کریم علیہ السلام کی ٹوٹل اور قاسم جو ہے وہ ماریہ قطبیہ ام المؤمنین ماریہ قطبیہ رضی اللہ عنہا کے بطن سے تھے باقی بچی بام اولاد جو ہے نبی کریم علیہ السلام کی ام المؤمنین حضرت خدیجہ رضی اللہ عنہا کے بطن سے ہے ٹھیک ہے یہ بات یاد رکھیے نبی کریم کی تمام اولاد ان کے بطن سے ہے اور یہ دعوت سے پہلے ہو چکی ہے ہاں یہ لکھا ہی ہوا تو ہم کیسے اس کو مانیں نہیں موان بس ہم نے یہ ماننا ہے کہ اسی نے لڑکی جی فرمائے نا فرمائے ابو قاسم جڑے نے وہ حضرت خدیجہ چو نے تے ابراہیم نے حضرت ماریہ قبطیہ رضی اللہ تعالیٰ عنہ تو اچھا ابراہیم ہوں گے مجھے نام غلطی لگی بھی ایک ہی بیٹا ان کا جو تھا نا وہ ماریہ ام المؤمنین حضرت ماریہ رضی اللہ عنہ سے تھا باقی ساری اولاد جو ہے نا ام المؤمنین حضرت خدیجہ رضی اللہ عنہ سے تھی ایک یہ بات پکی ہے اور دوسری یہ بات پکی ہے کہ تمام اولاد دعوی نبوت سے پہلے ہو چکی تھی نہیں تو ابراہیم علیہ السلام سے بعد جو ہے نا اس طرح تو نہ کرو میں جو کہہ رہا ہوں نا کہ حضرت خدیجہ سے جو تمام اولاد ہے نا ان کی وہ دعوی نبوت سے پہلے ہو چکی تھی ہاں وہ ٹھیک ہے تھوڑی ہے ہاں اور یہ بھی بات پکی ہے کہ نبی کریم علیہ السلام نے دعوی نبوت 40 سال کی عمر میں کیا ہے اور 25 سال کی عمر میں حضرت خدیجہ رضی اللہ عنہا سے ان کی شادی ہوئی ہے 15 سالوں میں 22 اولادیں ہیں سوچ لیں کیا بول رہے ہیں یہ خود سوچ لیں بولنے والے یہ تو عقل مند خود ہی
समझ सकता हाँ, है, ये अक्लमंद को इसलिए समझ कि आ उन्होंने सकती है ना। हज़रत मसीह अलैहिस्सलाम तो नहीं लिखा ये हज़रत खदीजा की औलाद है, ये अपनी तरफ से आपने भाई- कहानी बनाई है। भाई तारीख में तो लिखा हुआ है ना, हदीस की जो कुतुब में मौजूद है ये बात। तरीक का ना वाला दे ना, तरीक सानू की तरीक जो मर्जी लिखे, मैं जो बात कर रहा हूँ ये बातें आपने बतानी है ना, तरीक बाकी दी बात तो की ਅਸੀਂ बात ਮੰਨੀ कौन नहीं, है? ਅਸੀਂ ਮਸੀਹ ਮੌਤ ਦੀ ਮੰਨੀ तरीक मौत दी की मंनी किताबां तो सुटो साबित भी आग तो लाओ करना है हम ना। जाके किते। भाई साबित भी तो करना है ना, जो चीज पैदा हुई है उनकी उनका निशान नामो निशान भी तो होना है ना। नहीं, नामो निशान क्या यहाँ पे कोई मौजूद था उस वक्त वहाँ पे जिसने लिखा है तरीक की नहीं, तो किताबें मिर्जा लिखने साहब वाले कौन मौजूद लोग हैं, थे। वो मौजूद थे वहाँ से। मिर्जा साहब मौजूद थे? वो मिर्जा साहब का तो वही है सोर्स, नहीं मिर्जा साहब मिर्जा साहब की अपनी जाती नहीं, तहकीक तो कोई है ही कहाँ लिखा नहीं ये है। बात? नहीं, ये बात कहाँ लिखी है? मिर्जा साहब ने वही बता दे, वही पेश कर जो वही नाज़िल हुई है मिर्जा साहब पर। हाँ, तो जो भी वो पेश कर रहे हैं वो उनको वही से इल्म दिया गया। कहाँ अच्छा, ये लिखा है, ईसा कहाँ अलैहि लिखा है, सलाम वो का हर जिंदा सफे थे? के बाद है लिखा। नहीं, इब्राहिम अहमदिया में जो ईसा अलैहि सलाम का जिंदा होना लिखा है वही के जरिए से लिखा था, बगैर वही के। पब्बो एतल्ला जी कफार, उसका ताल्लुक ही कोई नहीं आपस में इन चीजों का। पब्बो एतल्ला जी कफार पूछा है ईसा अलैहि सलाम का जिंदा होना वही सब मानते थे, खामोश, ताल्लुक ही नहीं है। वो इस बात का क्या ताल्लुक है वही से नबी करीम अलैहि सलाम की औलाद के बारे में? ये कहाँ वही हुई है? मुनकरीन नहीं समझ सकते क्योंकि उनकी अकलें मोटी होती हैं, लतीफ हाँ, मज़ाहीन उनकी अकल में आ नहीं सकते, यही मसला होता है। वाह जी वाह, बड़ी दलील दी है, मुनकरीन नहीं लड़ समझ। के ਤੁਸੀਂ ਤੁਹਾਡਾ ਹੀ ਹਾਲ ਹੋਣਾ, ਆਪਣੇ ਆਪ ਨਾਲ ਲੜੋ, ਆਪਣੇ ਆਪ ਨੂੰ ਚਾਕੂ ਛੁਰੀਆਂ ਮਾरो। तो मिर्जा साहब ने क्यों लिखा? इतनी बात तो पांचवी के स्टूडेंट आदमी पूछो ना तो वो भी बता देता है, ठीक है ना। इतनी बात उसको भी पता होती है कि ये औलादे हैं नबी करीम अलैहि सलाम ਆਪਣੇ की। ਕੋਲ ਹੀ ਲਾਈ ਨਾ, ਠੀਕ ਹੈ ਨਾ, ਅਸੀਂ ਕਹਿ ਆਪਣੇ ਠੀਕ ਕੋਲ- ਹੈ ਨਾ, तो अपने को ਤੁਸੀਂ अगर जुमले तो ਦੇ मैंने बाद तो ठीक है पूछा ना, यार आप वही ला दो, पेश करें। तो ठीक हो तारक चौहान जाएगा, साहब, ठीक है ना, तारक चौहान ठीक साहब, है ना। तारक चौहान साहब सुनिए ना, ये ताने मेने देने से ना बात नहीं बना करती, जो बात होती है ना उस अच्छी पर बात आकर है, अल्हम्दुलिल्लाह। हाँ, ताने हमें मेने आप देने से जैसे बात नहीं बना आलमों की करती। जरूरत नहीं है, हमने कब कहा है कि हम फासिकीन आलम हैं? आलमों की हमें जरूरत नहीं है। हमें ऐसे जो अल्लाह की भी जरूरत नहीं है, जो ये कहे आलम कि खुद नबी ही करीम फासिक हो ਉਹਦੇ ਕੋਲ ਕੀ अलैहि इल्म थी, ऐसे जुला की भी जरूरत नहीं है। अल्लाह रसूल के हमें उन नाफरमानी जुला की से हमने जरूरत इल्म नहीं लेना है। जाके, हाँ, हमें उन जो अल्लाह से दीन लेना है, काफिरों से नहीं ये हमने पता नबी पूछना करीम को अल्लाह जाके। कहनी थी, वो हमें उन हमारे जाहिल पास से दीन सोर्स लेना है। ऐसा शख्स है जिसको खुदा की तरफ से बारिश की तरह वही हुई। हाँ, आप जिसे में ये कोई है नहीं ऐसा, पता था कि नबी कोई करीम उम्मत के में ऐसा बेटे कोई कितने पैदा थे, हुआ है? बेटियां कितनी थी? उम्मत में कोई ऐसा भाई, पैदा हुआ है वो पहले? जाहिल से दीन लेना है, ना पहले उस पैदा जाहिल हुआ से ना दीन कभी लेना है। बाद में होगा। वाकई ऐसा जाहिल दुनिया में नहीं पैदा हुआ। बारिश की तरफ जैसे ये वही वाला कहा कि शख्स भाई एक ही है, नबी करीम की थी। मिर्जा गुलाम वो ऐसा अहमद, जाहिल दुनिया में नहीं पैदा हुआ, और ऐसा उनकी जाहिल दुनिया में सोर्स जो पैदा है वो हुआ अल्लाह है। ताला है, और अल्लाह ताला जो है अल्लाह वो ताला से अलीम भी पूछकर है, उन्होंने कहा हकीम ना भी कि है, ईसा अलैहिस्सलाम आसमान पर जिंदा लतीफ है। भी है, खबीर भी है। हाँ, तो उसी हमने उसी बंदे लतीफ ने कहा खबीर की नहीं बात मानते। बननी है कि फासिकीन की बात सुननी है? भाई उसी बंदे ने कहा कि ईसा अलैहिस्सलाम आसमान पर जिंदा है, आप उसको फासिक मानते हैं? आप उसको अब मुशरक मानते हैं? कह जो दिया कहते हैं कि ईसा जो भी वो अलैहिस्सलाम कह रहे जिंदा हैं हम मानते, तो फिर क्या रफड़ है? है। भाई मानते हैं ना कि ईसा अलैहिस्सलाम को जो भी वो आसमान कहते हैं पर हम जिंदा मानते है। हैं, तो फिर इसमें एक एक सवाल पेश करके एक सफे पे जो लिखा ये हुआ है ये तो मानते हैं, दो आपकी नंबर मुश्किल सफे है पे जो तारक लिखा है चौहान वो साहब, मानते ये हैं, आपकी मुश्किल है, 3 मेरी नहीं नंबर है। पे लिखा हुआ जो मानते हैं वे हमने ये कहा हम आपकी सब मुश्किल मानते है, हैं, मेरे लिए नहीं है फिर ना। हमारे साथ बहस करने का फायदा ही कोई नहीं। मैं बहस कर ही नहीं हम रहा, सब मानते हैं। हम दलील मांगते हैं, आप गालियां निकालनी शुरू कर देते हैं। आपसे आपको हमने ना दलील लेनी है ना आपसे मांगनी है। हाँ, ये तो कुरान काफिरों को कहता है सच्चे हो तो दलील लाओ। हाँ, तो कुरान ने और अबू सच्चे हो जहल तो को दलील दलील लाओ। की क्यों नहीं समझ आई? वो कुरान उनको कहता समझाया है उन्होंने? सच्चे हो तो दलील लाओ, सच्चे हो तो वहां दलील से तो लाओ हिजरत ना। कर गए वो दलील लाओ ना, सच्चे क्योंकि हो उनको तो पता था कि अब इन्होंने नहीं समझना, मोहर लग गई इनके दिलों पे। खाम दलीलें देते रहे उनको जिनके दिलों पे मोहर लगी हुई है। हम तो कहते हैं जाओ जी जहन्नम की मरो जाकर, जहन्नम की मौत मरो, मेहरबानी करो साढ़े चीशे मारने से बात नहीं बना करती, ठीक है ना। जो सवाल होता है ना उसको टच करके जवाब दिया करें। तो हमारा कुछ बुरा आप बेवकूफ की तरह बैठ करने की आपको आदत है तो ਅਸੀਂ लगे ਤੇ रहे ਮੌਜਾਂ ना। ਕਰ ਰਹੇ ਹਾਂ, ਇਮਾਮ ਆਖਰੂ ਜ਼ਮਾਨ ਨੂੰ ਮੰਨ ਕੇ ਅਸੀਂ ਬੜੇ ਖੁਸ਼ ਹਾਂ। ਇੰਜ ਲੱਗਦਾ ਹੈ ਜਿਵੇਂ ਬੱਦਲਾਂ ਦੇ ਵਿੱਚ ਅਸੀਂ ਤੈਰ ਰਹੇ ਹਾਂ, ਇਤਨੇ ਖੁਸ਼ ਹਾਂ ਅਸੀਂ। हाँ, इतने ਤੁਹਾਡੀ खुश ਵੀ हैं घर कि बन गई, सवाल तुसी कीता क्या है? अपने एक चक्करां 'ਚ सवाल फिरदे रहो। कीता क्या तो गालियां ते आ गए हो तुसी। आला हजरत चलो ਨੂੰ नहीं ਮੰਨੋ रहा, और क्या ਜਾਂ लाभ है?
बहुत उम्दा सवाल किया वैसे इरफान साहब, आपको इसका जवाब देना या चाहिए। किसी और नु बनो वही बताए ना, मैं यहाँ तो नस पेश करें वही की, वही का पूछा है बोए तल्ला जी कफार काफर हक्का पक्का रह गया, खा के हड्डियां तो ज्यादा मुर्गा बना देंदे हो, ਤੁਹਾਡਾ ਕੀ ਇਤਬਾਰ ਹੈ? सुभान अल्लाह। नईम साहब का हाँ सवाल, उसी को मुर्गा सिर पे बांध के इलाज करना वो शुरू अबू कर जेल था देंगे। जो हक्का बक्का रह गया था, अबू नहीं, जेल हक्का नहीं, बक्का रह गया था। वो बंदा हक्का और वो पक्का जो रह काफर गया उस था। वक्त थे 100 ਬੰਦਾ 100 ਤੋਂ ਵੀ ਘੱਟ ਮੁਸਲਮਾਨ ਹੋਏ ਸੀ, ਬਾਕੀ ਸਾਰੇ ਕਾਫਰ ਸੀ। ਉਹਨਾਂ ਨੂੰ ਦਲੀਲ ਦਾ ਤੇ ਕੋਈ ਅਸਰ ਨਹੀਂ ਹੋਇਆ। ਅਖੀਰ ਉਹਨਾਂ ਨੂੰ ਛੱਡ ਕੇ ਹਿਜਰਤ ਕਰਨੀ ਪੈ ਗਈ। ਕਾਫਰਾਂ ਨੂੰ ਕੋਈ ਅਸਰ ਨਹੀਂ ਹੁੰਦਾ। ਅੱਲਾਹ ਤਾਲਾ ਕਹਿੰਦੇ ਦਿਲਾਂ ਤੇ ਮੋਹਰ ਲਾ ਉਹ ਦਿੱਤੀ ਦਲੀਲ ਹੈ। ਦਿਓ ਤੇ ਸਹੀ ਨਾ, ਦਲੀਲ ਦਿਓ ਤੇ ਸਹੀ ਨਾ, ਦਿੱਤੀ ਕਿਹੜੀ ਨੇ ਉਹ ਵੀ ਤੁਹਾਨੂੰ ਦਲੀਲ ਅਸੀਂ ਦੇਣੀ ਨਹੀਂ ਕੋਈ। ਤਕਦੀਰ ਹੋ ਗਈ ਤੁਹਾਡੀ 85 ਦਲੀਲ ਹੈ। ਕਿਤਾਬਾਂ ਦਲੀਲਾਂ ਨਾਲ ਪੜੀਆਂ, ਤੁਹਾਨੂੰ ਕੀ ਅਸਰ ਹੋਇਆ? ਕਿਹੜੀ ਦਲੀਲ ਤੁਹਾਡੇ ਸਿਰ ਤੋਂ ਹੈ? ਉੱਤੇ ਗੁਜ਼ਰ ਗਈਆਂ। ਉਹ ਮੈਨੂੰ ਦੱਸੋ ਨਾ ਕਿਹੜੀ ਦਲੀਲ 85 ਕਿਤਾਬਾਂ ਦਲੀਲਾਂ ਨਾਲ ਭਰੀਆਂ ਹੋਈਆਂ। ਭਾਈ ਲਾਦਾ ਸਾਹਿਬ ਤੁਹਾਨੂੰ ਕੋਈ ਅਸਰ ਨਹੀਂ ਹੋਇਆ। ਤੁਸੀਂ ਹਜੇ ਵੀ ਮੁਨਕਰੀਨ ਔਰ ਫਾਸਿਕੀਨ ਚ ਸ਼ਾਮਲ ਕਿਹੜੀ ਹੋ। ਦਲੀਲ ਹੈ? ਮਿਰਜ਼ਾ ਸਾਹਿਬ ਨੇ 85 ਕਿਤਾਬਾਂ ਦਲਾਇਲ ਦੇ ਨਾਲ ਲਿਖੀਆਂ, ਤੁਹਾਨੂੰ ਕੋਈ ਅਸਰ ਹੋਇਆ? ਮੈਨੂੰ ਤੁਸੀਂ ਕਾਫਰ ਦੇ ਕਾਫਰ ਹੀ ਹੋ ਤੇ ਕਾਫਰ ਮਰੋਗੇ। ਨਬੀ ਕਰੀਮ ਅਲੈਹਿਸ ਸਲਾਮ के भाई औलादा ने ਕਾਫਰ ਹੀ ਮਰੋਗੇ, ਕਾਫਰ ਹੀ ਜ਼ਿੰਦਾ ਰਹੋਗੇ। ਹਾਂ ਕੋਈ ਅਸਰ ਨਹੀਂ ਹੋਣ ਲੱਗਾ ਤੁਹਾਨੂੰ। अच्छा ये दलील क्या है कि नबी करीम अलैहि सलाम के भाई औलादा ये दलील पेश करो। दलील से दे देती है। हजरत दलील मसीह मऊद अलैहिस्सलाम ने फरमाया, दलील सब तो ताकतवर मजबूत तरीन दलील कातिया हिज्जत सातिया, उसी काफिरों और फासिकों की गर्दनें काटने वाली दलील। मऊद ने फरमाया था कि ईसा अलैहि सलाम जिंदा है, दोबारा आएंगे। हाँ जी, तो बस हमने तो मान लिया, हमने तो मान लिया। जब उन्होंने कहा मैं उसकी जगह आ गया हूँ, फिर भी हमने मान लिया। पहले भी माना था, दूसरी दफा जड़ा क्या वो भी मान लिया। साढ़े तो कोई मसला नहीं ना, जो भी वो कहते ਅਸੀਂ मान ਲੈਂਦੇ ਹਾਂ। ਤੁਹਾਡੇ ਲਈ ਮਸਲਾ ਹੈ ਕਾਫਰਾਂ ਵਾਸਤੇ। ਤੁਹਾਨੂੰ ਸਮਝ ਨਹੀਂ ਆਉਂਦੀ ਕਿੱਧਰ ਕਿਹੜੇ ਪਾਸੇ ਜਾਈਏ। ਜ਼ਾਹਰ ਹੈ ਇਹ ਜਿਹੀਆਂ ਹਾਲਤਾਂ ਕੌਣ ਸਮਝ ਸਕਣਾ ਹੈ। ਸਾਨੂੰ ਅਸੀਂ ਤੇ ਇਮਾਮ ਆਖਰ ਜ਼ਮਾਨ ਨੂੰ ਮੰਨ ਕੇ ਬੜੇ ਖੁਸ਼ ਹਾਂ। ਸਾਨੂੰ ਮਸਲੇ ਸਾਡੇ ਮਸਲੇ ਸਾਰੇ ਖਤਮ ਹੋ ਗਏ। ਹਾਂ ਇਹ ਜਿਹੀਆਂ ਹਾਲਤਾਂ कौन समझ सकना है। एक नहीं भाई ये बताएं कि रसूल पाक की असल में कितनी औलादें थी? यार मेरे इल्म के मुताबिक उनकी 4 बेटियां और 3 बेटे थे। तो भाईजान ये तो आजकल एक नया मुकदमा खड़ा हुआ है, वो कह रहे हैं रसूल पाक की सिर्फ एक ही बेटी थी और बाकी की 3 जो थी वो हजरत खदीजा के पहले खामन से थी। कितना इख्तिलाफ इन लोगों में, ऐसे लोगों से हम दलीलें देंगे। मतलब हमें इस्लामियत की किताबों में आप पढ़ाते हैं कि रसूल पाक की 4 बेटियां थी। अब ऐसे मुसलमान भी है जो कहते हैं उनके वालिद हजरत अब्दुल्ला 2 साल पहले फौत हो गए थे, ऐसे भी हैं। ऐसे जाहिलों से हमने बात करनी, उनसे दलील मांगनी है। हाँ ये जाहिल जो है ना, ये मिर्जा साहब के बेटों ने भी लिखा हुआ है ये जालत, ठीक है ना। और मौजूदा लेकर मिर्जा साहब के बेटे भी जाहिल थे और आप लोग भी जाहिल हैं। उसने कहा था कि चंद दिन के लड़के थे तो उनका वालिद बहुत हो गया। हम तो मिर्जा साहब की बात करें, ना उनके बेटे की बात कर रहे हैं, ना उनके चाचे की बात कर रहे हैं, ना उनके फूफड़ की बात कर रहे हैं, ना उनके अब्बा की बात कर रहे हैं। मिर्जा साहब थे जो मामूर थे, बाकी कोई और नहीं था। जो उन्होंने लिखा है वो दुरुस्त है, वो हम मानते हैं। चाचे माम में फूफड़ ने लिखे हो तो साढ़े तो कोई दलील नहीं। ਰੌਲਾ ਪਿਆ ਜੋ ਅੰਸਰ ਇੱਥੇ ਰੋਲਾ ਇਹ ਪਿਆ ਅਮਰ ਭਾਈ ਕਿ ਤਾਰਕ ਚੌਹਾਨ ਸਾਹਿਬ ਨੇ ਕਿਹਾ ਕਿ ਜੋ ਕੁਝ ਮਿਰਜ਼ਾ ਸਾਹਿਬ ਲਿਖਿਆ ਅਸੀਂ ਉਹ ਮੰਨੇ ਆ। ਮੈਂ ਪੁੱਛ ਬੈਠਾ ਮਿਰਜ਼ਾ ਸਾਹਿਬ ਲਿਖਿਆ ਨਬੀ ਕਰੀਮ ਅਲੈਹਿਸ ਸਲਾਮ ਦੀਆਂ 12 ਲੜਕੀਆਂ ਫੌਤ ਹੋਈਆਂ ਤੇ 11 ਬੇਟੇ ਫੌਤ ਹੋਏ ਨੇ। ਆਨਨ ਅਸੀਂ ਮੰਨੇ ਆ। ਮੈਂ ਕਿਹਾ ਸਾਬਤ ਕਰੋ, ਦਲੀਲ ਦਿਓ ਇਹਦੀ। ਆਨਨ ਮਿਰਜ਼ਾ ਸਾਹਿਬ ਨੇ ਆਖਦਾ ਉਹ ਗੱਲ ਵਹੀ ਨਾਲ ਆਖਨੇ। ਮੈਂ ਕਿਹਾ ਮਿਰਜ਼ਾ ਸਾਹਿਬ ਨੇ ਵੀ ਆਖਿਆ ਈਸਾ ਅਲੈਹਿਸ ਸਲਾਮ ਜ਼ਿੰਦਾ ਹੈ, ਅਸਮਾਨ ਤੋਂ ਨਾਜ਼ਲ ਹੋਇਆ। ਇਹ ਗੱਲ ਵੀ ਵਹੀ ਨਾਲ ਹੀ ਆਖੀ ਨੇ ਨਾ। ਅੱਗੋਂ ਮੈਨੂੰ ਗਾਲੀਆਂ ਸ਼ੁਰੂ ਹੋ ਗਈਆਂ, ਤੁਸੀਂ ਫਲਾਣ ਹੋ, ਤੁਸੀਂ ਫਲਾਣ ਹੋ, ਇਹ ਫਲਾਣ ਹੋ, ਤੁਸੀਂ ਫਲਾਣ ਹੋ। ਸਾਨੂੰ ਤੇ ਕੋਈ ਮਸਲਾ ਨਹੀਂ। 1 ਮਿੰਟ ਖਲੋ ਜੋ ਨਾ। ਇਹਦਾ ਸਵਾਲ ਸਿਰਫ ਇਸ ਗੱਲ ਦਾ ਇੰਨਾ ਹੀ ਬਣਦਾ, ਮਿਊਟ ਕਰੋ 1 ਮਿੰਟ ਬਈ। ਜਿਹੜੀ ਗੱਲ ਮਿਰਜ਼ਾ ਸਾਹਿਬ ਲਿਖੀ ਹੈ ਇਹ ਕਿਸੇ ਤਾਰੀਖੀ ਕਿਤਾਬ 'ਚ ਹੈ। ਜੇ ਉਹ ਆਖਣ ਨਹੀਂ ਸਾਡੇ ਕੋਲ ਮਿਰਜ਼ਾ ਸਾਹਿਬ ਦੀ ਗੱਲ ਹੀ ਅਥਾਰਟੀ ਤੇ ਗੱਲ ਖਤਮ ਹੋ ਜਾਂਦੀ, ਉਹਦੇ ਨਾਲ ਝਗੜਾ ਅੱਗੋਂ ਬਣਦਾ ਕਰਨਾ। ਅਗਰ ਉਹਨਾਂ ਵਾਸਤੇ ਮਿਰਜ਼ਾ ਸਾਹਿਬ ਦੀ ਗੱਲ ਉੱਜਤ ਬੰਦੇ ਦੀ ਨਿਸ਼ਾਨੀ ਹੈ ਹੁੰਦੀ ਤੇ ਉਹਨਾਂ ਨੂੰ ਮੰਨਣ ਦਿਓ। ਅਗਰ ਤਾਰੀਖ ਦੀ ਕਿਸੇ ਕਿਤਾਬ 'ਚ ਤੁਹਾਡਾ ਸਵਾਲ ਸਿਰਫ ਨਹੀਂ ਹੋਣਾ ਚਾਹੀਦਾ ਹੈ ਕਿ ਤਾਰੀਖ ਦੀ ਕਿਤਾਬ 'ਚ ਨਹੀਂ ਹੈ ਤਾਂ ਬਸ ਠੀਕ ਹੈ, ਤੁਸੀਂ ਮੰਨੀ ਦਿਓ। ਮੈਂ ਤਾਂ ਅਮਰ ਭਾਈ ਸਿੱਧੀ ਜੀ ਗੱਲ ਕੀਤੀ ਵੀ ਦਲੀਲ ਦਿਓ। अच्छा मैं तो नहीं अगर तारीख साबित कितना करो हल नहीं होना।
ਉਹਨਾਂ ਤੁਹਾਨੂੰ ਕਹਿ ਦਿੱਤਾ ਕਿ ਸਾਡੇ ਵਾਸਤੇ ਮਿਰਜ਼ਾ ਸਾਹਿਬ ਦੀ ਗੱਲ ਹੀ ਦਲੀਲ ਹੈ, ਨਾ ਸਾਨੂੰ ਹਿਸਟਰੀ ਦੀ ਕਿਸੇ ਕਿਤਾਬ ਨਾਲ ਲੈਣ ਦੇਣ ਹੈ। नहीं मैं इस ते भी इतराज ही ना कीता अमर भाई ना ये गल नहीं की कि मिर्जा साहब ने आख्या मिर्जा साहब ने गल की वही नाल की है। मैं उस ते सवाल खड़ा किया है ईसा अलैहिस्सलाम ना जिंदा होना जो लिखिया भी वही नाल लिखिया या बगैर वही तुम्हें ਤੇ ਅਸੀਂ ਕਦੋਂ ਕਿਹਾ ਕਿ ਨਹੀਂ ਲਿਖਿਆ ਸੀ, ਕਿਹਾ ਉਹ ਵੀ ਸਹੀ ਲਿਖਿਆ ਹੈ। ਜਦੋਂ मैं पूछा वही नाल लिखिया या बगैर वही तुम्हें, मेरा सवाल वही है के ਜੋ ਵੀ ਲਿਖਿਆ ਸਹੀ बगैर वही के जिंदा होना और वही के साथ फौत हो जाना। ਨਹੀਂ ਗੱਲ ਮੁੱਕ ਗਈ ਹੈ। ਐਵੇਂ ਖਾਮ ਖਾ ਬੰਦੇ ਦੁਆਲੇ ਜਿਹੜੇ ਨੇ ਨਾ ਉਹ ਇੰਤਜ਼ਾਰ ਪੇ ਕਰਦੇ ਨੇ ਵੀ ਨਹੀਂ ਮਵਾਨ ਦੀ ਤੇ ਚੌਹਾਨ ਸਾਹਿਬ ਦੀ ਕੋਈ ਹੋਣ ਲੱਗੀ ਗਿੱਲੇ ठीक हो गया। नहीं मैं तो पहले भी छोड़ दी गल भी दलील इन्हां कोल है कोई नहीं, मैं तो ना गल छोड़ दो। नहीं भैया आप दलील दे दें यार। किस बात की यार? दलील मैं आपके घर से दे देता हूँ, अपना मिर्जा बशीर अहमद अहमद साहब की लिखी हुई है सीरत खातमुन नबीयीन, उसमें सारी बातें मौजूद हैं, ठीक है ना। 4 औलादें उनकी लिखी हुई हैं, 3 बेटे और 4 बेटियां उसकी लिखी हुई हैं, और तमाम औलाद जो है हज़रत इब्राहीम के अलावा सारी औलाद जो है हज़रत खदीजा से हुई है, ठीक है। ये सारी बातें उसमें मौजूद हैं, आपके घर से रेफरेंस दे रहा हूँ मैं। कहते हैं वो मौजूद था। ਪੁੱਤਰ ਨੇ ਫਿਰ ਬਾਪ ਦੀ ਵਹੀ ਤੇ ਨਹੀਂ ਤਬਾਰ ਕੀਤਾ ਤੇ ਗੱਲ ਮੁੱਕ ਗਈ। हाँ लेकिन वो असली हाँ जो औलाद जमने है, ने ये कैसे तबार पता? जो जमने जिन्हें जमने ने वो नहीं तबार भी कर दे। ਅਸੀਂ ਤੇ ਕਹਿੰਦੇ ਮਿਰਜ਼ਾ ਸਾਹਿਬ ਮੇਰੇ ਫੁੱਫੜ ਹੋਵੇ, ਚਾਚਾ ਹੋਵੇ, ਮਾਮਾ ਹੋਵੇ, ਬੇਟਾ ਹੋਵੇ, ਕਜ਼ਨ ਹੋਵੇ, ਸਾਡੇ ਲਈ ਉਹਦੀ ਕੋਈ ਹੈਸੀਅਤ ਨਹੀਂ। ਗੱਲ ਮੁੱਕੀ ਗੱਲ ਮੁੱਕੀ। ਤੁਹਾਡੇ ਵਾਸਤੇ ਸਿਰਫ ਮਿਰਜ਼ਾ ਸਾਹਿਬ ਦੀ ਗੱਲ ਹੁੰਦੀ ਹੈ। अच्छा नूर भाई मैं आपसे एक सवाल पूछना चाहता हूँ अगर इजाजत दें तो। जी जी पूछें। अगर अच्छा नहीं भाई ये बताएं कि एक आम मुसलमान में, मोमिन में और वली में क्या फर्क होता है? आम मुसलमान मोमिन और वली में यार मुझे नहीं पता इस बात का। आपने जिंदगी में कभी ये सोचने की कोशिश की है? नहीं किया मैंने। तो फिर यार आप सोटा लेके इतने सालों से हमारे पीछे क्यों लगे हुए हैं? अच्छा आपने कभी सोचने की कोशिश की है जो मुझसे सवाल किया आपने? हाँ जी। हाँ किसी दिन आप और मैं प्यार से बैठेंगे और वादा करेंगे कि आधा घंटा लड़ाई नहीं होगी, फिर मैं आपको बताऊंगा। चलो अब वाटर साहब आपने तो बात बताई नहीं, इसका मतलब आपको भी नहीं पता सवाल का जवाब। इनका आ गए हो। अच्छा ये बात ज़हन में रखिएगा वाटर साहब, मेरे सामने जो है ना ये कहानियां बयान करने से गुरेज करिएगा। ये तारक चौहान साहब की मिसाल आपके सामने है, ठीक है ना। मैं ऐसे ही हवाले पेश कर दिया करता हूँ जवाब में। यार मैंने तो हवाला नहीं, गुजारिश बस मैंने कर सकता हूँ। गुजारिश ही कही है ना, मैंने कहा मेरे सामने कोई भी तकरीर करने से पहले गुजारिश कर लीजिएगा। इसका जवाब मेरे पास आगे है, नहीं आ रही है, इसका जवाब आगे है। अच्छा अब तकरीर करने से पहले गुजारिश है कि चाहती हैं म्यूट करें बोले वो कोई बात जज़ाकल्लाह आमिर भाई। अच्छा इसका जवाब सिंपल है, जहाँ पर लिखा है ना 11 बेटे और वो सब हैं, तो वो असली बेटे नहीं मुराद होंगे ना, रूहानी या कोई और होगा जिंदी वगैरह। मेरा सवाल हुसैनी भाई से, हुसैनी भाई अवे हैं। हुसैनी भाई आ जाते आ जाते। चलो जी नईम साहब आप पता लग गया, आप बताएं क्या कह रही हैं? आ गए हुसैनी भाई। जी अस्सलाम वालेकुम रहमतुल्लाह। वालेकुम सलाम। अच्छा जी। एक दफा का जिक्र है कि आपने ना पूरा A to Z बताया था, वो मैं नोट करना भूल गई थी, तो वो मैं नोट करना चाह रही थी कि जमात अहमदिया के बेसिक अकायद। फिर आपने कहा था कि ये अकीदा भी कुरान में नहीं है, ये भी नहीं है, ये भी नहीं है, ये अकीदा हदीस से लिया है, तो इसको ऐसे, वो आप चीज़ रिपीट कर सकते हैं? अब ये कोई मुआवजने की आप बात कर रही हैं, कोई बात अगर मसलन गालबन आप नुज़ूल मसीह की बात कर रही हैं। तीन बेसिक अकीदे मुझे लग रहा है आपने बताए थे। बुनियाद है मसीह मौत होने की, मसीह मौत की, ये अकीदा कुरान करीम में और एक और ठीक हो गया, और दूसरा है महदी का, दोहरे इमाम महदी का, जिसका भी कुरान शरीफ से कोई ताल्लुक नहीं, और कुरान मुजद्दिद शरीफ का इसकी तायद नहीं करता। तीसरी चीज़ है मुजद्दीन की बेसत का, कुरान करीम इसका कोई जिक्र नहीं करता। ठीक है, फिर ये अकीदे कहाँ से आए? तीनों अकीदे आयते इस्तखलाफ से साबित होते हैं, तो कुरान में इनका जिक्र है। हुसैनी भाई का पॉइंट ऑफ व्यू लेती हूँ ना अभी। मतलब इनका कोई पेशगोई कुरान करीम में मौजूद नहीं है। बाकी जो सिलसिला तावीलात की 13 जिल्दें हैं उससे हर चीज़ जहाँ मर्जी सर्च करने सब कुछ हो जाती है। अच्छा जो मिसले ईसा हैं
وہ حدیث سے لیا گیا ہے. حصہ کوئی نہیں ہے. جو مسیح مطلب نزول مسیح جو ہے وہ قرآن کریم میں نہیں ہے. کیا چیز؟ مسیح موعود جو ہے وہ نزول مسیح کی ہی ایک شکل ہے نا. جی 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 نزول مسیح کا مطلب ہے مسیح کا نازل ہونا. صحیح ہے. مسیح کے نازل ہونے کی خبر قرآن کریم نہیں دیتا. اللہ تعالیٰ نے کبھی نہیں فرمایا کہ میں عیسیٰ علیہ السلام کو نازل کروں گا. ٹھیک ہے. حدیث تو دیتی ہے نا. نہیں جلالین بھی دیتے ہوں گے. ثانی صاحب مرزا صاحب کہتے ہیں قرآن بھی دیتا ہے مسیح نے مریم کی خبر. اب کیا کریں؟ مرزا صاحب بنا رہے ہوں گے وہ مطلب آیت پڑھے نا جس میں مسیح کا ذکر ہو. آپ یہ کہہ رہے ہیں حسینی صاحب تو کہہ رہے ہیں قرآن میں ان کے مطابق ذکر نہیں. مرزا صاحب کیا کہہ رہے ہیں؟ جو ہے نزول مسیح کی، حسینی صاحب جو نزول مسیح کی حدیث ہے، نزول مسیح کا کوئی ذکر قرآن کریم میں نہیں ہے. یہ میں عرض کر رہا ہوں. ہاں جی. قرآن کریم کسی ایسی حدیث کی تائید نہیں کرتا جو نزول مسیح کا ذکر کرے. ٹھیک ہے. اور مجددین کی کوئی ہے مجددین کی حدیث کی قرآن کریم کوئی تصدیق نہیں کرتا. اوکے. اور مہدی امام مہدی کے ظہور کا قرآن کریم کوئی ذکر نہیں کرتا. اچھا، جو صدی کے سر پر تمہارے مجدد ظاہر ہوں گے، وہ اسی حدیث کی بات آپ اس کو اس کے اسپیئر پارٹ بنا رہی ہیں. وہ بھی کینسل ہو گئے. مطلب قرآن سے بیسک جو کانسیپٹس ہیں وہ قرآن سپورٹ نہیں کر رہا. قرآن کریم شریعت کی کتاب ہے، اللہ تعالیٰ کا کلام ہے. وہ ان مسائل کو کوئی اہمیت نہیں دیتا، ان کے ساتھ کوئی تعلق نہیں، باروبار ہے. لیکن ان مسائل کی وجہ سے کفر اور اسلام کا جھگڑا پڑ گیا نا. قرآن شریف کے جو باتیں بتائی ہیں ان کے ماننے نہ ماننے سے کفر اور اسلام ہوتا ہے. قرآن کریم شریعت ہے. اگر آپ قرآن کریم کی بات مانیں گے تو شریعت سے بات تو نہیں جا سکتی. اچھا تردید کر رہا ہے کسی چیز کی ان تینوں عقیدوں میں سے؟ تردید جس بات کی کا کوئی وجود ہی نہیں اس کی تردید کا کیا مطلب؟ جو بندہ پیدا ہی نہیں ہوا اس کے فوت ہونے کا ذکر ہو سکتا ہے؟ جو ایگزسٹ نہیں کرتی بات ہی نہیں تو اس کی کیا تردید کریں؟ آیت خاتم النبیین سے آپ کیا سمجھتے ہیں؟ آیت خاتم النبیین سے جو یہ تو ختم کرنے والے ہیں، لیکن رسول اللہ خاتم النبیین. آواز کم ہو گئی تھی بیچ میں. نبیوں کو ختم کرنے والے. جی کیا کہا آپ نے؟ لیکن رسول اللہ بخاتم النبیین، اور اللہ کے رسول ہیں اور نبیوں کو ختم کرنے والے ہیں. اچھا ٹھیک ہے. اچھا مطلب اب وہ اس کی تائید اس حدیث کی تائید اس آیت سے ہوتی ہے. اس کو سرپرستی ملتی ہے قرآن کریم سے جو رسول اللہ نے فرمایا انا خاتم النبیین لا نبی بعدی. حسین بھائی قرآن بالکل خاموش کیوں ہے؟ کیا لگتا ہے آپ کو؟ قرآن کو آپ نے تو نہیں نا بلانا. جو قرآن کہتا ہے وہی کافی ہے، جو نہیں کہتا وہ بھی ٹھیک ہے. کوشش تو ہم کرتے ہیں بلوانے کی کافی. نہیں اس طرح نہ کرے. جو اللہ پاک نے فرمایا ہے وہ کافی. نہیں ان کا مطلب ہے آخری نبی کیوں نہیں لفظ بولا قرآن میں؟ آخری نبی نہیں نہ کہے آپ. آخری نبی نہیں کہنا تو نہ کہیں. جو اللہ نے فرمایا وہ کافی نہیں. وہ آخری جب رسول اللہ کے بعد کوئی نہیں آئے گا تو رسول اللہ آخری ہو جائیں گے نا خود بخود بھی. اگر آخری کا لفظ کہنا ہے تو بھی کہہ لیں، نہ بھی کہیں تو بھی کو سے سون کے چنانچہ کرتے آپ. کیا الہام جاری ہے؟ قرآن کیا کہتے ہیں؟
کیا کہتے ہیں؟ الہام. الہام کے متعلق اللہ تعالیٰ فرماتا ہے فَعَلَمَهَا فُجُورَهَا وَتَقْوَاهَا. فاجر کو فجور کا اور تقوی والے کو تقوی کا الہام اللہ تعالیٰ فرماتا ہے. اگر خاتم النبیین کے بعد نبی تو کوئی نہیں آئے گا، لیکن کسی کو ویسا الہام ہو سکتا ہے جیسا نبیوں اور رسولوں کو ہوتا ہے. ہاں، الہام یا وحی ہونے سے کوئی آدمی رسول یا نبی تو نہیں نا بنتا. شاید کی مکھی کو وحی ہو جائے تو نبی بن جاتی ہے. نہیں، نبی آدمی تب بنتا ہے جب اللہ تعالیٰ کسی کو یہ ارشاد فرمائے کہ میں نے تمہیں نبی اللہ اور رسول اللہ بنا دی، پھر بن جاتا ہے. امتی نبی تو اور وہ خود ایمان لے آئے کر کے بنانے کی کوشش کریں، امتی نبی بنانے کی کوشش کر کے دیکھیں. امتی نبی کا کوئی ذکر نہیں قرآن شریف میں. جی سینی بھائی، آپ نے تو پیچھے کچھ چیز چھوڑی ہے. جی آپ نے پیچھے کوئی چیز چھوڑی ہے، سب صاف کر دیا ہے. جا یہی حضرت ابو بکر کی سنت ہے. وہ کہتے گھر میں کچھ نہیں چھوڑ کے آئے، اللہ اور اللہ کے رسول کا نام. صاف سیدھی بات. نہیں، بات یہ ہے کہ وہ پوچھتے ہیں کہ خاتم النبیین کا جو معنی آپ نے بتایا جی جی اس میں سے تو کئی باتیں نکلتی ہیں نا. جی نبیوں کے ختم کرنے والا اگر ترجمہ کریں تو پھر سارا مسئلہ حل نہیں نہ ہوتا. کیا مسئلہ رہ جاتا ہے؟ گنجائش نکلتی ہے نا لوگوں کے لیے. لوگ کہتے ہیں عیسیٰ علیہ السلام کو نہیں ختم کیا. ختم کرنے والا کیسے ختم کیا نبیوں کو؟ جب اللہ تعالیٰ نے جب رسول اللہ نے نبیوں کو ختم کیا، اگر باقی نبی ختم کیے تو عیسیٰ کو بھی ختم کر دیا. اس میں ایکسیپشن کا ہے. بہت پیاری گل کی تھی حسین صاحب. نہ نیا نبی آ سکتا ہے نہ پرانا. یہ ہے ختم نبوت. اصل چیز یہ ہے کہ ختم کرنے کا مطلب کیا ہے، ختم کرنے والا. یہ آپ درست فکر آئیں گے تو وہ اردو کا ترجمہ پھر مطلب یہ مطلب جلسہ سالانہ کی تقریر کرے گا. ٹھیک ہے، جزاک اللہ. یہ تو نہ ختم ہونے والا سلسلہ ہے نا. اصل چیز یہ ہے جو میں کہنا چاہتا ہوں کہ قرآن کریم میں لوگوں کی خواہشات کے مطابق الفاظ نہیں ہوتے. جس طرح آپ نے کہا ہے نا کہ جو اللہ تعالیٰ نے بیان فرما دیا ہے وہی ہے. الفاظ ہوتے نہیں پر لوگ پھر بھی نکال ہی لیتے ہیں. الفاظ حالانکہ نہیں ہوتے. لوگ مطلب گھر سے پہلے کوئی تیاری کر کے جاتے ہیں اور کہتے ہیں کہ یہ لفظ اگر ملے تو مانیں گے، نہ ملے تو نہیں مانیں گے. پہلے گھر سے ایک عقیدہ گھڑ لیتے ہیں نا، پھر وہاں جا کے کہتے ہیں کہ کیا یہ لفظ وہاں پر موجود ہے. اگر نہیں ہے تو نہیں مانیں گے. بس ایسے ہی اللہ تعالیٰ نے عیسیٰ علیہ السلام کے نزول کا ذکر قرآن میں کیا ہے، لیکن الفاظ نہیں ہے اس طرح کے جس طرح کے لوگ چاہتے ہیں نا. جس طرح ختم نبوت والے الفاظ لوگوں کو پسند نہیں ہیں، اور لوگ چاہتے ہیں کہ وہ الفاظ ہونے چاہیے جو ہم چاہتے ہیں، آخری نبی کے الفاظ ہونے چاہیے، بلکہ اردو میں آیت آنی چاہیے تھی یا پنجابی میں. ایسے ہی عیسیٰ علیہ السلام کے نزول کا قرآن میں اشارہ ہی ہے. جس طرح ختم نبوت کا آپ کی یا میری خواہش کے مطابق الفاظ نہیں ہے،
ایسے ہی نزول مسیح کے بھی الفاظ اس طرح سے نہیں ہیں، لیکن وَإِن مِّنْ أَهْلِ الْكِتَابِ إِلَّا لَيُؤْمِنَنَّ بِهِ قبل، اس میں عیسیٰ علیہ السلام کے نزول کا ہی ذکر ہے۔ باقی نہ ماننا ہو تو وہ کہیں کہ بھئی یہ الفاظ وہ نہیں ہیں۔ جو ان من اہل الکتاب کا ترجمہ ہے وہی جو ہے، اس سے کوئی انکار نہیں، لیکن عیسیٰ علیہ السلام کے نزول کا کوئی نہیں ذکر۔ اس کو اپلائی نہیں کیا جا سکتا۔ اگر عیسیٰ علیہ السلام کو دوبارہ نازل ہونا نہ مانیں یا نازل ہونے سے روکیں تو وہ پھر آیت جو ہے، لیکن اپنی خواہش اس میں ڈال کے پھر بنائیں گے نا، یہ ٹھیک ہے آپ کی بات۔ نہیں، یہ میں نہیں کہتا کہ اپنی خواہش ڈالیں، میں کہتا ہوں اس کو آیت کو اپلائی کر کے دکھائیں۔ وَإِن مِّنْ أَهْلِ جو آیت الْكِتَابِ، میں لکھا ہے وہ کافی ہے، جو آیت میں بات لکھی ہے۔ مراد یہ ہے کہ وہ جو حقیقی طور پر اہل کتاب ہے نا، وہ اپنی وفات سے پہلے حضرت محمد صلی اللہ علیہ وسلم پر ایمان لے آئیں گے، کیونکہ نجات عیسیٰ پر لانے سے، ایمان لانے سے نہیں ہے، رسول اکرم صلی اللہ علیہ وسلم پر ایمان ان کا لانے تو اس آیت میں ذکر ہی نہیں ہے سے۔ اس نا۔ کا مطلب ہے کہ وہ جو صحیح لوگ ہیں نا، اگر اہل کتاب، کوئی آدمی اللہ تعالیٰ سے ڈرنے والے، صاحب، تقویٰ رکھنے والے، وہ اگر اپنی کوئی وفات سے آدمی- پہلے محمد صلی اللہ علیہ وسلم پر ایمان لے آئیں گے۔ اگر کوئی آدمی نبی کریم صلی اللہ علیہ وسلم پر اس وقت ایمان لانا چاہے تو کیا رسول اللہ کا نزول ضروری ہے؟ اگر کوئی عیسائی، یہودی، ہندو، سکھ رسول اللہ پر اب ایمان نہیں، کوئی ضرورت نہیں۔ یا 10 ہندو اور نزول کے بغیر بھی ایمان لا سکتے ہیں نا، ہاں جی، بالکل، مسلمان ہو سکتے ہیں ہاں جی، اور امت کے فرد بھی ہو سکتے ہیں ان کا نزول اور نہیں ترقی بھی ضروری۔ کر سکتے ہیں، تو اس کے لیے کوئی نزول ضروری نہیں۔ نہیں ہو تو سکتا ہے، لیکن اگر کوئی قوم رسول اللہ کے جی۔ متعلق غلط فہمی میں مبتلا ہو اور رسول اللہ نے آ کے ان کی غلط فہمی کو اپنے ہاتھوں سے دور کرنا ہو، اور اس کی صراحت رسول اللہ کی حدیث میں موجود ہو کہ وہ آئیں گے، صلیب توڑیں گے، تو وہ آئیں گے، خنزیر کو قتل کریں گے، یہ صراحتیں ہم جب تو صحیح قرآن شریف حدیث کی میں- بات، ہم قرآن شریف کی بات کر رہے ہیں، حدیث کی بات نہیں کر رہے۔ حدیث میں غیر معمولی طور پہ تفسیرات ہوں گی، اس میں کوئی شک نہیں۔ ہم یہ کہہ رہے ہیں کہ قرآن کریم عیسیٰ علیہ السلام کے نزول کی خبر نہیں دیتا، کسی جگہ نہیں دیتا۔ یہ خبر تو ہے، یہ آپ کہیں کہ یہ لفظ نہیں ہے کہ عیسیٰ علیہ السلام نازل ہوں گے۔ بغیر لفظ کے تو خبر نہیں نا، وہ خبر لفظوں میں ہی ہوتی ہے نا، کہ بھئی وہ آئیں گے۔ ان کے آنے کا کچھ ذکر نہیں ہے، ان کے ماننے کا ذکر ہے، اور ان کے نہ آنے سے بھی مانا جا سکتا ہے۔ اصل میں یہ بالکل ایسے ہی ہے جس طرح 2 منٹ پہلے آپ آیت خاتم النبیین پیش کر رہے تھے نا، اور دائیں بائیں دیواروں پہ، منڈیروں پہ بیٹھے لوگ دل میں کہہ رہے تھے کہ سینی صاحب کی ظلم پائے جا رہے ہو، کیسے ختم کرنے والے نبی پاک، کیسے ختم کر، نبیوں کو کیسے ختم کیا انہوں نے، کیسے؟ وہ ختم نبوت والا جہاں تک مسئلہ ہے، کیونکہ ختم نبوت کے مسئلہ کو قرآن کریم کی تائید اور سرپرستی حاصل ہے، اس لیے اس کے ذیل کی ساری حدیثیں جو ہیں وہ ساری اس کی سپورٹ میں آ جائیں گی، وہ بالکل ٹھیک ہے۔ اس میں آخری کا لفظ بھی آ جائے گا، انی آخر الانبیاء بھی مل جائے گا، وہ کوئی ایسی بڑی بات نہیں، وہ سب ٹھیک ہے۔ وہ صحیح ہے، لیکن جو نزول مسیح ہے اس کا ذکر قرآن کریم میں نہیں ہے، وہ صرف اپنی خواہش کے لیے، اپنی دلچسپی کے لیے، خوشنودی کے لیے، لگاؤ کے لیے اور غیر معمولی اندرونی پریشر کے لیے ٹھیک ہے، وہ صحیح ہے، ایسا سمجھا جا سکتا ہے، ضرور ایسے سمجھ کے اپنے آپ کو تسلی دیں، اس کے ساتھ متفق رہیں، متحد رہیں، ضرور بہت اچھی بات ہے، لیکن اس کو قرآن کریم کی زبان میں، اللہ تعالیٰ کی زبان میں وہ موجود نہیں ہے، اللہ تعالیٰ نے ایسا کہیں نہیں کیا۔ آپ نے جو لفظ استعمال کیے نا کہ ختم نبوت کے لیے قرآن کریم کی سرپرستی موجود ہے، میں یہ کہتا ہوں کہ ہم نے بچپن میں بزرگوں سے، اپنی والدہ سے سنا تھا کہ پترا سجا تو ہوئے کھبے نو تے کھبا تو ہوئے سجے نو،
قرآن کرے حدیث کی سرپرستی، حدیث کرے قرآن کی وضاحت. اس طرح ہی قرآن کو صاحب قرآن نے ہی بیان کیا ہے، اور ایسا ہی صاحب قرآن کی باتوں کی روشنی میں ہی قرآن کو سمجھنا چاہیے. ایسا ہی قرآن کی بہت ساری آیات مجمل ہیں، مفصل نہیں ہیں، یعنی ان میں اشارے پائے جاتے ہیں لیکن ان کی تفصیل نہیں. ہاں جی بالکل. وہ تفصیل ظاہر ہے کہ صاحب قرآن نے بیان کی ہے. وہ پہلے اس میں صاحب قرآن نے جب بھی بیان کی ہے اس کی بنیاد قرآن کریم میں ہے. اگر بنیاد قرآن کریم میں نہ ہو تو پھر وہ حدیث قابل پذیرائی نہیں ہے. باقی یہ بالکل ٹھیک ہے بات کہ جس بات کی اصل الاصول قرآن کریم میں ہے. نماز قرآن شریف میں ہے، غیر معمولی تفصیلات نبی کریم صلی اللہ علیہ وسلم کی سنت مبارکہ میں ہے. روزہ قرآن شریف میں ہے، روزے کے اصول و مبادی جتنی باتیں ہیں وہ سب رسول اللہ سے ہی ملتی ہیں. حج جو ہے وہ قرآن شریف میں ہے، مناسک حج رسول اللہ سے ہی ملیں گے. تو جتنی باتیں ہیں وہ قصاص قرآن کریم میں ہے، تفصیل اس کی رسول اللہ صلی اللہ علیہ وسلم کی سنت میں ملے گی. تو ساری باتیں جو قرآن کریم میں موجود ہے، شریعت کی کتاب قرآن شریف ہے. میں بھی داخل نہیں ایسے ہی پیش کر سکتا ہوں کہ بلکہ اللہ تعالیٰ نے ان کو اپنی طرف اٹھا لیا. بالکل ٹھیک ہے. ہاں بالکل. تو جب اٹھا لیا ہے تو ایسا تو نہیں ہے نا کہ ان کو اٹھا لیا ہے اور انہوں نے اب آسمان پہ ہی رہنا ہے، قیامت سے پہلے کل نفس ذائقۃ الموت. آگے اپنی خواہش ہے نا جو ہم لے کے چلے ہیں. جو اللہ نے فرمایا ہے، جہاں اللہ تعالیٰ رک گیا بتا کے کہ بل رفع اللہ علیہ، اللہ تعالیٰ نے ان کو اپنی طرف اٹھا لیا. بڑی مبارک خبر ہے جو اللہ تعالیٰ نے یہی بات اگر ہم دوسری بات کے جواب میں کہہ دیں، بھئی قرآن نے تو کہہ دیا اقیم الصلاۃ، تو پھر آگے اپنی خواہش یہ ہے نا جی کہ 2 رکعتیں پڑھنی ہیں، 4 رکعتیں پڑھنی ہیں. نہیں اس کا نہ اقیم الصلاۃ کا جب ذکر فرمایا ہے، ایک جگہ نہیں فرمایا، بے شمار دفعہ فرمایا. نماز کے قیام کا ذکر فرمایا، نماز کے قیامیت کی بات کا پتہ نہیں کتنی دفعہ ذکر ہے. اور نبی کریم صلی اللہ علیہ وسلم کی سنت نے اسے واضح کیا ہے کہ ایسے کہ اس کا تعلق سنت سے ہے. نماز کا کوئی آدمی جب تک تصویر نہ دیکھے نماز نہیں ادا ہو، رکوع کی تصویر نہ دیکھے رکوع نہیں ادا ہو سکتا. یہ ہے رکوع کا لفظ قرآن شریف میں ہے، تصویر رسول اللہ میں ہے. تصویر تو انہوں نے دیکھی نا جو زندہ تھے، ہم نے تو وہی حدیث ہی پڑھی نا. جنہوں نے تصویر دیکھی، ہم نے ان کا تتبع کیا سنت کا تواتر کے ساتھ، اور وہ سنت چلی آ رہی، اسی لیے اس کو سنت ہم کہتے ہیں. یہ سنت ہے جو کچھ ہم نسلاً بعد نسلاً نبی کریم صلی اللہ علیہ وسلم سے وہ تواتر سے ہوتا چلا آ رہا ہے. ہم اسی کو ہی مانتے ہیں، سنت ہی مانتے ہیں رسول کریم صلی اللہ علیہ وسلم کی، جو آپ نے بیان کی، آپ کے صحابہ نے جس کو تفصیل بیان کی. ایسے ہی ہم یہ سمجھتے ہیں کہ جب عیسیٰ علیہ السلام کے بارے میں بھی ایک مجمل بات بیان کی گئی ہے کہ یہودی ان کو قتل کرنا چاہتے تھے، اللہ تعالیٰ نے ان کو بچایا اور ان کا رفع کر لیا. پھر ایسے ہی ہے کہ پھر آگے پھر اشارہ فرمایا کہ وہ یہ تو قرآن شریف کی خبر ہے نا کہ انہوں نے دعویٰ کیا کہ ہم نے ان کو قتل کر دیا ہے، اور اللہ تعالیٰ نے فرمایا کہ انہوں نے قتل کوئی نہیں کیا، نفی کر دی، نفی کر دی اس کی. اور وما قتل، وہ یقیناً اس کو غیر معمولی طور پہ واضح کر کے بیان فرمایا کہ بالکل شک میں نہ پڑنا، قتل وہ کسی طریقے سے بھی ان کو قتل نہیں کر سکے. بل رفع اللہ علیہ، بلکہ اللہ تعالیٰ نے ان کو اپنی طرف اٹھا دیا. یہ ٹھیک ہے، جتنا مضمون اللہ پاک نے بیان فرمایا ہے وہی ہماری حجت ہے، اس کے آگے آپ نے کوئی لفظ نہیں بڑھایا. جی عامر بھائی، آپ سے ایک سوال ہے کہ آپ لوگ جس طرح جس طرح کے نہیں، جس طرح مسلمان یا آپ کے نزدیک اگر یہ والی چیزوں کے جتنا قرآن میں ہے اس کے بعد جو ہے نہیں ہے تو وہ مسلمان نہیں ہوتا، چونکہ قرآن میں کھل کر بات نہیں ہوئی ہے، اشارہ ہے. یہ نہیں کہتے قرآن میں کھل کر بات نہیں ہوئی ہے، قرآن میں سب کچھ کھل کر بات ہوئی ہے. جو کچھ بیان کیا ہے وہ سب کچھ صحیح ہے، وہی کافی ہے، اور وہی جو ہے وہ حجت ہے.
یہ کہنا کہ قرآن میں کچھ رہ گیا اور کسی اور نے باہر بیان، بالکل ایسا نہیں ہے. نبی کریم صلی اللہ علیہ جو وسلم قرآن میں ہے اگر صرف اس کو مان لیا جائے تو وہ مسلمان ہے. قرآن نہیں، حدیث بھی اس کے ساتھ ہے، لیکن حدیث وہی جس کو قرآن کریم کی سرپرستی آج سے ہے. حدیثوں میں جو باتیں ہیں وہ اس کی تفصیل ہیں، اور نبی کریم صلی اللہ علیہ وسلم کی سنت اس کی تفصیل ہے. اس کو کون علیحدہ کرتا ہے؟ کوئی نہیں کرتا. رسول اللہ کے بغیر تو کوئی چیز سمجھ آ ہی نہیں نہ سکتی. رسول اللہ ہی ہے مرکزی نقطہ. ٹھیک ہے، مطلب تعویلوں میں جانے کے بجائے جو قرآن میں ہے اور جو حدیث اس کو کر رہی ہے، سیکنڈری کر رہی ہے، وہ ایسی رسول بات اللہ نہیں صلی جس اللہ کا علیہ نام، وسلم. جیسے ہم بات کر رہے ہیں نزول مسیح کا، نزول مسیح کا کوئی لفظ قرآن شریف میں موجود نہیں ہے، کسی جگہ نہیں. جس طرح آخری نبی کا کوئی اس لفظ کو نبوت کے لیے موجود نہیں ہے. ہاں ٹھیک ہے، اگر کوئی کہے کہ آخری لفظ نہیں، آخری نہیں ہے، تو یہی جواب ہوگا کہ نہیں ہے آخری. ہاں، تو اس کے بعد اگر آخری کا انکار کروا کے وہ کہ نہیں، انکار اسلام نہیں، آخری نہیں ہے. انکار نہیں ہے. جو بات سچی ہے وہ یہی ہے. اگر کوئی کہے کہ قرآن کریم میں حیدرآباد کا یا لاہور کا ذکر ہے تو جواب ہوگا نہیں ہے. تو کیا حیدرآباد اور لاہور ہیں؟ ہاں ہیں، فلاں جگہ ہیں. ان کا بات ذکر ہونا ضروری نہیں ہے، لیکن وہ کوئی شریعت کی بات نہیں ہے. لیکن جو شریعت کے مسائل ہیں، ان مسائل میں سے قرآن کریم لا یغادر صغیرۃ ولا کبیرہ، وہ کچھ بھی نہیں چھوڑتا، سب کچھ بیان فرماتا ہے. اور جس بات حسین کو بھائی جس اتنا مشکل ہے یہ تو. یعنی سوری، آپ کوئی کمپلیٹ کریں مشکل بات. نہیں، کوئی مشکل نہیں ہے. جو قرآن کریم میں باتیں لکھی ہیں اس میں کوئی اختلاف نہیں ہے. بڑی آسانی سے، جیسے علامہ صاحب نے جتنی آیتیں پڑھی ہیں، جو باتیں کہی ہیں، وہ بالکل بجا ہے. ایسا ہی ہے جیسے لکھا تو ہے. ایسا مسلمان ہونا تو بہت ایزی ہے، ہاں، تو اس کو مشکل کیوں؟ اسٹریٹ فارورڈ. یرید اللہ بکم الیسرا ولا یرید بکم العسر. اللہ تعالیٰ تمہارے لیے آسانی چاہتا ہے، اپنے آپ کو ضرور مصیبت میں ڈالنا ہے. ہم نے ڈالا ہوا ہے اپنے آپ کو. لائک ایک آیت میں سے یہ مفہوم بھی نکل سکتا ہے، یہ بھی نکل سکتا ہے، تو اس کے اندر ہم ڈالتے رہتے ہیں. تو یہ تو جھگڑے ہی ختم ہو گئے کہ ہاں جی اسٹریٹ فارورڈ ہے قرآن اور حدیث اور سنت. قرآن و سنت، قرآن اور سنت میں ساری باتیں آ جاتی ہیں. ہاں. لیکن ایک اور مسئلہ ہے کہ اگر ان عقائد کے ساتھ کوئی مین سٹریم مسلمانوں کی طرف جائے گا تو وہ قبول نہیں کیا جائے گا. نہ کرے مسلمان قبول، اس سے کیا فرق پڑتا ہے؟ کہ یہ کہاں لکھا ہے کہ مسلمانوں کو قبول کروانے جاتا ہے؟ یہ تو کوئی اس کی ریکوائرمنٹ نہیں. ہر انسان کے ایمان کا تعلق اس کی اپنی ذات کے ساتھ ہے اور اس کے اللہ کے ساتھ. کسی کی سفارش چاہیے اس میں؟ کچھ بھی نہیں. صرف ایک سوشل گیدرنگ ہے کہ لوگ کسی محلے میں رہتے ہیں، خاص قسم کے روایتوں کے پابند ہوتے ہیں، انہوں نے رشتے کرنے کو پاتے ہیں. ادروائز اور تو کوئی تعلق نہیں ہے اس سے. اور رشتے بھی آپ دوسروں میں بھی کر سکتے ہیں، لیکن آپ میں بھی کرتے ہیں، یا مرضی کرتے ہیں. اور اللہ نے ہمارا نام کیا رکھا ہے؟ اللہ نے ہمارا نام مسلمین رکھا ہے. تو بس ٹھیک ہے، کسی کوئی اور ساتھ میں لگانے کی ضرورت نہیں ہے. جو اللہ نے رکھا ہے وہی کافی ہے. نام اللہ کوئی، بالکل پکی بات ہے. جس نے بھی اضافے کیے ہیں، صاحب کے لا کے لگائے ہیں، وہ ان کا اپنا فیشن ہے، ان کی اپنی مرضی ہے. جو کرتے ہیں. ہم ان کو برا نہیں کہہ، کسی کو گالیاں نہیں دے رہے، کسی کو برا نہیں کہہ رہے، کسی کا حساب نہیں لے رہے. ہم کسی کے اوپر انسپیکٹر نہیں ہیں، نہ ہمارے اوپر کوئی انسپیکٹر ہے. میرے اوپر بھی کوئی انسپیکٹر نہیں ہے، مجھے کسی کچھ اور نہیں لگانا. میں صرف مسلمان. کچھ لوگوں نے جنہوں نے بیعت کی ہے اور جنہوں نے جا کے اپنے اوپر خود انسپیکٹر لگوا لیے ہیں اور پھر ان کو جواب دہی دینی پڑتی ہے، وہ ہے بات باقی. تو وہ کیسے اللہ تعالیٰ نے کہا پھر اللہ کو انسپیکٹر بنانے کے لیے کیا کرنا چاہیے؟ سارے انسپیکٹرز کو چھوڑ کے کیا کریں؟ اللہ تعالیٰ تو عالم الغیب والشہادہ ہے نا، وہ تو ہر چیز دیکھ رہا ہے اور اس کے سامنے ہی ہے ساری باتیں. نہ ہم اس سے کوئی چھپا سکتے ہیں، نہ چھپایا جا سکتا ہے. مرنے سے پہلے بھی، مرنے کے بعد بھی. مرنے سے پہلے بھی اس کے ساتھ ہے، مرنے کے بعد بھی اس کے ساتھ ہی رہیں گے. وہی ہے اول والآخر. کوئی ایکشن نہیں کرنا ہوتا؟ کیا ایکشن کرنا ہے؟ جیسے لوگ کہتے ہیں شہادہ لینا ہوتا ہے، یہ سب کرنا ہوتا ہے. پتہ نہیں، مجھے نہیں اس کا.
जो एक चीज़ इंसान पहले से जिसके ऊपर पूरा यकीन हो, तो बाकी इंस्पेक्टरों को छोड़ने के लिए सिर्फ अल्लाह की तरफ, अल्लाह और उसके रसूल सल्लल्लाहु अलैहि वसल्लम की तरफ जाने के लिए, क्या कुरान या उसका रसूल, अल्लाह का रसूल कुछ कहते हैं इस मामले में? वही जो कुरान शरीफ में लिखा है वही पढ़े, वही कहता है जो कुरान शरीफ में। क्या कहता है? कुरान शरीफ की कॉपी ले लेना। अच्छा, हम उसको पढ़ेंगे तो बहुत जो कुछ कहता है उसको रखो। वो तो मैं सेम बचपन से पढ़ती आ रही हूँ। बस बड़ा अच्छा कर रही है, वो भी करती रहे। ਭਾਈ अस्सलाम वालेकुम। वालेकुम ਬਹੁਤ ਕੇ ਗੱਲਾਂ ਦੀ ਇੱਕੋ ਹੀ ਗੱਲ, ਥੋੜੇ ਪਾਣੀ ਦਾ ਇੱਕੋ ਹੀ ਹੱਲ ਫਰਮਾ ਗਿਆ, ਯਾਦੀ ਲਾ ਨਬੀ ਆਬਾਦੀ। ਨਹੀਂ ਨਵਾਬ ਟਿਓਲ ਕੇ ਗੱਲ ਕਿੱਧਰ ਗਿਆ? ਉਹਦੀ ਥਾਂ ਤੇ ਇਬਰਾਹਿਮ ਦੀ ਚੱਕੀ ਆ ਗਈ ਸੀ ਰੂਵੇ ਦੇ ਵਿੱਚ, ਜਿਹੜੀ ਨਾ ਦਰਮੇ ਚ ਰਹਿਣ ਵਾਲੇ ਜਾਣਦੇ ਨੇ। ਇਬਰਾਹਿਮ ਦੀ ਚੱਕੀ ਜਿਹੜੀ ਨਾ ਹਰ ਵੇਲੇ ਚੱਲਦੀ ਰਹਿੰਦੀ ਸੀ ਤੇ ਉਹਦੇ ਚੋਂ ਗਰਮ ਪਾਣੀ ਨਿਕਲਦਾ ਰਹਿੰਦਾ। ਅੱਛਾ ਹੁਸੈਨੀ ਸਾਹਿਬ, ਜੀ ਮੈਂ ਇੱਕ ਹੋਰ ਤੁਹਾਡੇ ਵਾਸਤੇ ਨਾ ਦਲੀਲ ਪੇਸ਼ ਕਰਨ ਲੱਗਾ ਸੀ। ਜੀ ਤੇ ਕੁਦਰਤੀ ਮੈਂ ਜਦੋਂ ਆਇਤ ਸਿਰਫ ਇੰਨੀ ਲਿਖੀ ਨਾ ਗੂਗਲ ਦੇ ਉੱਤੇ, ਵਾ ਇੰਨਹੁ ਲਾ ਇਲਮੁ ਲਿਸਾ, ਤੇ ਉਹ ਪਹਿਲੀ ਜਿਹੜੀ ਵੈਬਸਾਈਟ ਖੁੱਲੀ ਨਾ ਤਬਰੀ ਦੀ, ਤਫਸੀਰ ਤਬਰੀ ਖੁੱਲੀ। ਅੱਛਾ, ਮੈਂ ਚਾਹੁੰਦਾ ਕਿ ਅਗਰ ਤੁਹਾਡੇ ਕੋਲ ਮੋਬਾਈਲ ਜਾਂ ਕੰਪਿਊਟਰ ਹੋਵੇ ਨਾ, ਜੀ ਤੁਸੀਂ ਵੀ ਸਿਰਫ ਇੰਨਾ ਲਿਖ ਕੇ ਵੇਖੋ। ਜੀ ਹੁਣ ਇਮਾਮ ਤਬਰੀ ਨੇ ਬਿਲਕੁਲ ਕਰੀਬ ਦਾ ਜ਼ਮਾਨਾ ਪਾਇਆ, ਯਾਨੀ ਤਮਾਮ ਮੁਫੱਸਿਰੀਨ ਤੋਂ ਪਹਿਲੇ। ਜੀ ਅਗਰ ਉਹਨੂੰ ਸਿਰਫ ਹੱਥ ਲਾ ਕੇ ਵੇਖ ਲਈਏ ਨਾ ਇਸ ਆਇਤ ਨੂੰ, ਨਹੀਂ ਤਬਰੀ ਜਿਹੜਾ ਹੈ ਉਹ ਬਹੁਤ ਹੀ ਮੁਤਬਰ, ਉਹਦੇ ਸਾਰਾ ਕਲਾਮ ਹੀ ਬੜਾ ਕਮਾਲ ਦਾ ਪੜਨ ਵਾਲਾ ਹੈ। ਆਸਾਨੀ ਨਿਕਲਦਾ ਇਹੋ ਜੀ ਗੱਲ ਕਰਨ ਲੱਗੇ ਬਹੁਤ ਜ਼ਿਆਦਾ। ਉਦੋਂ ਤਹਿਕੀਕ ਨਹੀਂ, ਇੰਜ ਨਹੀਂ ਮੈਂ ਕਿਹਾ ਕਿ ਉਹਨਾਂ ਦਾ ਸਾਰਾ ਕਮਾਲ ਕਲਾਮ ਸਹੀ ਹੈ। ਨਹੀਂ, ਉਹਨਾਂ ਨੇ ਵੈਸੇ ਕਾਫੀ ਸਾਰਾ ਕਲਾਮ ਲਿਖਿਆ ਨਾ। ਅਕਵਾਲ ਉਹਨਾਂ ਨੇ ਬਹੁਤ ਸਾਰੇ ਇਕੱਠੇ ਕੀਤੇ ਨੇ। ਅੱਗੋਂ ਤਹਿਕੀਕ ਕਰਨਾ ਲੋਕਾਂ ਦਾ ਕੰਮ ਹੈ, ਲੇਕਿਨ ਉਹਨਾਂ ਦਾ ਇੱਕ ਕੰਮ ਜਿਹੜਾ ਹੈ ਇਕੱਠਾ ਕਰਨ ਦਾ, ਡਾਟਾ ਨੂੰ ਇਕੱਠਾ ਕਰਨ ਦਾ ਕੰਮ, ਉਹਦੇ ਚ ਉਹਨਾਂ ਦੇ ਵਿੱਚ ਕਾਵਸ਼, ਉਹਨਾਂ ਦੀ ਇੱਕ ਬਿਹਤਰੀਨ ਕਾਵਸ਼। ਲੇਕਿਨ ਯਕੀਨੀ ਤੌਰ ਤੇ ਜਦੋਂ ਜ਼ਿਆਦਾ ਡਾਟਾ ਆਉਂਦਾ ਤੇ ਉਹਦੇ ਚ ਫਿਰ ਸਾਰਾ ਕੁਝ ਮਿਕਸਅਪ ਹੋ ਕੇ ਆ ਜਾਂਦਾ ਹੈ, ਸਹੀ ਗਲਤ। ਲੇਕਿਨ ਫਿਲਹਾਲ ਉਹਨਾਂ ਦੇ ਉੱਤੇ ਦੀਗਰ ਗੱਲਾਂ ਨੂੰ ਲੈ ਕੇ ਕ੍ਰਿਟੀਸਾਈਜ਼ ਕਰਨ ਦੀ ਬਜਾਏ, ਜੇ ਤੁਸੀਂ ਸਿਰਫ ਇਹ ਆਇਤ ਇੰਨੀ ਲਿਖੋ ਨਾ ਗੂਗਲ ਦੇ ਉੱਤੇ, ਤੇ ਉਹਨਾਂ ਦੇ ਵੇਖੋ ਉਹਨਾਂ ਨੇ ਕਿੰਨੇ ਅਕਵਾਲ ਦਰਜ ਕੀਤੇ ਨੇ। ਠੀਕ ਹੈ, ਯਾਨੀ ਹਰ ਕੌਲ ਦੇ ਵਿੱਚ ਹਦਸਨਾ ਇਬਨ ਬਸ਼ਾਰ ਕਾਲਾ ਸਨਾ ਅਬਦੁਰਰਹਿਮਾਨ ਕਾਲਾ ਸਨਾ ਸੁਫਿਆਨ ਅਨ ਆਸਮ ਅਨ इब्न अबी रज़ीन अन याहिया इब्न अब्बास व इन्नहु लइल्मुल लिसा काल खरूज ईसा इब्न मरियम हदसना इब्न अल मसना काल सना इब्न अबी उदई अन शोबा अन आसम अन अबी रज़ीन अन इब्न अब्बास बिमिस्ल इल्ला अन्नहु काल नज़ूल ईसा इब्न मरियम हदसना मोहम्मद बिन इस्माइल अल अहमसी काल सना गालिब बिन कायद काल सना कैस अन आसम अन अबी रज़ीन अन इब्न अब्बास अन्नहु कान यकरा व इन्नहु ला इल्मुल लिसा काला नज़ूल ईसा इब्न मरियम हदसना अबू कुरैब काला सना इब्न अती। मतलब किन्ने इकबाल ने, मुजाहिद जेड़े ने ताबी ने, इब्न अब्बास रज़ी अल्लाह तआला अन्हु, ऐसे टॉप दे साहबी ने कुरान दे तफसीर दे मामले च कई लोगों ने उन्हां कोलों रवायतां लैके बयान कीतियां ने। मेरा कहने का मकसद है कि उन्होंने बहुत सारिया गल्लां गलत हो सकदियां ने उन्होंने किताब दे विच, लेकिन इस आयत दे बारे अगर सारे इकबाल ये होण कि ये आयत व इन्नहु ला इल्मुल लिसा, ये ईसा अलैहिस्सलाम दे बारे में कि जदों ईसा अलैहिस्सलाम क़यामत तो पहले खरूज करनगे या नज़ूल फरमानगे, ये ओदे अल इशारा है। ਅਲਾਮਾ ਹੁਸੈਨੀ ਭਾਈ ਇਕਬਾਲ ਉਹਨਾਂ ਨੇ ਲਿਖੇ ਨੇ ਇਹਦੇ ਵਿੱਚ ਜੀ ਤਕਰੀਬਨ ਅਗਰ ਮੈਂ ਗਲਤ ਨਹੀਂ ਤੇ 3 ਕੋਈ ਇਕਬਾਲ ਉਹਨਾਂ ਨੇ ਕੋਟ ਕੀਤੇ ਹੁੰਦੇ ਇਮਾਮ ਤਬਰੀ। ਹਾਂਜੀ ਬਹੁਤ ਜ਼ਿਆਦਾ। ਮੈਂ ਤੇ ਪਹਿਲਾਂ ਸਮਝ ਤੇ ਅਲਾਮਾ ਸਾਹਿਬ ਇਹਦੇ ਵਿੱਚੋਂ ਕੋਈ ਇੱਕ ਕੋਲ ਵੀ ਜਿਹੜਾ ਮਰਫੂ ਮੁਤਸਿਲ ਹੈ ਜਾਂ ਸਾਰੇ ਮਰਾਸਿਲ ਨੇ? ਨਹੀਂ, ਨਬੀ अलैहि सलाम ਦਾ ਤਾਂ ਕੋਲ ਨਹੀਂ ਹੈ, ਕੋਈ ਨਹੀਂ ਹੈ। ਦੂਸਰੀ ਗੱਲ
ਹੁਸੈਨੀ ਭਾਈ ਉਹਨਾਂ ਦਾ ਕਾਲ ਜਿਹੜਾ ਹੈ ਜੁਮਲਾ ਉਹ ਮੌਜੂਦ ਹੈ, ਤੇ ਫਿਰ ਉਹਦੇ ਤੋਂ ਵੱਧ ਹੋਰ ਕਿਹੜਾ ਕਾਲ ਹੋ ਸਕਦਾ? ਜੇ ਤੇ ਨਬੀ ਪਾਕ ਦੇ ਬਰਕਤ ਵੀ ਹੋਵੇ ਤੇ ਤੈਨੂੰ ਛੱਡਿਆ ਜਾ ਹੁਸੈਨੀ ਭਾਈ ਸਿਰਫ ایک گل کر کے تو میں پھر اجازت چاہوں گا. بغض علی اور اہل بیت ایک مہلک روحانی بیماری ہے. بغض علی ایک مہلک روحانی بیماری ہے. جس کو بھی لگی، جب کبھی بھی لگی، جیسے تیسے بھی لگی، گویا اس کی روحانی موت واقع ہوگی. اور اگر وہ اسی حالت میں مرا تو حرام کی موت مرا. کیونکہ منافق اور مومن میں اگر پہچان کرنی ہو، لگاؤ مل کے سب نعرہ علی مولا علی مولا علی مولا علی علی مولا. مردہ علی کو چھوڑو، تم میں زندہ علی موجود ہے. چنگے رہے ہو. ایک آخری سوال. جی جی. جب میں کہوں گی کہ قرآن میں جو ہے اللہ تعالیٰ نے مجھے مسلم کہا ہے تو میں مسلم ہوں، تو اگر یہ لوگ مجھے مبارکباد دینا شروع کر دیں تو میں کیا جواب دوں گی؟ کہ میں تو مطلب کنفیوز ہوں. نہیں، کیا آپ مسلمان ہیں تو لوگ آپ کو مبارک دیں کہ آپ مسلمان ہیں تو اچھی بات ہے، اس میں کیا ہے؟ یہ حسینی پہ اس میں صرف یہ فرق آ جاتا ہے کہ جب اگر کوئی یہ کہے کہ ہم مسلمانوں کا تو یہ عقیدہ ہے لیکن اس میں جماعت احمدیہ یہ عقیدہ رکھتی ہے، تو وہ ایک پہچان بن جاتی ہے، اس کو مد نظر رکھنا چاہیے. تو باقی سب جو ہیں لوگوں کو سب معلوم ہو سکتا ہے بڑی آسانی کے ساتھ. معمولی ذہانت رکھنے والا بھی بندہ پہچانا جاتا ہے، کیونکہ a man is known by company he keeps. وہ سب آثار بتا دیتے ہیں کہ عمارت کتنی شاندار ہے. سبحان اللہ. سمجھ نہیں آئی اس گل دی جب تو ہون میں بھی فرمائی. یہی سوچ رہی ہوں، سمجھ نہیں آئی. لیکن خیر حسینی صاحب جدو تھی سمجھنا چاہو تے منہ چو گل نکلتی تے تھی سمجھ جاندے. جی جی. اچھا مطلب تسی سمجھ گئے ہو. قادر صاحب میں تو کہاں، اگر میں تو کہاں کہ یار ہمارا تو یہ عقیدہ ہے لیکن جماعت احمدیہ کا اس بارے میں یہ عقیدہ ہے، تو ایس تو صاف واضح ہو جاتا ہے کہ مزید تشریح، تفسیر یا وضاحت کی ضرورت رہتی ہے. قادر صاحب پتہ لگ جاتا بھی جڑا بائی پاس تو ایک راہ جڑا وہ پلوال جا رہا تے ایک جڑا نہیں، اگر جماعت احمدیہ دا عقیدہ نہ ہوئے گا تو جماعت احمدیہ انکار کر دے گی، نہیں ہے ساڈا، دینائی کر دے گی. میں جو گل کی مومنین نو سمجھ آ گئی ہے. میرا مقصد ہے کہ اگر جماعت احمدیہ دا عقیدہ ہوئے گا اور کوئی کہہ رہا ہے تو پھر ٹھیک ہے، انجی ہوئے گا، اور اگر وہ غلط کہہ رہا ہے تو جماعت احمدیہ ہونے سب بعض دفعہ انج لگتا ہے کہ جٹ جم لاتے خدا نو لے گئے چور یا رب نو لے گئے چور. مطلب یہ کیڑی کہ ایسی اردو دے لفظ استعمال کیتے نے کہ اگر کوئی کہے کہ اس معاملے ہم مسلمانوں کا تو یہ عقیدہ ہے اور جماعت احمدیہ یہ موقف رکھتی ہے، اس میں کوئی شک و شبہ رہ جاتا ہے کہ میں کہاں پہ کھڑا ہونا چاہتا ہوں. میرے نزدیک تو اس کے بعد پتہ نہیں کیڑے عقیدے دی گل کر رہے ہو، انہوں ڈینائی کر رہے ہو یا ایکسیپٹ کر رہے ہو. یہ مطلب وہ صاف چھپتے بھی نہیں، سامنے آتے بھی نہیں. میں اس میں یہ ہے کہ بھائی کوئی 1,00,000 لفظ بولے، اس میں سے اگر لفظوں کو پکڑ کر اس سے قیاس کرنا، اس کے بارے میں قرآن کیا کہتا ہے کہ آپ کسی کے کوئی الفاظ پکڑ لو اور اس کو یاد بھی نہ ہو کہ اس نے کیا بولا ہے، لیکن سارا اس کا عقیدہ اس پہ بنا لو. لیکن بہرحال میں جو ہے سیٹسفائی ہو گئی ہوں الحمدللہ. مجھے قرآن سے کوئی چیز نہیں مل رہی ہے تو بس ٹھیک ہے الحمدللہ. بہت اچھا آیا باجی، تسی کنفیوز تو بالکل سیٹسفائی ہو گئے. اس تو بڑی سارے لیے خوشی دی کوئی بات نہیں ہے. اللہ تعالیٰ نفس مہینہ عطا فرمائے اور خاتمہ بالخیر کرے، اور نئی روشنی، نئی اطمینان مبارک ہو، نیا سفر مبارک ہو. ہم تو کہتے ہیں کہ لیکن میں نے کہا تھا نا مبارکبادیں دیں گے. بالکل ہر ایک کو مبارکباد. جزاک اللہ. لیکن اتنا تو ہوا کچھ لوگ پہچانے گے. ہیلو بھائی یہ میرا نہیں ہے جناب. صاحب گل سنو نا،
वो कहते हैं गो जरा सी बात पर बरसों के याराने गए, लेकिन इतना तो हुआ कुछ लोग पहचाने गए, राइट। तो सिर्फ इसमें तो कोई किसी की इहानत नहीं है, ये मेरा नहीं है, ये तो किसी मशहूर सैफुद्दीन सैफ का शेर है। ਟੋਨੀ ਸਾਹਿਬ ਤੁਹਾਨੂੰ ਯਾਦ ਹੋਣਾ ਹੈ ਮਸਜਿਦ ਅਕਸਾ ਦੀ ਜਿਹੜੀ ਉਹ ਸੇਨ ਜੋ ਐਂਟਰੈਂਸ ਤੇ ਜਾਈਦਾ ਸੀ ਨਾ, ਅਲਾ ਬਿਜ਼ਿਕਰਿल्लाह ਤਤਮਿਨੁਲ ਕਲੂਬ ਜਿੱਥੇ ਲਿਖਿਆ ਹੁੰਦਾ ਸੀ। ਹਾਂਜੀ, ਬਸ ਕਿਸੇ ਜ਼ਿਕਰ ਨਾਲ, ਅੱਲਾ ਦੇ ਜ਼ਿਕਰ ਨਾਲ ਉਹਨਾਂ ਦੇ ਦਿਲ ਨੂੰ ਜਿਹੜਾ ਤਸਕੀਨ ਮਿਲ ਗਈ ਹੈ, ਮੁਤਮਿਨ ਹੋ ਗਿਆ ਦਿਲ, ਤੇ ਅਲਹਮਦੁਲਿल्लाह बड़ी अच्छी गल। कि वो कहते हैं आज के जिक्र भी डालो कि ये मुमकिन ही नहीं, दिल में हो इश्क के सनम, लब पे मगर नाम ना हो। अच्छा मैं थोड़ा मसरूफ हो गया, तो तुसी लाओ गपशप। अच्छी गल जी। तो स्पीकर साहब तशरीफ ले आए आप। वालेकुम सलाम, क्या हाल है, तबीयत किस तरह है? जी ठीक ठाक, आप सुनाए? बस सब खैर है। हुसैन साहब अगे कह रहे हो उर्दू का कोई तर्जमा जरा तो सिकर साहब को पूछना है, तो वो आगे ने पूछ ਉਹ ਇਹ ਆ ਵੀ ਜਿਹੜੇ ਸਾਦਾ ਲਫ਼ਜ਼ ਰੋਜ਼ਾਨਾ ਮੁਸਤਮਲ ਹੁੰਦੇ ਨੇ ਸਾਡੀ ਜ਼ੁਬਾਨ ਵਿੱਚ, ਉਹਨਾਂ ਦਾ ਤਰਜਮਾ ਕਰਾਉਣ ਦੀ ਤਾਂ ਜ਼ਰੂਰਤ ਨਹੀਂ ਪੈਂਦੀ, ਜਿਸ ਤਰ੍ਹਾਂ ਹਕੀਕੀ ਔਰ ਗੈਰ ਹਕੀਕੀ ਹੈ ਕਿ ਹਕੀਕੀ ਗੈਰ ਹਕੀਕੀ ਤੋਂ ਅਲੱਗਾ ਕਰਦਾ, ਜਿਸ ਤਰ੍ਹਾਂ ਅਹਿਮਦੀ ਗੈਰ ਅਹਿਮਦੀ ਤੋਂ ਅਲੱਗਾ ਕਰਦਾ ਹੈ। ਗੈਰ ਅਹਿਮਦੀ 'ਚ ਵੀ ਅਹਿਮਦੀ ਮੌਜੂਦ ਹੈ ਔਰ ਅਹਿਮਦੀ 'ਚ ਵੀ ਅਹਿਮਦੀ ਮੌਜੂਦ ਹੈ, ਲੇਕਿਨ ਗੈਰ ਅਹਿਮਦੀ ਬਾਅਦ ਲੋਕ ਕਹਿੰਦੇ ਨੇ ਗੈਰ ਅਹਿਮਦੀ ਵੀ ਅਹਿਮਦੀ ਹੁੰਦਾ ਕਿਉਂਕਿ ਉਹਦੇ 'ਚ ਵੀ ਤਾਂ ਅਹਿਮਦੀ ਲੱਗੇ ਹੈ, ਤੇ ਇਸ ਤਰ੍ਹਾਂ ਹੀ ਗੈਰ ਹਕੀਕੀ ਵੀ ਹਕੀਕੀ ਹੁੰਦਾ ਕਿਉਂਕਿ ਉਹਦੇ 'ਚ ਵੀ ਹਕੀਕੀ ਲੱਗੇ ਹੈ। ਇਹ ਮਸਾਇਲ ਨੇ, ਇਹਦੇ 'ਚ ਥੋੜਾ ਜਿਹਾ एक मिसाल और देख लेना हुसैनी साहब। जी जी। चांद की रोशनी की अपनी कोई हकीकत नहीं है, लेकिन क्या चांद से वो रोशनी आ रही है कि वो गैर हकीकी रोशनी है? चांद से जो रोशनी आ रही है वो रोशनी है। चांद की रोशनी की अपनी कोई हकीकत नहीं। मेरा तो ख्याल है उसकी अपनी हकीकत, चांद की तरफ देखें तो चांद से रोशनी आती हुई नजर आती है। हाँ, तो फिर उसका नाम ये जो है चांद की रोशनी की अपनी कोई हकीकत नहीं, उसका नाम चांदनी होता है। चांदनी होता है लेकिन उसकी अपनी कोई हकीकत नहीं। हाँ जी, उसकी रोशनी की अपनी कोई हकीकत नहीं क्योंकि उसकी अपनी रोशनी नहीं है। जो रोशनी उसके अंदर से गुजर के आ रही है वो उसी की रोशनी है और किसकी है। हाँ जी, तो बात आगे भी चाहे ना जरा सनी साहब, ये भी समझा देना, इस सेंटेंस को भी समझा दें कि चांद की रोशनी मतलब चांद में से जो रोशनी आती है वो चांद की ही रोशनी होती है जो ज़मीन पे आती है, और चांदनी रातें होती हैं, लोग बाहर निकल के देखते हैं। माशाल्लाह, साइंस का चांद बड़ा रोशन है तहस कर दिया आपने। और रोशन रातें हैं, उनको यौम बीज या बैज भी कहते हैं। वो सफाद होते हैं दिन, तो सही हो गया। तो यानी चांद जो है वो उसकी अपनी रोशनी है। चांद ठीक है जी। चांद में अगर रोशनी ना हो तो फिर हमें कहाँ से नजर आए? चांद हम चांद की तरफ देख के, अब ये तो नहीं कि चांद की बजाय हम जाके कुएं में देखना शुरू करें या किसी बंद कमरे में देखना शुरू करें और कहें कि चांद की रोशनी नहीं है, तो वहाँ तो वाकई नहीं हो। चांद की तरफ चांद की अपनी रोशनी है, वो खुद रोशनी पैदा कर रहा है। ठीक है, लामा अल्लाह चांद के अंदर से रोशनी आती है, बस ठीक हो गया। ये यानी कि जो सारे और बंदों को पता है, इवन आम लोगों को भी इस बात का पता है, लेकिन आपने ये कहा कि उनको ये गलत इन्फॉर्मेशन है उनके पास, ये रोशनी चांद की अपनी है। अच्छा, मतलब चांद की रोशनी को जो चांदनी है उसको चांदनी नहीं कहना और चांद की रोशनी नहीं कहना कि रोशन रातें हैं, बाहर निकलो चांद रोशन है, चांद की रोशनी आ रही है, चांद से चांदनी आ रही है, ये नहीं कहना हमने। हमने कहना कोई नहीं आ रही उससे, कोई नहीं, ये है ना ये चांद है ना ये इसकी रोशनी है।
सब आम लोगों को ये समझाना है कि चांद की जो रोशनी है ना, ये उसकी अपनी रोशनी है, ये खुद प्रोड्यूस करता है। तुम लोग जो सोचते हो या साइंस कहती है कि ये रोशनी सूरज से लेता है, वो गलत है। चांद की ये अपनी रोशनी है। अच्छा, आप कह रहे हैं कि मतलब उसमें सूरज से उसमें रोशनी पड़ रही होती है तो फिर वो चांद रोशन होता है और चांद आगे रोशनी देता है। कि चांद ब्रूजी सूरज है। अच्छा, चांद को भी हमने सूरज कहना ब्रूजी तौर पे? हाँ, ब्रूजी सूरज है। मैं कहता हूँ ऐसा आप ये कहें कि चांद जो है वो ब्रूजी तौर पे रोशनी देने वाली चीज है। साहब जान दो आगे ब्रूज सैनी साहब खैर मकदम कीता सैनी साहब सीकर साहब दा सीकर साहब फिर कहने ठहरो। सैनी साहब पंजाबी दी मिसाल है, चला ना मरे चले दी मां मरे मत की और जाम चरे। सबसे पहले तो अली वाला तो समझाओ ना, इन्हू बिठा के ना, इन्हू समझाओ साडे जे थोड़ा जना रहम करया करो सैनी साहब। रोशनी है चांद दी अली वाला, मेहरबानी करो करो कि दिमाग जेड़ा ओदी दही बन गई है ते आओ दही बनना करा रहे हो एना जुल्म साडे ते कर रहे हो। ਜਦੋਂ ਤੁਸੀਂ ਲੋਕਾਂ ਨੇ ਸਿੱਧੀ ਗੱਲ ਨਹੀਂ ਮੰਨੀ, ਜਿਸ ਬੰਦੇ ਨੂੰ ਦੂਜੀ ਵਾਰੀ ਸਾਲ ਨਹੀਂ ਲੱਭਦਾ ਉਹਨੂੰ ਸਾਡੇ ਸਿਰ ਤੇ ਲਿਆ ਬਿਠਾਉਂਦੇ ਹੋ, ਜਿਹਨੂੰ ਪਤਾ ਹੀ ਨਹੀਂ ਹੈ ਗੱਲ ਕੀ ਕਰਨੀ ਹੈ। वही सिंपल सी बात है ना, हुसैनी साहब से ये समझो कि चांद की जो रोशनी है वो उसकी अपनी रोशनी है, ठीक है, वो खुद पैदा करता है रोशनी, ठीक है, ये समझ जाओ बात। और ये बात सारों को समझानी है। ट्रूथ सीकर भाई आपकी यहाँ तक बात ठीक है, लेकिन जेड़ा नवा तुसी जिल पढ़ाने लगे वो काफी मुश्किल हो जानी है। अगर आप ब्रूजी सूरज ना कहे आप, वो ठीक है, या आप ये कहते हैं कि ब्रूजी तौर पे एक रोशनी देने वाली चीज है, ब्रूजी तौर पे। चांद का अपना एक सूरज है। नहीं, ब्रूजी सूरज चले आप ना कहें, आप ये कहते हैं कि ब्रूजी तौर पे रोशनी देने वाली चीज, क्योंकि असल में तो रोशनी नहीं ना दे रही, लेकिन लग ऐसा रहा है कि रोशनी देने वाला है, इसलिए इसको ब्रूजी तौर पे रोशनी देने वाला स्यारा, रोशनी देने वाला सितारा कह दें, ठीक है, लेकिन ब्रूजी तौर पे ही है ना, क्योंकि असल में वो रोशनी नहीं दे रहा। इतनी डिटेल में ना जाए तो सीकर भाई, अभी हुसैनी भाई ने सीधा सीधा लेके चले हैं कुरान हदीस सुन्नत, सीधा सीधा तो जो लेके चले हैं उसमें तो लाइफ इज इजी। इसमें देख लेना, सीधा सीधा तो यही लेके चले ना कि चांद अब अपनी रोशनी खुद ही पैदा कर रहा है, कितना आसान है। चांद की जगह कहाँ है? सब्जेक्ट साइंस का है कि ये मसला साइंस का है कि जो सूरज की रोशनी है पता है वैसे वो सूरज की अपनी रोशनी है या उसके पीछे कोई और प्रोसेस है जिसकी वजह से सूरज रोशन नजर आता है। वो बारीक दर बारीक बातें हैं, वो ईंधन कहाँ से आता है, क्या होता है। हम तो अपरेंट चीज़ों को जो हमें रोज़मर्रा में नज़र आती हैं, रात के वक्त चांद नज़र आता है, लेकिन चांद कहीं ना कहीं तो होता है, वो फिर आगे एस्ट्रोनॉमी की बातें आ जाती हैं। और दिन को हमें सूरज नज़र आता है, सूरज भी रोशन नज़र आता है, और बाद चांद की चांदनी रात होती है, कितनी बात है। या चांद नज़र आता है तो महीना बदलता है, पहली तारीख होती है उसकी, उसके हिसाब से यही है ना कि बारीक बारीक बातों पे जो रमजान होती है ना किया जाए कि जितना नहीं बंदा समझ सकता। जो मुश्किल बातें आप चूँकि बहुत ज़्यादा इल्म रखते हैं तो बाद मुकामात पे हमारे पास जलते हैं, हम नहीं उस पे उस दर्जे पे समझ नहीं सकते बातों को। इतने फलसफा बिलावल भुट्टो चल रहे थे। हाँ जी, वो बेस्ट है। फलसफा बिलावल भुट्टो चल रहा है कि जब बारिश आता है तो पानी आता है, हाँ, जब ज्यादा बारिश आता है तो ज्यादा पानी आता है। हाँ। बस इन्हीं की गल है। ये तो है। वाकई हमने इतना मुश्किल है इन चीज़ों में उलझाया हुआ है अपने आप को। सिंपल है और अल्लाह ताला हमसे इसका मुआखजा भी नहीं करेगा। आप इतनी मुश्किल चीज़ों को सोचे ही ना, ऐसे सवालों पे जाए ही ना। अगर आप ऑन द सरफेस रहना चाहते हैं तो ऑन द सरफेस रहें, फिर इस तरह के सवाल आप करती सोचती क्यों है कि हकीकी का क्या मतलब है, गैर हकीकी का क्या मतलब है, उस लेवल पे जाए ही ना। नहीं, आपने सुना आज मैंने हुसैनी भाई से